ਤੇ ਇਹਨੂੰ ਅਸੀਂ ਤੇ ਇਹਦੀ ਇਜਾਜ਼ਤ ਅਰਬੀ ਬਣਾ ਕੇ ਪਹਿਲੇ ਤੇ ਅਲਾਮਾ ਸਾਹਿਬ ਦੀ ਖਿਦਮਤ ਵਿੱਚ ਨਿਹਾਇਤ ਅਦਬ ਨਾਲ ਸਲਾਮ अस्सलाम वालेकुम आमिर भाई। अस्सलाम वालेकुम। फिर हुसैनी साहब दूसरा इल्जाम ये लगाया गया, मैं क्या अलामा साहब की आईडी ठीक है या कोई गड़बड़ तो नहीं होगी? ठीक है अलामा साहब की आईडी है। अलामा साहब कल खाना खा रहे हैं शायद। ठीक है अच्छा तो इजाजत रखो। ਤੇ ਇਹ ਹਵਾਲਾ ਜਿਹੜਾ ਅੱਜ 200 ਬਰਾਡਾ ਉਤੇ ਪੜਿਆ ਜਾ ਰਿਹਾ ਇਨ ਫੈਲ ਗਿਆ। ਇਹਦੀ ਜਿਹੜੀ ਇਜਾਜ਼ਤ ਵੀ ਬਣਾਈ ਹੈ ਉਹਨੂੰ ਜ਼ਰਾ ਜ਼ਿਹਨ ਵਿੱਚ ਰੱਖੋ ਹਮੇਸ਼ਾ। ਉਹ ਇਹ ਹੈ ਮਿਰਜ਼ਾ ਸਾਹਿਬ ਦਾ ਜਿਹੜਾ ਅਸਲ ਪੈਗਾਮ ਹੈ ਨਾ, ਪਹਿਲੇ ਸਫੇ ਤੇ ਆਖਰੀ ਸਫੇ ਦੇ ਉੱਤੇ, ਪਹਿਲੇ ਸਫੇ ਤੇ ਜਿਹੜਾ ਉਹ ਪੇਸ਼ਗੋਈ ਦਾ ਰੰਗ ਆਪਣੇ ਅੰਦਰ ਰੱਖਦਾ ਹੈ। ਉਹਦੇ ਵਿੱਚ ਉਹਨਾਂ ਨੇ ਫਰਮਾਇਆ ਹੈ ਕਿ ਇੱਕ ਬੰਦੇ ਨੂੰ ਜਿਹੜੇ ਬਾਅਦ ਬੰਦੇ ਮਹਿਫਿਲ ਵਿੱਚ ਘੱਟ ਆਉਂਦੇ ਨੇ, ਕਿਤਾਬਾਂ ਨਹੀਂ ਪੜ੍ਹਦੇ, ਤੇ ਉਹਨਾਂ ਨੂੰ ਸਿਲਸਿਲੇ ਦੇ ਨਾਲ ਸਹੀ ਵਾਕਫੀਅਤ ਨਹੀਂ ਹੁੰਦੀ, ਤੇ ਉਹਨਾਂ ਨੂੰ ਅਗਰ ਕੋਈ ਸਵਾਲ ਪੁੱਛ ਲੈ ਤਾਂ ਫਿਰ ਮੁਸ਼ਕਿਲ ਪੇਸ਼ ਆਉਂਦੀ ਹੈ। ਤੇ ਉਹਨਾਂ ਕਿਹਾ ਇਸ ਕਿਸਮ ਦਾ ਇੱਕ ਵਾਕਿਆ ਹੋਇਆ ਕਿ ਚੰਦ ਦਿਨ ਹੋਏ ਕਿ ਕਿਸੇ ਨੂੰ ਪੁੱਛਿਆ ਕਿ ਜਿਹਨੂੰ ਤੁਸੀਂ ਮੰਨਦੇ ਹੋ ਉਹ ਤੇ ਨਬੀ ਔਰ ਰਸੂਲ ਹੋਣ ਦਾ ਦਾਅਵਾ ਰੱਖਦਾ, ਤੇ ਉਹਨੇ ਮਹਿਜ਼ ਇਨਕਾਰ ਦੇ ਵਿੱਚ ਜਵਾਬ ਦਿੱਤਾ। ਹਾਲਾਂਕਿ ਇਹ ਗੱਲ ਠੀਕ ਨਹੀਂ। ਮੇਰੀ ਵਹੀ ਦੇ ਵਿੱਚ ਨਬੀ ਔਰ ਰਸੂਲ ਦੇ ਲਫ਼ਜ਼ ਹੈ ਨੇ, ਉਹਨਾਂ ਨਾਲ ਮੈਨੂੰ ਯਾਦ ਕੀਤਾ ਗਿਆ। ਇਹ ਨਹੀਂ ਫਰਮਾਇਆ ਕਿ ਮੈਨੂੰ ਨਬੀ ਔਰ ਰਸੂਲ ਬਣਾਇਆ ਗਿਆ, ਨਾ ਰੱਖਿਆ ਹੀ ਯਾਦ ਕੀਤਾ ਗਿਆ। ਇਹਦੇ ਜਿਹੜਾ ਮਹਿਜ਼ ਇਨਕਾਰ ਦਾ ਵਾਕਿਆ 100 ਸਾਲ ਬਾਅਦ ਪੂਰਾ ਹੋਇਆ। ਜਦੋਂ ਅਸੈਂਬਲੀ ਦੇ ਵਿੱਚ ਅਟਾਰਨੀ ਜਨਰਲ ਨੇ ਮਿਰਜ਼ਾ ਨਾਸਿਰ ਅਹਿਮਦ ਸਾਹਿਬ ਨੂੰ ਪੁੱਛਿਆ ਕਿ ਡੂ ਯੂ ਬਿਲੀਵ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਐਜ਼ ਪ੍ਰੋਫਿਟ, ਤੇ ਉਹਨਾਂ ਪਤਾ ਕੀ ਜਵਾਬ ਦਿੱਤਾ? ਨੋ। ਮਹਿਜ਼ ਇਨਕਾਰ ਦੇ ਵਿੱਚ, ਮਹਿਜ਼ ਇਨਕਾਰ। ਉਹਦੇ ਨਾਲ ਹੋਰ ਕੋਈ ਗੱਲ ਮਿਲੀ ਨਹੀਂ। ਉਹਨੇ ਕਿਹਾ ਨੋ। ਅਟਾਰਨੀ ਜਨਰਲ ਨੇ ਸਮਝਿਆ ਕਿ ਸ਼ਾਇਦ ਮੈਂ ਅੰਗਰੇਜ਼ੀ ਸਹੀ ਸਮਝਾ ਨਹੀਂ ਸਕਿਆ। ਉਹਨੇ ਫਿਰ ਉਰਦੂ ਵਿੱਚ ਪੁੱਛਿਆ कि क्या आप मिर्ज़ा गुलाम अहमद कादियानी को नबी मानते हैं? तो उन्होंने जवाब दिता नहीं। ये भी साफ इनकार होया ना, महज इनकार। बिल्कुल महज इनकार। ये पेशगोई जी पूरी हो गई। हुण आखिरी सफे ते आ जाओ। आखिरी जिहड़ा भी कोई मजमून लिखदा ना ਉਹਦੇ 3 ਹਿੱਸੇ ਹੁੰਦੇ ਨੇ। ਪਹਿਲਾ ਹੁੰਦਾ ਤਾਰਫ, ਦਰਮਿਆਨ ਵਿੱਚ ਹੁੰਦਾ ਉਹਦਾ ਮੈਟਰ, ਦਰਮਿਆਨੀ ਢਾਂਚਾ, ਔਰ ਆਖਰ ਦੇ ਉੱਤੇ ਹੁੰਦਾ ਹੈ ਖੁਲਾਸਾ, ਕਨਕਲੂਜਨ, ਉਹਦਾ ਮਾਂ ਅਸਲ, ਅਖੀਰ ਨਿਚੋੜ ਕੱਢ ਦਿੱਤਾ ਜਾਂਦਾ। ਨਿਚੋੜ ਕੱਢ ਕੇ ਫਰਮਾਉਂਦੇ ਨੇ ਕਿ ਆਪ ਖੁਲਾਸਾ ਇਸ ਤਮਾਮ ਤਾਰੀਖ ਵਿੱਚ ਜੋ ਕੁਝ ਪਿੱਛੇ ਲਿਖਾ ਹੈ ਉਹਨੂੰ ਇਹ ਸਤਰਾਂ ਪੜ੍ਹ ਲਓਗੇ ਤੇ ਇਹਦੇ ਵਿੱਚ ਹੀ ਸਾਰਾ ਸੱਤ ਆ ਜਾਣਾ। ਇਹਦੇ ਨਿਚੋੜ ਕੱਢ ਦਿੱਤਾ। ਨਿਚੋੜ ਕੀ ਹੈ? ਜਾਇਲ ਮੁਖਾਲਿਫ ਕੁਝ ਲੋਕ ਨੇ ਜਿਹੜੇ ਜਿਨ੍ਹਾਂ ਦਾ ਕਰੈਕਟਰ ਕੀ ਹੈ ਕਿ ਉਹ ਜਾਇਲ ਵੀ ਨੇ ਤੇ ਮੁਖਾਲਿਫ ਵੀ ਨੇ, ਤੇ ਉਹ ਕੰਮ ਕੀ ਕਰਦੇ ਨੇ? काम ये करते हैं कि मेरी निस्बत ये इल्ज़ाम लगाते हैं। मेरे सामने सही लफ्ज़ नहीं ने तो तुहाडे होवन ते बेशक टोक दवे हो इंज नहीं इंज पढ़ो, याद है ना? हाँ याद नहीं, लेकिन कदे गलती हो जाती। मेरी निस्बत ये इल्ज़ाम लगाते हैं कि ये शख्स दावा नबी और रसूल होने का करता है, कि ये शख्स नबी या रसूल होने का दावा करता है। हाँ जी। एक कौन कहते ने? जायल मुखालिफ। जायल मुखालिफ के कहते ने? ये बंदा नबी और रसूल है। हाँ नबी और रसूल। नबी और रसूल दे अगे पीछे किधर शरीयत लिखी है? नहीं जी। किधर जिली बरूदी लिखे है? नहीं। अक्सी लिखे है? नहीं। गैर तशरीह लिखे है? ना, कुछ भी नहीं। नबी और की इल्जाम लगाते ने? नबी और रसूल। नबी और रसूल। मिर्जा साहब इन्हां जायल मुखालफा नूं फिर अगे जवाब देंदे ने। वो कहते हैं कि मेरा ऐसा कोई दावा नहीं, मुझे ऐसा कोई दावा मेरा नाम सानी साहब तुसी ये तो एक याद करा दी आयत जी जी सूरह मोमिनून दी या सानी साहब मेरा पॉइंट जेड़ा ना ਤੁਹਾਡੇ ਗੁਫ਼ਤਗੂ इस तो आगे फिर थोड़ी जी और तशरीह भी है। या मैं इस तौर से जो वो ख्याल करते हैं
ਨਾ ਨਬੀ ਹੂੰ ਨਾ ਰਸੂਲ ਹੂੰ। ਹਾਂ, ਇੱਥੇ ਉਹਨਾਂ ਵਾਅਦੇ ਕਰ ਦਿੱਤਾ ਕਿ ਜਹਿਲ ਮੁਖਾਲਫਾਂ ਦਾ ਇਹ ਜਿਹੜਾ ਇਲਜ਼ਾਮ ਹੈ, ਮੇਰਾ ਇਹਦੇ ਨਾਲ ਕੋਈ ਇਤਫਾਕ, ਮੈਂ ਬਿਲਕੁਲ ਇਤਫਾਕ। ਠੀਕ ਹੋ ਗਈ ਨਾ ਗੱਲ? ਲਓ ਫਿਰ ਹੁਣ ਇਹਨਾਂ ਦੀ ਗੱਲ ਸੁਣੋ ਅਹਿਮਦ ਸਾਹਿਬ ਦੀ। ਜੀ ਅਹਿਮਦ ਸਾਹਿਬ ਦੱਸੋ। ਮਾਸ਼ਾਅੱਲਾ ਬਹੁਤ ਅੱਛਾ, ਤੁਹਾਡੇ ਕੋਲ ਬੈਠਣ ਦਾ ਇੱਕ ਫਾਇਦਾ ਹੁੰਦਾ ਹੈ ਕਿ ਆਯਾਤ ਜਿਹੜੀਆਂ ਨੇ ਉਹ ਖੁੱਲ ਕੇ ਸਾਹਮਣੇ ਆਉਂਦੀਆਂ ਨੇ। ਮੈਂ ਕਿਹਾ ਸਾਡੀ ਖੁਸ਼ ਨਸੀਬੀ ਹੈ, ਕੱਲ ਸਾਡੇ ਅਲਾਮਾ ਸਾਹਿਬ ਵੀ ਬੜੇ ਖੁਸ਼ ਹੋਏ ਨੇ ਤੁਹਾਨੂੰ ਦੇਖ ਕੇ, ਜਿਹੜੇ ਤੁਸੀਂ ਮਸੀਹ ਦੇ ਮੁਤਲਕ ਗੱਲਾਂ ਦੱਸੀਆਂ ਨੇ, ਉਹਨਾਂ ਨੂੰ ਫੌਰਨ ਆਇਤ ਮਲ ਮਸੀਹ ਸਬਨਾ ਮਰੀਅਮਾ ਇਲਾ ਰਸੂਲ ਯਾਦ ਆ ਗਈ। ਉਹ ਕਹਿਣ ਲਈ ਦੱਸੋ ਹੁਣ ਤੁਸੀਂ ਜਿਹੜੀ ਗੱਲ ਕਰ ਜੀ। ਇਹ ਵੀ ਮਸੀਹ ਦਾ, ਕਿਉਂਕਿ ਸਾਰੀ ਗੱਲ ਹੀ ਮਸੀਹ ਦੀ ਹੁੰਦੀ ਹੈ, ਮਸੀਹ ਤੇ ਉਹ ਅੱਲਾਹ ਤਾਲਾ ਨੇ ਅਲ ਮਸੀਹ ਕਹਿਣ ਵਾਲਿਆਂ ਨੂੰ ਮਸੀਹ ਬੁਰਾਈ ਹੈ, ਉਹ ਅੱਲਾ ਨੇ ਬਿਆਨ ਵੀ ਕੀਤੀ ਹੈ। ਉਹ ਆਇਤ ਯਾਦ ਆ ਗਈ ਨਾ, ਉਹ ਵੇ 40 ਦੀ 58 ਸੂਰਾ ਅਲ ਮੋਮਿਨ ਦੀ ਵਲਮਾ ज़ुरिबना ਨਾ وما يستوي الأعمى والبصير لا يستوي الأعمى والبصير ما يستوي الأعمى والبصير ਅੰਨਾ ਤੇ ਸੁਜਾਖਾ ਬਰਾਬਰ ਨਹੀਂ ਹੋ ਸਕਦੇ। ਹਾਂਜੀ, ਇੱਥੇ ਜਿਹੜੀ ਮਿਰਜ਼ਾ ਸਾਹਿਬ ਜਿਹੜੀ ਗੱਲ ਕਰ ਰਹੇ ਨੇ ਨਾ, ਇਹਦੇ ਵਿੱਚ ਅੰਨਿਆਂ ਨੂੰ ਵੀ ਨਜ਼ਰ ਆਣ ਡਿਆ ਕਿ ਬੰਦਾ ਕੀ ਕਰਨ ਡਿਆ। ਹਾਂ ਬਿਲਕੁਲ। ਹਾਂਜੀ, ਵਲਜ਼ੀਨਾ ਆਮਨੂ, ਉਹ ਜਿਹੜੇ ਈਮਾਨ ਲਿਆਂਦੇ ਨੇ, ਵ ਆਮਿਲੁ ਸਾਲਿਹਾਤ, ਕਿ ਆਪਣੇ ਅਮਲਾਂ ਦੀ ਇਸਲਾਹ ਕਰ ਲੈਂਦੇ ਨੇ। ਆਇਤ ਦੇ ਬਯਨ ਹੋਣ ਤੋਂ ਬਾਅਦ ਤੇ ਅੱਲਾ ਕਹਿੰਦਾ ਵਲਲ ਮਸੀਹ ਵ ਸਾਲਿਹਾਤ ਵਲ ਮਸੀਹ। ਹਾਂਜੀ, ਵ ਆਮਿਲੁ ਸਾਲਿਹਾਤ ਵਲਲ ਮਸੀਹ, और ना के बुराई करने वाला। नहीं, ये लफ्ज समझ नहीं आया, एक ही लफ्ज है, पढ़ लो ना। एक मिनट में तेरा करना है तो थोड़ा जा नवा ही काम की अल्लाह दसन दिया ना, बुराई है जड़ा अल मसीह जड़ा बुराई है। ये मोमिन है या मोमिनून है? मोमिन 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 कह रहे हो? 40 मोमिन 40 ये ते सूरत गाफर भी कहंदे ना इनु। हाँ जी, ये जेड़े मोमिन ने ना, जिन्हां दा दावा के ईमान वाले ने, ये ईमान वालियां दे लई है ना कि अंधे और बसीर, जेड़े अंधे और नजर आने वाले नु, देखण वाले नु वो फर्क है ना। फिर वो अल्लाह दे देता अखा देखण वालियां ईमान दियां। मोमिन दी कितने नंबर कहंदे हो? 58 58 नंबर। ठीक है, 58 नंबर। ये हो गया वमा यस्तविल आमा वल बसीर वल्लज़ीना आमनु व अमिलुस सालिहात वलल मुसीह। ये मसीह नहीं है, और चीज है। मसीह जेड़ा है मसीह बुराई है जी, बुराई मसीह बुराई करने वाला। ये उस मसीह दे नाल दा कोई तल्लक नहीं, दूर दा भी नहीं। हो तुसी बेशक ओनु जिवें मर्जी कर लो। मीम सीन ये स्पेलिंग और ने, ओदे स्पेलिंग और ने, इहदे स्पेलिंग और ने। मीम सीन ये है ना, मीम सीन ये है ना, उथे हे है नाल, ओ हे ना होवे तो मसीह नहीं बनदा उथे। हाँ नहीं, उथे तुसी भावे ओदा ओदे अल्फा ओदे तुसी अगर बदलोगे भी ना रूट लेटर जेड़ा उन्हां ने कीता है, हां जी, और ओदे विच जाके जदों तुसी जांदे हो हरफ विच ते उथे तुसी बदल नहीं सकदे, क्योंकि हरफ तो रूट लेटर इन्हां ने खुद बनाए ने। लेकिन ਜਦੋਂ ਤੁਸੀਂ ਵਾਪਸ ਹਰਫ ਵਿੱਚ ਜਾਂਦੇ ਹੋ ਤੇ ਉੱਥੇ ਬਦਲ ਨਹੀਂ ਸਕਦੇ ਤੁਸੀਂ, ਕਿਉਂਕਿ ਹਰਫ ਤੇ ਸੀਡ ਹੈ ਨਾ। ਹਾਂਜੀ, ਤੇ ਉਹ ਮੀਮ ਸੀਨ ਇਹ ਵੇ ਇੱਥੇ ਇਹਦਾ ਮੁਆਦ ਬੰਦਾ ਜਿਹੜੀ ਰੂਟ ਹੈ, ਉਹਨੂੰ ਤੁਸੀਂ ਮੀਮ ਸੀਨ ਵਾਵ ਕਰ ਲਓ ਜਾਂ ਕੁਝ ਹੋਰ ਲਿਖਦੇ ਹੋ, ਉਹ ਤੁਸੀਂ ਬਦਲ ਨਹੀਂ ਸਕਦੇ। ਉੱਥੇ ਮੀਮ, ਉੱਥੇ ਸੀਨ ਵਾਵ ਅਲਫ ਨਹੀਂ ਬਣ ਸਕਦਾ ਉਹਦਾ, ਇੱਥੇ ਇਹਦਾ ਮੁਆਦ ਇਹਦਾ ਮੁਆਦ ਤੁਸੀਂ ਬਣਾ ਨਹੀਂ ਸਕਦੇ, ਜਿਹੜਾ ਕਿ ਉਹਨਾਂ ਨੇ ਇਹਨੂੰ ਇੱਥੇ ਜਿਹੜਾ ਵਾੜਿਆ ਹੋਇਆ ਇਹਦੇ ਵਿੱਚ। ਹੁਸੈਨੀ ਸਾਹਿਬ ਜੀ, ਅੱਜ ਮੈਂ ਅਲਾਮਾ ਸਾਹਿਬ ਦਾ ਬੜਾ ਫੈਨ ਹੋ ਗਿਆ ਇੱਕ ਗੱਲ ਤੇ। ਜੀ ਜਨਾਬ ਅਲਾਮਾ ਸਾਹਿਬ ਦੇ ਉੱਤੇ ਇਲਜ਼ਾਮ ਲਾਇਆ ਵਾਟਰ ਸਾਹਿਬ ਨੇ ਕਿ ਤੁਸੀਂ ਲੋਕ ਤਵੀਜ਼ ਗੰਦਾ ਕਰਦੇ ਹੋ। ਕੀ ਕਰਦੇ ਹੋ? ਤਵੀਜ਼ ਕਰਦੇ ਹੋ ਨਾ, ਜਿਹੜੇ ਤਾਵੀਜ਼ ਗੰਦਾ। ਤੁਸੀਂ ਤਾਵੀਲ ਕਹਿ ਰਹੇ ਹੋ ਜਾਂ ਤਵੀਲ ਕਹਿ ਰਹੇ ਹੋ? ਤਾਵੀਜ਼ ਨਹੀਂ ਹੁੰਦਾ ਜਿਹੜਾ ਗਲੇ ਚ ਪਾਈ, ਤਾਵੀਜ਼ ਕਹਿ ਰਹੇ ਹੋ? ਅੱਛਾ, ਤਾਵੀਜ਼। ਹਾਂ, ਤਾਵੀਜ਼ ਗੰਡਾ। ਅੱਛਾ, ਹੁਣ ਸਮਝ ਗਿਆ ਮੈਂ ਗੱਲ। ਹਾਂ, ਤਾਵੀਜ਼ ਗੰਡਾ ਕਰਦੇ ਹੋ ਤੇ ਮੁਸ਼ਰਿਕ ਹੋ ਤੇ
ਤੇ ਬਾਦਸ਼ਾਹ ਗੁਲਾਮਾ ਸਾਹਿਬ ਨੇ ਹਵਾਲਾ ਕੱਢ ਲਿੱਤਾ ਮਿਰਜ਼ਾ ਸਾਹਿਬ ਦਾ। ਉਹ ਪਤਾ ਲੱਗਾ ਜੀ ਕਿ ਮਿਰਜ਼ਾ ਸਾਹਿਬ ਨੇ ਵੀ ਤਵੀਜ਼ ਕੀਤੇ ਨੇ। ਬਿਲਕੁਲ ਠੀਕ, ਬਿਲਕੁਲ ਠੀਕ। ਤੇ ਉਹ ਹਵਾਲੇ ਦੀ ਕਨਫਰਮੇਸ਼ਨ ਹੁਣ ਜਿਹੜੀ ਹੈ ਉਹ ਹੋਏਗੀ ਹੁਣ ਤੁਹਾਡੇ ਕੋਲੋਂ। अस्सलाम वालेकुम। वालेकुम सलाम भाई, वो वाला सही है, जेन्युइन वाला है। पै गए वे की हो गया, किसी ने तुम्हारी आईडी तो नहीं चोरी कर ली? नहीं, असल च ना मैं नमाज लेट हुई सी, मैं उधर चला गया, मैं ज्वाइन करके मैं तुसी गल कर दो। अच्छा ठीक है, ठीक है। ते ए सुनिए तुसां गल इन्हां दी अहमद साहब दी जड़ी इन्हां ने आयत नंबर 58 दसी है सूरत मोमिन दी। नहीं मैं नहीं सुनी की सूरह मोमिन दी 58 नंबर वो ये है कि वमा यस्तबिल हुसैनी भाई ऐस तो राजिया तो मरज़ैया भी आ जांदा ज़हन च, जिथे मरज़ैया दा जिक्र बहुत आला गल कीती, ओनू भी ला लैने आ, ओदे च मरज़ैया दा जिक्र भी है, ओ भी इंज दी गल बनेगी। वो ये है भाई इस आयत करीमा दे विच अल्लाह ताला ने ये दस्सिया है कि वमा यस्तबिल आमा वल बसीर, अन्ना ते सुजाखा बराबर नहीं हुंदे। इस किस्म दियां जड़ियां है ने ना तजाद दे जरिए समझाण दियां आयात बहुत ने कुरान शरीफ विच। इस तरह दी ये आयत भी है जिहदे च फरमाया कि वमा यस्तबिल आमा वल बसीर, अन्ना ते सुजाखा बराबर नहीं हुंदे। वल्लज़ीना आमनू व अमिलुस सालिहात, जेड़े लोग ईमान ले आए और उन्होंने नेक अमल कीते। नेक अमल जड़ा तुसी सालेहात दा नेक तर्जमा कर लेंदे हो, अल्लाह ते उते इस्लाह दी गल कर रहा है। अपने अमाल यानी जे नेक है ओदा ते अल्लाह ने अल्लाह दा बयान कीता होया ओदा कोई उदे नाल साडा इख्तलाफ नहीं, ठीक है, तो भी गलती। वलल मुसीओ तर्जमा भी करो ना ओदा, मतलब लफ्ज पढ़ लेने दोगे तो अगला लफ्ज फिर मुंह निकलते दियो, मैं कोई इतनी छड़ के टोल चला मैनू इतनी। एक बारी आए ते सूरत दोबारा दसियो, केड़ी दसी जी? ए सूरत है मोमिन ते सूरत दा नंबर है 40। ओके, ये दा एक दूसरा नाम गाफर भी है। हां जी, हां जी, ते नंबर हां जी, ये दी आयत नंबर है 58। ठीक हो गया, हुन गल करो। ਇਹਦੇ ਚ ਲਫ਼ਜ਼ ਜਿਹੜਾ ਹੈ ਨਾ ਵਲਲ ਮੁਸੀ, ਇਹਦੇ ਸਪੈਲਿੰਗ ਨੇ ਮੀਮ ਸੀਨ ਤੇ ये ਤੇ ਅੱਗੇ ਹਮਜ਼ਾ। ਇਹਦਾ ਇਹ ਤਲਕ ਬਣਾ ਰਹੇ ਨੇ ਮਸੀਹ ਦੇ ਨਾਲ, ਜਿਹੜਾ ਮਲ ਨਹੀਂ ਇਹਦਾ ਤਰਜਮਾ ਕਰੋ ਨਾ, ਇਹਦਾ ਦੇਖੋ ਨਾ ਸਹੀ ਸਾਹਿਬ ਮੌਕਾ ਪਹਿਲੇ ਤੁਸੀਂ ਆਇਤ ਪੜੋ, ਉਹਦਾ ਤਰਜਮਾ ਕਰੋ, ਫਿਰ ਤੁਸੀਂ ਅੱਗੇ ਗੱਲ ਕਰੋ। ਇਹਦੇ ਤੇ ਹਾਸ਼ੀਏ ਪਹਿਲੇ ਨਹੀਂ ਲਗਾਣੇ। ਕਹਿੰਦੇ ਹੋ ਮੈਂ ਉਂਝ ਜਿੰਜ ਮੈਨੂੰ ਦੱਸਦੇ ਜਾਂਦੇ। ਮੈਂ ਜਦੋਂ ਗੱਲ ਕੀਤੀ ਸੀ ਮੈਨੂੰ ਪਤਾ ਸੀ ਤੁਸੀਂ ਹਾਸ਼ੀਆ ਲਾਓਗੇ ਤੇ ਤੁਸੀਂ ਉਹੀ ਕੰਮ ਫੜਿਆ। ਸਾਰੇ ਹਾਸ਼ੀਆ ਹਟਾ ਦਿੱਤੇ ਨੇ, ਹੁਣ ਮੈਂ ਤੁਹਾਡੇ ਮਗਰ ਲਫ਼ਜ਼ ਬੋਲਦੇ ਨੇ, ਕਿੱਦਾਂ ਸੋ ਕੀ ਕਰਾਂ? ਤਰਜਮਾ ਪੜੋ, ਤੁਸੀਂ ਕਰਨ ਲੱਗੇ ਸੋ ਨਾ, ਤੁਸੀਂ ਵਾਅਦਾ ਕੀਤਾ ਸੀ ਤੁਸੀਂ ਕਰੋਗੇ। ਵਲਲ ਮਸੀਓ ਔਰ ਬੁਰਾਈ ਕਰਨ ਵਾਲੇ, ਬਦਕਾਰ। ਹਾਂ ਜੀ, ਇਹ ਕਲੀਲ ਮਾ ਤਜ਼ਕरून, ਥੋੜੇ ਹੁੰਦੇ ਨੇ ਜਿਹੜੇ ਨਸੀਹਤ ਫੜਦੇ ਨੇ। ਤੇ ਅਸਲ ਮਰਕਜ਼ੀ ਗੱਲ ਅਸੀਂ ਇਹ ਕਰਨ ਲਗੇ ਕਿ ਜਿਹੜਾ ਮਸੀਹ ਹੈ ਇਹਦਾ ਉਸ ਮਸੀਹ ਦੇ ਨਾਲ ਕੋਈ ਤਲਕ ਨਹੀਂ, ਨਾ ਸਪੈਲਿੰਗ ਦੇ ਲਿਹਾਜ਼ ਨਾਲ, ਨਾ ਮੈਨੇ ਦੇ ਲਿਹਾਜ਼ ਨਾਲ, ਨਾ ਕਿਸੇ ਲਿਹਾਜ਼। ਅਸਲ ਗੱਲ ਜਿਹੜੀ ਚੱਲ ਰਹੀ ਸੀ, ਇਹ ਹੁਸੈਨੀ ਸਾਹਿਬ ਸ਼ਹਿਨशाह ਸਾਹਿਬ ਨੇ ਗੱਲ ਕੀਤੀ ਸੀ, ਸੁਣਾਈ ਸੀ ਜੀ, ਤੇ ਉਸ ਤੋਂ ਇਹ ਆਇਤ ਯਾਦ ਆਈ ਔਰ ਇਹ ਆਇਤ ਮੈਂ ਤੁਹਾਨੂੰ ਦਿਖਾ ਰਿਹਾ। ਔਰ ਇਹਦੇ ਵਿੱਚ ਅੱਲਾਹ ਤਾਲਾ ਨੇ ਉਹੀ ਮੀਮ ਸੀਨ ये ਦਾ ਮੁਆਦ ਹੈ। ਇਹਦੇ ਵਿੱਚ ਮੁਆਦ ਤੁਸੀਂ ਬੇਸ਼ੱਕ ਅਗਰ ਬਦਲਣ ਦੀ ਕੋਸ਼ਿਸ਼ ਕਰੋਗੇ ਤੁਸੀਂ ਬਦਲ ਨਹੀਂ ਸਕਦੇ। ਅੱਛਾ, ਕੀ ਕਹਿਣਾ ਕੀ ਚਾਹੁੰਦੇ ਹੋ? ਮੀਮ ਸੀਨ ये ਵੇ ਮਸੀਹ ਚ ਮੁਆਦ, ਇਹ ਕਹਿੰਦੇ ਮਸੀਹ ਬੁਰਾਈ ਦਾ ਸਿੰਬਲ ਹੈ। ਸੀਨ ये ਮੁਆਦ ਹੈ, ਤੁਸੀਂ ਉਸ ਲੈਟਰ ਨੂੰ ਬਦਲ ਨਹੀਂ ਸਕਦੇ। ਉਹਦੇ ਚ ਲਿਆ ਕੇ ਕੋਈ ਹੋਰ ਚੀਜ਼, ਉਹਦੇ ਚ ਤੁਸੀਂ ਸੀਨ ਵਾਓ ਅਲਫ ਨਹੀਂ ਕਰ ਸਕਦੇ। ਉੱਥੇ ਮਵਾਦ ਉਹਦਾ ਜਦੋਂ ਤੁਸੀਂ ਉੱਥੇ ਡੰਡੀ ਮਾਰੋਗੇ ਤੇ ਜਿਹੜਾ ਹਰਫ ਹੈ ਉਹ ਡੰਡੀ ਮਾਰਨ ਨਹੀਂ ਦਿੰਦਾ ਤੁਹਾਨੂੰ। ਉਹਦੇ ਚ ਇਹਦਾ ਡੰਡੀ ਮਾਰ ਕੇ ਦਿਖਾਓ ਮੈਨੂੰ ਜ਼ਰਾ। ਸਈਆ ਹੈ ਜਿਹੜਾ ਸਈਆਤ ਆਉਂਦਾ ਨਾ, ਇਨਲ ਹਸਨਾਤ ਯੁਜ਼ਿਬਨ ਸਈਆਤ, ਨੇਕੀਆਂ ਜਿਹੜੀਆਂ ਨੇ ਉਹ ਬੁਰਾਈਆਂ ਨੂੰ ਖਾ ਜਾਂਦੀਆਂ ਨੇ। ਇਹ ਉਹ ਸਈਆ ਹੈ। ਤੇ ਉਹਦੇ ਤੋਂ ਇੱਕ ਸਈਓ ਵੀ ਹੁੰਦੀ ਹੈ ਪਿੰਡ ਚ ਕੁੜੀ। ਨਹੀਂ ਇੱਥੇ ਅੱਲਾ ਦੀ ਆਇਤ ਨੇ, ਹੁਸੈਨੀ ਸਾਹਿਬ ਮਜ਼ਾਕ ਨਾ ਕਰੋ,
ਤੁਸੀਂ ਉਹਨਾਂ ਵਿੱਚੋਂ ਨਾ ਹੋਏ ਜਿਹੜੇ ਅੱਲਾ ਦੀਆਂ ਆਇਤ ਦਾ ਮਜ਼ਾਕ ਉਡਾਉਂਦੇ ਨੇ। ਹੁਣ ਇਹਨਾਂ ਚੋਂ ਆਪਣੇ ਅਲਾਮਾ ਸਾਹਿਬ ਦੱਸਿਓ ਮੇਰੀ ਕਿਹੜੀ ਗੱਲ 'ਚ ਮਜ਼ਾਕ ਤੇ ਬੁਰੀ ਗੱਲ ਹੈ ਖੁਦਾ ਨਾ ਖਾਸਤਾ। ਅਹਿਮਦ ਸਾਹਿਬ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ ਕਿ ਇਸ ਆਇਤ ਵਿੱਚ ਈਸਾ ਅਲੈਹਿਸਲਾਮ ਦਾ ਜ਼ਿਕਰ ਹੈ ਜਾਂ ਕੀ ਮਸਲਨ ਮਸੀਹ ਤੋਂ ਇਹ ਜਿਹੜਾ ਲਫ਼ਜ਼ ਹੈ ਵਲ ਮਸੀਹ? ਸ਼ਹਿਨशाह ਸਾਹਿਬ ਨੇ ਇੱਕ ਗੱਲ ਬਿਆਨ ਕੀਤੀ, ਕਿੱਸਾ ਚੱਲ ਰਿਹਾ ਸੀ ਕਿ ਉਹ ਮਿਰਜ਼ਾ ਸਾਹਿਬ ਜਿਹੜੇ ਨੇ, ਮਿਰਜ਼ਾ ਜੀ ਜਿਹੜੇ ਨੇ, ਉਹ ਕਿਸ ਤਰ੍ਹਾਂ ਬਿਆਨ ਬਦਲਦੇ ਨੇ ਔਰ ਲੋਕਾਂ ਨੂੰ ਕਹਿੰਦੇ ਨੇ ਕਿ ਪਤਾ ਨਹੀਂ ਕੀ ਗੱਲ ਕੀ ਹੈ ਨਾ ਕਿ ਬੁਰੇ ਲੋਕ ਜਿਹੜੇ ਨੇ ਉਹ ਇਹ ਕਹਿੰਦੇ ਨੇ, ਤੇ ਉਹਨਾਂ ਦੇ ਕਿਹਾ ਕਿ ਮੈਂ ਨਹੀਂ ਹਾਂ ਨਬੀ ਜਾਂ ਰਸੂਲ ਹੈ ਜੀ, ਇਹੋ ਹੀ ਗੱਲ ਹੋ ਰਹੀ ਸੀ ਨਾ। ਹਾਂਜੀ ਹਾਂਜੀ। ਤੇ ਉੱਥੇ ਜਿਹੜਾ ਚੱਕਰ ਉਹ ਦੇ ਰਹੇ ਸਨ ਤੇ ਉਹ ਜਿਹੜੇ ਅੰਧੇ ਨੇ ਉਹਨਾਂ ਨੂੰ ਤਾਂ ਨਜ਼ਰ ਨਹੀਂ ਆਉਂਦਾ ਕਿ ਕੀ ਚੱਕਰ ਹੈ, ਲੇਕਿਨ ਬਸੀਰਤ ਵਾਲਿਆਂ ਨੂੰ ਨਜ਼ਰ ਆ ਜਾਂਦਾ ਕਿ ਕਹਿੰਦਾ ਮੈਂ ਹੈ ਵੀ ਹਾਂ ਤੇ ਮੈਂ ਨਹੀਂ ਵੀ ਹਾਂ। ਉਹਦੇ ਤੋਂ ਇਹ ਆਇਤ ਜਿਹੜੀ ਉਹ ਯਾਦ ਆਈ ਔਰ ਮੈਂ ਜਦੋਂ ਦੇਖਿਆ ਉਹਨੂੰ ਤੇ ਉਹਦੇ 'ਚ ਉਹੀ ਮੁਆਦ ਹੈ ਮੀਮ ਸੀਨ ਇਹ ਵਾਲਾ ਜਿਹੜਾ ਕਿ ਅਲ ਮਸੀਹ ਵਿੱਚ ਹੈ। ਹੁਸੈਨੀ ਭਾਈ ਇੱਥੇ ਮਾਜਦੋ ਪੁੱਛਦਾ ਹੈ ਕਿ ਮੈਂ ਵਜ਼ੂ ਕਰਕੇ ਤੇ ਮੇਰਾ ਇੱਥੇ ਦਾਖਲਾ ਬਣਦਾ ਨਹੀਂ, ਮੈਂ ਵੈਸੇ ਪੁੱਛ ਰਿਹਾ। ਮੈਂ ਕਹਿੰਦਾ ਮਾਜਦੋ ਤਾਂ ਪੂਰੀ ਕਲਾਸ ਲੈ ਕੇ ਆ ਜਾਏ ਤੇ ਸਾਰਿਆਂ ਦੇ ਹੱਥੇ ਡੰਡੇ, ਸਾਰਿਆਂ ਨੂੰ ਮਨੀਟਰ ਬਣਾ ਦੇ ਤੇ ਫਿਰ ਉਹ ਆਪਣਾ ਕੰਮ ਦਿਖਾਣ। ਔਰ ਉਹ ਜਿਹੜੀ ਗੱਲ ਤੁਸੀਂ ਕਹੀ ਕਿ ਯਾ ਤੁਹਾਨੂੰ ਨਫਸੁਲ ਮੁਤਮਇਨਾ ਤੁਰਜੀ ਇਲਾ ਰੱਬਿਕੇ ਰਾਜ਼ੀਅਤ ਮਰਜ਼ੀਆ, ਅੱਲਾਹ ਤਾਲਾ ਮਰਜ਼ੀਆਂ ਨਾਲ ਰਾਜ਼ੀ ਹੋ ਗਿਆ, ਇਹ ਤਰਜਮਾ ਕਰਦੇ ਨੇ ਲੋਕ, ਹਾਲਾਂਕਿ ਇਹਦਾ ਕੋਈ ਹੈ ਬਿਲकुल है सदाकत मसीह का लतीफ एक निशान है। ਉਹ ਜੀ ਗੱਲ ਇਹਨੂੰ ਮਸੀਹ ਨਾਲ ਮਿਲਾਣਾ, ਉੱਥੇ ਤੇ ਏਡਾ ਜ਼ਿਆਦਾ ਬੁਰਾ ਸ਼ਾਇਦ ਨਾ ਹੋਵੇ ਪਰ ਇੱਥੇ ਜ਼ੁਲਮ ਜ਼ਿਆਦਾ ਹੈ। ਮਾਂ ਯਸਤਵੀ ਅਲ ਆਮਾ ਵਲ ਬਸੀਰ, ਅੱਲਾ ਨੇ ਐਸੇ ਦੱਸਿਆ ਨਾ ਦੇਖਣ ਵਾਲਾ ਮਸੀਹ ਜਿਹੜੇ ਨੇ ਨਾ, ਮਸੀਹ ਹੁਣ ਮਰਜ਼ਈ ਕੋਈ ਅਹਿਮਦੀ ਕੋਈ ਇਹਨੂੰ ਮਿਲਾ ਤੇ ਲਵੇ ਕਿ ਅਸੀਂ ਨਫਸੇ ਮੁਤਮਇਨਾ ਵਾਂ, ਲੇਕਿਨ ਉਹ ਅੰਧਾ ਔਰ ਬਸੀਰਤ ਵਾਲੇ ਬਰਾਬਰ ਨਹੀਂ ਹੁੰਦੇ, ਉਹਨਾਂ ਨਜ਼ਰ ਆ ਜਾਂਦਾ ਤੇ ਉਹ ਅੱਲਾਹ ਤਾਲਾ ਨੇ ਬਿਆਨ ਕਰ ਦਿੱਤੀ ਐਸੇ ਆਇਤ ਵਿੱਚ, ਤੁਸੀਂ ਜੋ ਮਰਜ਼ੀ ਕਰਦੇ ਰਹੋ, ਲੇਕਿਨ ਜਿਨ੍ਹਾਂ ਕੋਲ ਬਸੀਰਤ ਹੈ ਉਹ ਦੇਖਦੇ ਨੇ ਔਰ ਇਸ ਲਫ਼ਜ਼ ਵਿੱਚ ਉਹ ਦੇਖਣਗੇ ਕਿ ਮੀਮ ਸੀਨ ਇਹ ਇੱਥੇ ਮੁਆਦ ਹੈ ਔਰ ਅੱਲਾ ਨੇ ਉਹਦਾ ਤਰਜਮਾ ਵੀ ਤੁਸੀਂ ਕੀਤਾ ਉਹਦਾ ਬੁਰਾਈ, ਔਰ ਉੱਥੇ ਤੁਸੀਂ ਮੁਆਦ ਤੁਸੀਂ ਦੇਖ ਲਓ ਉੱਥੇ ਕੀ ਮੁਆਦ ਹੈ ਮੀਮ ਸੀਨ ਇਹ ਵੇ। ਇਹ ਮੀਮ ਜਿਹੜੀ ਹੈ ਉਹਨੂੰ ਨੌਨ ਬਣਾਉਣ ਵਾਸਤੇ ਆਈ ਹੈ, ਵਰਨਾ ਇਹ ਲਫ਼ਜ਼ ਸੀਨ ਇਹ ਹੈ ਉਹ ਜਿਹੜੀ ਹੁੰਦੀ ਹੈ ਸਿੱਧੀ ਵਾਲੀ ਹਲਵੇ ਵਾਲੀ ਨਹੀਂ, ਉਹ ਉੱਥੇ ਮਸੀਹ ਜਿਹੜੀ ਹੈ ਉਹ ਇਹ ਹਲਵੇ ਵਾਲੀ ਹੈ, ਉਹਦਾ ਤੇ ਇਸ ਲਫ਼ਜ਼ ਦਾ ਆਪਸ ਵਿੱਚ ਕੋਈ ਦੂਰ ਦਾ, ਉਹ ਮਸੀਹ ਪਾਕ ਨੇ, ਇਹ ਸਯ्यद ਨੇ। और देखो अल्लाह ताला ने उन्होंने 9 दफा इस्तेमाल किया है कुरान मजीद विच, और हर जगह ते अल्लाह ताला ने कोले कुफर बयान किया उन्होंने। इन्ना लिल्लाहि व इन्ना इलैहि। पढ़ लो ना, पढ़ लो, पढ़ो 17 दी 5 दी 72 पढ़ो, 5 दी 72 पढ़ो। ਐਤਕੀ ਤੁਸੀਂ ਪੜ੍ਹਦੇ ਹੋ ਆਪਣਾ ਆਇਤਾਂ ਇਹ ਕਾਲੀ ਐਨਕ ਲਾ ਕੇ ਪੜ੍ਹਦੇ ਹੋ? 5 ਦੀ 72 ਪੜੋ ਜ਼ਰਾ। ਲਓ ਜੀ 5 ਦੀ 72 ਪੜ੍ਹ ਦਿੰਨੇ ਆ। 5 ਦੀ 72 ਉੱਥੇ ਵੀ ਕਹਿਣਾ ਅੱਲਾ ਨਹੀਂ ਕਹਿ ਰਿਹਾ ਲਕਦ ਕਫਰ ਅਲਜ਼ੀਨਾ ਕਾਲੂ ਇਨ ਅੱਲਾਹਾ ਹੁਵਲ ਮਸੀਹ ਇਬਨ ਮਰੀਮ। ਹਾਂਜੀ ਇੱਥੇ ਕਿਵੇਂ ਸ਼ੁਰੂ ਕੀਤੀ ਅੱਲਾ ਨੇ ਗੱਲ? ਪਤਾ ਤਹਕੀਕ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਿਹਾ ਕਿ ਅੱਲਾ ਜਿਹੜਾ ਹੈ ਉਹ ਮਸੀਹ ਇਬਨ ਮਰੀਮ ਹੈ। लक़द कफ़र अल्लज़ीना, अलबत्ता यकीनन कुफर किया उन लोगों ने जिन्होंने कहा, ते कलमा कुफर है ना, कलमा कुफर इन भुलना नहीं ना, तुसी कलमा कुफर तुसी 4 दफा पढ़िया कल, ये 5वीं दफा पढ़न डे हो, इत्थे अल्लाह दसन दिया कलमा है कुफर है अल मसीह, पढ़ोगे अल मसीह कलमा कुफर नहीं, अल मसीह कलमा कुफर है, गैर अल्लाह नु अल्लाह कहना कुफर है, ए गल अल मसीह कलमा कुफर है। अल्लाह कह रहा है कालू, उन्होंने कहा, काल अल मसीह, अल्लाह ताला और जो टाइटल अल मसीह है उसकी गल कर रहा है, टाइटल है ना, मेरी गल सुनो, अल मसीह टाइटल है। खलो ते जाओ,
ਜੇ ਤੁਹਾਨੂੰ ਤਰਲਾ ਪੇ ਲੈਂਦੇ ਨੇ ਵੀ ਇਹ ਲਫ਼ਜ਼ ਬਾਰ-ਬਾਰ ਨਾ ਬੋਲੋ, ਮਸੀਹ ਕਲਮਾ ਕੁਫਰ ਹੈ ਤੇ ਨਾ ਬੋਲੋ। ਅੱਲਾਹ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਅੱਲਾਹ ਕਹਿ ਰਿਹਾ। ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਅੱਲਾਹ ਨਾ ਬਣੋ, ਤੁਸੀਂ ਅੱਲਾਹ ਨਾ ਬਣੋ। ਮੈਂ ਤਾਂ ਪੜ੍ਹ ਰਿਹਾ ਵਾਂ ਨਾ ਕੁਰਾਨ ਦੇ ਉੱਤੇ ਬਹੁਤਾਨ ਨਾ ਬਣੋ। ਨਹੀਂ ਨਾ ਇੱਥੇ ਪੜੋ ਫਿਰ ਕੀ ਕਹਿ ਰਿਹਾ ਅੱਲਾਹ ਨਾ ਕਿਉਂ ਮਸੀਹ ਨੂੰ ਅਲ ਮਸੀਹ ਲਕਦ ਕਫਰ ਅਲਜ਼ੀਨਾ ਕਾਲੂ, ਇਸ ਤਰ੍ਹਾਂ ਹੀ ਹੈ। ਕੋਈ ਐਸੀ ਮੈਂ ਪੜਨ ਡਿਆ, ਤੁਸੀਂ ਕਹਿ ਰਹੇ ਹੋ ਮੈਂ ਪੜਾਂਗਾ ਤੁਹਾਡੀ ਵਜ੍ਹਾ ਤੋਂ। ਗੁਫ਼ਤਗੂ ਕਰਦੇ ਹਾਂ ਜਿਸ ਵੇਲੇ ਓਵਰਲੈਪਿੰਗ ਹੁੰਦੀ ਹੈ, ਮੈਂ ਤੁਹਾਡੀ ਵਜ੍ਹਾ ਤੋਂ ਕੁਰਾਨ ਨਾ ਪੜਾਂ, ਤੁਸੀਂ ਅੱਲਾਹ ਬਣ ਗਏ ਹੋ ਨਾਸਰ ਸਾਹਿਬ, ਨਜ਼ੀਰ ਸਾਹਿਬ। ਨਹੀਂ ਉਹਨਾਂ ਕੋਈ ਮਨਾ ਨਹੀਂ, ਆਲਮ ਹੋਵੋਗੇ ਹਦੀਸਾਂ ਦੇ, ਇਹਦਾ ਆਲਮ ਕੋਈ ਨਹੀਂ ਹੁੰਦਾ। ਕੁਰਾਨ ਪੜੋ, ਕੁਰਾਨ ਨੂੰ ਗਾਲਾਂ ਨਾ ਕੱਢੋ। ਇਹ ਆਖਿਆ ਮੈਂ ਇੱਥੋਂ ਪੜ੍ਹ ਰਿਹਾ ਜੋ ਅੱਲਾਹ ਕਹਿ ਰਿਹਾ ਹੈ, ਤੁਹਾਡੀ ਵਜ੍ਹਾ ਦੇ ਨਾਲ ਮੈਂ ਉਹਨੂੰ ਨਹੀਂ ਪੜ੍ਹਨਾ ਹੈ। ਮੈਂ ਲਫ਼ਜ਼ ਬਾਈ ਲਫ਼ਜ਼ ਪੜ੍ਹ ਰਿਹਾ ਵਾਂ ਜੀ। ਤੁਸੀਂ ਲਫ਼ਜ਼ ਬਾਈ ਲਫ਼ਜ਼ ਪੜੋ, ਜੁਮਲਾ ਬਾਈ ਲਫ਼ਜ਼ ਬਾਈ ਲਫ਼ਜ਼ ਪੜੋ, ਇੱਕ ਲਫ਼ਜ਼ ਲੈ ਕੇ ਪੜੋ। ਆਪਣੇ ਜ਼ੇਨ ਛੋਟਾ ਜਿਹਾ ਮਨ ਕੇ ਜਿੰਨਾ ਜ਼ੇਨ ਹੈ ਮੇਰਾ, ਮੈਂ ਉਹਨੂੰ ਵੱਖਰਾ ਰੱਖਣਾ ਵਾ, ਉਹਨੂੰ ਮੈਂ ਵਿੱਚ ਅੱਲਾਹ ਦੇ ਕਲਾਮ ਤੋਂ ਵੱਡਾ ਨਹੀਂ ਕਰਦਾ। ਬੱਲੇ ਬੱਲੇ ਬੱਲੇ। ਜਿਹੜਾ ਤੁਸੀਂ ਆਪਣੇ ਜ਼ੇਨ ਨੂੰ ਅੱਗੇ ਅੱਲਾਹ ਦੇ ਕੋਲੇ ਰਸੂਲ ਤੋਂ ਅੱਗੇ ਲੈ ਕੇ ਜਾ ਰਹੇ ਹੋ। ਅੱਛਾ, ਇਹ ਜਿਹੜਾ ਫਹਿਮ ਪੇਸ਼ ਕਰ ਗਏ ਹੋ, ਜੋ ਅੱਲਾਹ ਕਹਿ ਰਿਹਾ ਇੱਥੇ ਉਹਨੂੰ ਕੁਰਾਨ ਨੂੰ ਗਾਲਾਂ ਕੱਢਦੇ ਪਏ ਹੋ ਤੁਸੀਂ। ਆਇਤ ਪੜ੍ਹੀ ਨਹੀਂ ਉਹ ਸਾਰੀਆਂ, ਪੰਜਵੀਂ ਆਇਤ ਤੇ ਤੁਸੀਂ ਇੱਥੇ ਵੀ ਨਹੀਂ ਮੰਨਦੇ। ਮੈਂ ਕਿਹਾ ਅਹਿਮਦ ਸਾਹਿਬ ਤੁਸੀਂ ਕੁਰਾਨ ਨੂੰ ਗਾਲਾਂ ਕੱਢਦੇ ਪਏ ਹੋ। ਭਾਈਜਾਨ ਮਾਸ਼ਾਅੱਲਾ, अस्सलाम वालेकुम। वालेकुम अस्सलाम। अल्लामा साहब कह रहे हैं कि कुरान ਨੂੰ ਗਾਲਾਂ भाईजान आप जरा थोड़े बड़े बात कर रहे हैं भाईजान, आपसे बात कर भी भाईजान ਤੁਹਾਨੂੰ ਇਹ ਪਤਾ ਹੈ ਨਾ ਕਿ ਗੱਲ ਕੀ ਹੋ ਰਹੀ ਹੈ। ਮੈਨੂੰ ਇਹ ਪਤਾ ਲੱਗਾ ਕਿ ਕੁਰਾਨ ਨੂੰ ਕੋਈ ਗਾਲਾਂ ਪਿਆ ਕੱਢਦਾ। ਅੱਲਾਮਾ ਸਾਹਿਬ ਬੜੇ ਨਾਰਾਜ਼ ਨੇ। ਠੀਕ ਹੈ, ਇਹ ਤੁਸੀਂ ਸੁਣਿਆ। ਹਾਂਜੀ, ਲੇਕਿਨ ਤੁਹਾਨੂੰ ਹੋਰ ਵੀ ਪਤਾ ਹੈ ਕਿ ਕੀ ਗੱਲ ਇਹਦੇ ਪਿੱਛੇ ਕੀ ਹੈ। ਉਹ ਇਹ ਕਿ 25 ਦਫਾ ਜਿਹੜਾ ਉਹਦੇ ਚ ਆਪਣਾ ਈਸਾ ਅਲੈਹਿਸਲਾਮ ਆਏ ਨੇ ਤੇ 16 ਦਫਾ ਆਏ ਨੇ ਮਸੀਹ। ਠੀਕ ਹੋ ਗਿਆ। ਵਿੱਚ ਕਲਮਾ ਕੁਫਰ ਨੇ 8 ਦਫਾ। ਕਲਮਾ ਕੁਫਰ ਕੀ ਕਿਹੜਾ ਹੈ? ਕਲਮਾ ਕੁਫਰ ਉਹ ਚੀਜ਼ਾਂ ਨੇ ਜਿਸ ਤੋਂ ਲੋਕ ਇਨਕਾਰ ਕਰਦੇ ਨੇ ਕਿ ਮਿਸਾਲ ਦੇ ਤੌਰ ਤੇ ਤੁਮਨੇ ਨਹੀਂ। ਜੀ ਬਿਲਕੁਲ सही ਗੱਲ ਕਰ ਰਹੇ ਨੇ साहब, बिल्कुल सही कर रहे हैं। मिसाल के तौर पे उनके वालिद जो मरियम और उनके बेटा हजरत ईसा खाना खाया करते थे, तो लोग कहते हैं कि नहीं वो तो आसमान पे चढ़ेगा, खाना खाते ही नहीं है 2000 साल से। बेशक, तो ये कलमा कुफर है। बिल्कुल सही कह रहे हैं बम्बास्टिक साहब, बिल्कुल सही कह रहे हैं। बम्बास्टिक साहब समझ गए ने तो बाकी नहीं सब ठीक हो। मैं सारा कुछ ही समझ आया, पर मैं दसो गाला किने कड्डियां ने? नहीं फिर कोई गाला नहीं कड्डियां, फिर तो ठीक कह रहे हैं ना। मैं कहा शायद कोई पाकिस्तान के तूलो अर्ज में फैला दो कि देखो ये गालियां निकाली हैं कुरान को। नहीं ये तो तकनीत हो गई, फोटो ला लो, स्नैपचैट ले लो, स्क्रीन शॉट ले लो, हो गई गलती, गाला कटियां गईयां जे ओए बंदा मार दियो। हो गई गलती, हो गई। मैं तो ये चंगा होया तुसी आए हो ते तुसी इन्हां दी गल समझ ली, इन्हां तुहाडी समझ लई है। तो काम नेड़े नेड़े है काफी ਤੁਹਾਡਾ। ਬਾਜੀ ਗੁੰਗੇ ਦੀ ਰਮਜ਼ਾ ਗੁੰਗੇ ਦੀ ਮਾਂ ਹੀ ਸਮਝੀ। ਠੀਕ ਹੋ ਗਿਆ, ਕੰਮ ਹੀ ਸਹੀ ਹੋ ਗਿਆ, ਜਜ਼ਾਕੱਲਾ। ਹਾਂ, ਮੁੱਕ ਗਈ ਗੱਲ। ਹੁਣ ਇਹ ਦੱਸੋ ਬੰਬਾਸਟਿਕ ਸਾਹਿਬ, स्पेलिंग भी और ने मसीह पाक दी तरफ से मंसूब नहीं ना करोगे नौज बिल्ला? नहीं यसू साहब दी तरफ नहीं यसू दा इत्थे जिक्र कोई नहीं, ना करो इस तरह दी हरकतां। कुरान शरीफ विच जदों ਅਸੀਂ ਗੱਲ करने आ ते ਅਸੀਂ मसीह पाक ਦੀ ਗੱਲ करने। मसीह पाक हाँ वो ठीक है। जिस वक्त ਅਸੀਂ मसीहियां नाल ਗੱਲ ਕਰਾਂਗੇ तो ਉਹਨਾਂ ਦੀ टर्मिनोलॉजी यसू भी कह सकने हो, कोई बुराई नहीं। ठीक है। ते मसीह पाक हजरत मिर्जा गुलाम अहमद कादियानी मुराद लवांगे। इस तो जेड़ा मसीह है ये तो मुराद मसीह मौत नहीं ने। ना करो जुल्म, ना उन्हां नूं गालां कढो अपने मुर्शिद नूं। अच्छा जी, ना जुल्म करो, ना जुल्म करो। पहले कुरान नूं कोई गालां कढदा पिया सी। नहीं ओ ठीक, तुसी ते उन्हां दा नाम उधार करदे है ना, तुसी उन्हां दा सुनिया, तुसी क्या वो गल गलत ही कहंदे होणे ने। ओ उन्हां ने जेड़ा ओदे विच जेड़ी हुंदी है ना एक ग्रज, ओ नहीं कही जो अल्लामा साहब ने कही है
ਉਹ ਬੜੇ ਦਰਦ ਨਾਲ ਉਹਨਾਂ ਨੇ ਗੱਲ ਨਹੀਂ ਲਾਮਾ ਸਾਹਿਬ ਦੇ ਬਹੁਤ ਜ਼ਿਆਦਾ ਦਰਦ ਹੈ ਪੀੜਨ ਹੈ ਉਹ ਤੇ ਮੈਂ ਲਾਮਾ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਬਹੁਤ ਮੁਹੱਬਤ ਨਾਲ ਕਹੀ ਉਹਨਾਂ ਦਾ ਮਜ਼ਾਕ ਨਾ ਉਡਾਓ ਉਹ ਹਰ ਵਕਤ ਦਰਦ ਵਿੱਚ ਡੁੱਬੇ ਰਹਿੰਦੇ ਨੇ ਇਹ ਮੈਨੂੰ ਇਲਮ ਹੈ ਪੂਰੀ ਤਰ੍ਹਾਂ ਦਾ ਨਾ ਕਰੋ ਇਸ ਤਰ੍ਹਾਂ ਦੀ ਮੇਰੀ ਗੱਲ ਸੁਣੀਏ ਤੁਸੀਂ ਜਿਸ ਤਰ੍ਹਾਂ ਮੈਂ ਸਾਹਿਬ ਜਿਸ ਤਰ੍ਹਾਂ ਮੈਂ ਸਾਹਿਬ ਦੀ ਗੱਲ ਸਮਝ ਗਿਆ ਤੇ ਉਹ ਮੇਰੀ ਸਮਝ ਗਏ ਨੇ ਇਸ ਤਰ੍ਹਾਂ ਤੁਸੀਂ ਇਹ ਲਾਮਾ ਸਾਹਿਬ ਦੀ ਸਮਝਦੇ ਹੋ ਤੇ ਲਾਮਾ ਸਾਹਿਬ ਤੁਹਾਡੀ ਨਹੀਂ ਬਿਲਕੁਲ ਇੰਜ ਨਹੀਂ ਹੁਣੇ ਹੀ ਮੈਂ ਆਪਰੇਸ਼ਨ ਕੀਤਾ ਤੇ ਤੁਸੀਂ ਹੁਣ ਅਹਿਮਦ ਸਾਹਿਬ ਨਾਲੋਂ ਪਿਛਾਂਹ ਹਟ ਗਏ ਹੋ ਨਾ ਮੈਂ ਨਹੀਂ ਹਟਿਆ ਮੈਂ ਸਾਹਿਬ ਦੀ ਗੱਲ ਅੱਛਾ ਉਹੀ ਕਹਿ ਰਹੇ ਹੋ ਇਹ ਮਸੀਹ ਦਾ ਮਤਲਬ ਉਹ ਮਸੀਹ ਪਾਕ ਹੀ ਨੇ ਨਹੀਂ ਮੈਂ ਉਹ ਗੱਲ ਨਹੀਂ ਨਾ ਸੁਣੀ ਅਹਿਮਦ ਸਾਹਿਬ ਦੇ ਮੂੰਹ ਚੋਂ ਅਹਿਮਦ ਸਾਹਿਬ ਤੁਸੀਂ ਹੁਣ ਜ਼ਰਾ ਸਮਝਾਓ ਮੈਨੂੰ ਅੱਛੀ ਤਰ੍ਹਾਂ ਇਹ ਇਹਨਾਂ ਨੂੰ ਕਿਹਾ ਕਿ ਤੁਸੀਂ ਪੜੋ 5 ਦੀ 72 ਉਹਨੂੰ ਛੱਡ ਕੇ ਇਹਨਾਂ ਨੇ ਪੜ੍ਹਨੀ ਸੀ ਪੂਰੀ ਪੜ੍ਹੀ ਨਹੀਂ ਹਾਲੇ ਤੱਕ ਵੀ ਇਹਨਾਂ ਨੇ ਇਹ ਤੇ ਗੱਲਾਂ ਚੰਗੀਆਂ ਨਹੀਂ ਨਾ ਸੈਣੀ ਸਾਹਿਬ ਤੁਸੀਂ ਪੜੋ 5 ਦੀ 72 ਨਹੀਂ ਆਇਤ ਪੜੋ ਤੁਸੀਂ ਮਸੀਹ ਦੇ ਲਫ਼ਜ਼ ਨੂੰ ਤੇ ਹੱਲ ਕਰ ਲਈਏ ਫਿਰ ਆਇਤ ਤੇ ਮੈਂ 10 ਵਾਰੀ ਪੜ੍ਹ ਦਿਆਂਗਾ ਉਹਦੇ ਨਾਲ ਕੀ ਫਰਕ ਪੈਂਦਾ ਹੈ ਉਹਦੇ ਗੱਲ ਲਫ਼ਜ਼ ਮਸੀਹ ਦੇ ਉੱਤੇ ਅੜੀ ਹੈ ਕਿ ਇਹ ਮਸੀਹ ਜਿਹੜਾ ਹੈ ਇਹ ਮਸੀਹ ਪਾਕ ਨੇ ਨੌਜ਼ ਬਿल्ला ਜਾਂ ਇਹ ਮਸੀਹ ਬੁਰਾਈ ਦਾ ਨਾਂ ਹੈ ਇਹ ਪਹਿਲੇ ਪੜੋ ਆਇਤ 572 ਤੇ ਉਸ ਤੋਂ ਬਾਅਦ ਉਹ ਪਤਾ ਲੱਗੇਗਾ ਕਿ ਇਹ ਕੀ ਇਹਦਾ 572 ਨਾਲ ਕੋਈ ਤਾਲੁਕ ਨਹੀਂ 572 ਵਿੱਚ ਲਫ਼ਜ਼ ਆਇਆ ਹੀ ਨਹੀਂ ਅੱਛਾ 573 ਪੜ੍ਹ ਲਓ ਇਹਨੂੰ ਤੇ ਪੜ੍ਹ ਲਓ ਹਸੈਨੀ ਸਾਹਿਬ ਇਹਨੂੰ ਪਹਿਲੇ ਪੂਰਾ ਤੇ ਪੜ੍ਹ ਲਓ ਖੁਦਾ ਦਾ ਵਾਸਤਾ ਜੀ ਇਹਨੂੰ ਕਿਹਨੂੰ ਪੂਰਾ ਪੜ੍ਹਾਂ 572 ਨੂੰ 572 ਹੈਲੋ ਸੁਣੋ 558 ਨੂੰ ਤੇ ਪੂਰਾ ਕਰ ਲਓ ਸੁਣੋ 572 ਕਦੇ ਚੁੱਪ ਨਹੀਂ ਹੋ ਜਾਏ ਚੁੱਪ ਨਾ ਹੋਇਆ ਮੈਂ ਤੇ ਨਹੀਂ ਪੜ੍ਹ ਸਕਦਾ ਇਹ ਜਿਹੜੀ ਤੁਸੀਂ ਤਕਰੀਰ ਕਰ ਰਹੇ ਹੋ ਉਹਦੇ ਚ ਨਹੀਂ ਪੜਿਆ ਜਾ ਸਕਦਾ ਮੈਨੂੰ ਕਹਿੰਦੇ ਹੋ ਪੜ੍ਹ ਕੇ ਨਾਲ ਤਕਰੀਰ ਸ਼ੁਰੂ ਕਰ ਦਿੰਦੇ ਹੋ ਤੁਸੀਂ ਮੌਮਨ ਨੂੰ ਤੇ ਨਾ ਛੱਡੋ ਪੜ੍ਹ ਤੇ ਨਾਲ ਆਪਣੀ ਜਿਹੜਾ ਲਾਊਡ ਸਪੀਕਰ ਖੋਲ ਦਿੰਦੇ ਹੋ ਪੜ੍ਹ ਸਕਦਾ ਉਹਦੇ ਚ ਜਦ ਤੱਕ ਤੁਸੀਂ ਕੀਪ ਕੁਆਇਟ ਨਾ ਹੋਵੋਗੇ ਤੇ ਪੜ੍ਹ ਕੋਈ ਬੰਦਾ ਵੀ ਨਹੀਂ ਪੜ੍ਹ ਸਕਦਾ ਜੇ ਤੁਸੀਂ ਵਾਕਈ ਚਾਹੁੰਦੇ ਹੋ ਮੈਂ ਪੜ੍ਹਾਂ ਤੇ ਆਪਣੇ ਮੂੰਹ ਨੂੰ ਬੰਦ ਕਰੋ ਹੁਣ ਸੁਣੋ ਬੰਬਾਸਟਿਕ ਸਾਰਾ ਤੁਸੀਂ ਬੋਲਣਾ ਨਹੀਂ ਹੁਣ ਫਿਰ ਨਹੀਂ ਰਹਿ ਸਕੇ ਤੁਸੀਂ ਫਿਰ ਮੂੰਹ ਖੋਲਿਆ ਤੁਸੀਂ ਸੁਣੋ ਆਉਜ਼ ਬਿल्लाह मिनश शैतानिर रजीम लक़द कफ़र लज़ीना क़ालू इन्नल्लाह वल मसीह इब्न मरियम क़ालल मसीह या बनी इसराईल अब्दुल्लाह रब्बी व रब्बकुम इन्नहु मन युशरिक बिल्लाहि फ़क़द हर्रमल्लाहु अलैहिल जन्नता व मावाहुन नार व मा लिज़्ज़ालिमीन मिन अंसार अलबत्ता तहकीक जिन्हां लोगों ने कुफर किया ये वो लोग ने जिन्हों ने कहा कि इन अल्लाह वल मसीह इब्न मरियम कि मसीह इब्न मरियम जड़ा वो अल्लाह ताला है वकाल अल मसीह लेकिन मसीह ने कहा या बनी इसराइल अबुदुल्लाह रब्बी व रब्बकुम ए बनी इसराइल तुसी अल्लाह की इबादत करो जड़ा मेरा भी रब है ते तुहाडा भी रब है इन्नहु मैं युशरिक बिल्लाह है ਜਿਹੜਾ ਵੀ ਬੰਦਾ ਅੱਲਾਹ ਤਾਲਾ ਦੇ ਨਾਲ ਕਿਸੇ ਨੂੰ ਸ਼ਰੀਕ ਠਹਿਰਾਏ ਫਕਦ ਹਰਮ ਅੱਲਾਹੁ ਅਲੈਹਿਲ ਜੰਨਾ ਅੱਲਾਹ ਤਾਲਾ ਨੇ ਉਹਦੇ ਤੇ ਜੰਨਤ ਹਰਾਮ ਕਰ ਦਿੱਤੀ ਹੈ ਉਹ ਮਾਵਾਹੁ ਨਾਰ ਤੇ ਉਹਦਾ ਠਿਕਾਣਾ ਅੱਗ ਹੈ ਉਹ ਮਾ ਲਿਜ਼ਾਲਿਮੀਨ ਮਿਨ ਅੰਸਾਰ ਔਰ ਜ਼ਾਲਮਾਂ ਦਾ ਕੋਈ ਮਦਦਗਾਰ ਨਹੀਂ ਆਇਤ ਵੀ ਮੈਂ ਪੂਰੀ ਪੜ੍ਹ ਦਿੱਤੀ ਹੈ ਤਰਜਮਾ ਵੀ ਕਰ ਦਿੱਤਾ ਹੁਣ ਤੁਸੀਂ ਦੇਖ ਲਓ ਇਹਦੇ ਵਿੱਚ ਅੱਲਾਹ ਤਾਲਾ ਦੱਸ ਰਿਹਾ ਹੈ کہ یہ البتہ یقیناً کفر کیا ان لوگوں نے جنہوں نے کہا تو اللہ تعالیٰ انہوں نے کفر دا کلمہ کفر دی گواہی دے رہا ہے ٹھیک ہو گیا کہ نہیں ہے ہو گیا انہوں نے اللہ کا شریک بنایا نا تو کلمہ ہاں جی انہوں نے شریک بنایا کفر ہو گیا اور تسی 9 دی 30 کٹ لو 9 دی 30 کٹو جی اچھا جی 9 ਦੀ 30 ਕੱਢੋ ਅੱਗੇ ਵੀ ਚੱਲੋ ਹਾਲਾਂਕਿ ਤੁਸੀਂ ਜਿਹੜਾ ਮੌਮਨ ਜਿਹੜੀ ਹੈ ਪੂਰੀ ਨਹੀਂ ਪੜੀ ਫਿਰ ਵੀ ਲੇਕਿਨ ਕੋਈ ਬਾਤ ਨਹੀਂ ਅਹਿਮਦ ਸਾਹਿਬ ਤੁਸੀਂ ਆਇਤਾਂ ਲਈ ਆਓ ਕੱਢੀ ਆਓ 9 ਦੀ 30 ਦਾ ਕੱਢੋ ਉੱਥੇ ਦੇਖੋ ਅੱਲਾਹ ਵੀ ਉੱਥੇ ਵੀ ਕਲਮਾ ਕੁਫਰ ਦੀ ਗੱਲ ਕਰ ਰਿਹਾ ਇਹ ਪੜ ਲਈਏ ਤੇ ਅਗਲੀ ਪੜ ਲਓ ਤੇ ਅਗਲੀ ਪੜ ਲਓ ਮੈਂ ਸਾਹਿਬ ਕੁਰਾਨ ਪੜਿਆ ਜਾ ਰਿਹਾ ਫਿਰ ਵੀ ਬੱਚੇ ਤੇ ਮੈਂਟਲ ਕੇਸ ਇਤਖਜ਼ੂ ਅਹਬਾਰਹੁਮ व रुहबानहुम अरबाबम मिन दूनिल्लाह वल मसीह अपना 9 ਦੀ 30 ਪੜਨੀ ਤੁਸੀਂ 9 ਦੀ 30 ਤੇ ਪੜਨੇ ਹੋਰ ਕੀ ਪੜਨੇ ਵਕਾਲਤ ਅਲ ਯਹੂਦ ਉਹ ਤੇ 30 ਨਹੀਂ ਹੈ ਉਹ 29 ਹੈ ਬਿਸਮਿਲ੍ਲਾ
ਪਾ ਕੇ 30 ਬਣ ਜਾਂਦੀ ਨਾ। ਨਹੀਂ ਬਿਸਮਿਲ੍ਲਾ ਪਾ ਕੇ ਕਿੱਥੇ, ਤੌਬਾ ਦੀ 30 ਨੰਬਰ ਹੈ, ਵਕਾਲਤ ਅਲ ਯਹੂਦ। ਅਗਰ ਬਿਸਮਿਲ੍ਲਾ ਪਾ ਕੇ ਦੇਖੋ ਤੇ ਫਿਰ ਕਾਲਤ ਨਹੀਂ, ਪਾ ਕੇ ਨਹੀਂ ਹੈ, ਪਾ ਕੇ ਹੈ ਨਹੀਂ। ਠੀਕ ਹੈ ਇਹਦੇ ਤੇ ਬਿਸਮਿਲ੍ਲਾ ਨਹੀਂ ہے، چلو توبہ ہے نا، توبہ ٹھیک ہے قالت اليہود والنصارى، قالت اليہود عزیز ابن اللہ ہے، وقالت النصارى مسیح ابن اللہ، المسیح ہاں جی المسیح نہیں ہے، نصارى المسیح ابن اللہ، ذالک قولہم بافواہہم یضاہرون قول الذین کفروا من قبل قاتلہم اللہ انا یؤفکون۔ کلمہ کفر ہے کہ نہیں ہے؟ ہاں جی کلمہ کفر ہے کہ نہیں ہے؟ پتہ نہیں، اتنے کوئی کلمہ نہیں لکھیا۔ کیوں؟ اللہ کہہ رہے ہے کہ وہ اللہ دا عزیز نو اللہ دا بیٹا بنا رہے نے، تسی اللہ دا بیٹا بنتے ہو؟ تانوں نہیں پتا کہ کلمہ کفر ہے، حق دی گواہی دینی نہیں آندی تانوں کہ تھلے بیٹھا ہے اللہ خریدا جا سکتا ہے، نعوذ باللہ من ذالک۔ حق دی گواہی نہیں دین گے تے اللہ ایہی دوکی کہن گے۔ احمد بھائی تانوں میں ٹیلی فون نمبر دینا وا، ظہیر احمد تھلے موجود، انہاں دے نال کریا کرو، ساری آیتاں انہاں نوں دسیا کرو، او صحیح کر دیں گے تہاڈی آیتاں۔ واہ بھائی واہ، محمد صاحب علم دی گل ہو رہی ہے، نہیں ہو رہی اللہ دی آیت ہے۔ اللہ کہہ رہا ہے کہ یہودی کہندے نے کہ عزیز ابن اللہ ہے، تسی مندے ہو کہ اللہ دا بیٹا ہے؟ سوال ہے وے کالا چور تھلے بیٹھ کے جو مرضی کہندا رہے، میری حسینی صاحب نال گل ہو رہی ہے نا، حسینی صاحب دی گواہی دین کہ کلمہ کفر میں تانوں کہہ رہا حسینی صاحب بندے نے جی ٹھیک ہے، اس معاملے میں ظہیر احمد ٹھیک ہے، گل نہیں ہو رہی کسی دے ٹھیک ہوندی، کسی دے ٹھیک ہوندی غلط ہوندی، گل نہیں ہو رہی۔ سنو احمد صاحب، کوئی آیت اگلی دس دو، پہلا اپنا مدعا بیان کرو، تسی منانا کی چاہندے ہو؟ جو اللہ کہہ رہا ہے اسی اوتھے انہوں سر تسلیم خم کر رہے ہیں بس۔ کی قصور ہے کہ انہوں نے کدوں کہا کہ تہاڈی گل مینوں کوئی اعتراض ہے؟ تو میں پوچھیا نا، وہ کہندے مینوں نہیں پتا۔ نہیں پتا تو بھائی محمد حسین صاحب تانوں کی اعتراض ہے اگر وہ قرآن پاک سکھانا چاہندے نے؟ نہیں ایتھے اگر اللہ کہہ رہے ہیں وہ کہندے نے مینوں نہیں پتا۔ میں کہہ رہا ظہیر احمد صاحب دے نال جا کے سیکھ لو، وہ بھی پروفیشنل۔ او جناب میری گل حسینی صاحب نال ہو رہی ہے۔ محمد حسین صاحب دو بندیاں دے نام دسو، ایک دے نہیں، ناصر صاحب یہ نہیں صحیح بندے تہاڈے واسطے، یعنی تسی ایتھوں پڑھ کے تے اودی گواہی نہیں دیو۔ میرا پوائنٹ لے لو، چلو اگلی پڑھ لو، دوسرے کی جو مل بیٹھیں گے جی عوان صاحب کرو گل، یقین کرو جی عوام صاحب کرو کوئی گل کرو۔ احمد صاحب تہاڈا مقدمہ لمبا ہے، تسی پھر کرتے رہنا۔ نہیں 31 چپ کر جاؤ بھائی، چپ کر جاؤ، دو دن ہو گئے نے انہوں نے 8 آیتاں نہیں پڑھ کے دتیاں یار، آیتاں پڑھو، قرآن پڑھنا، 8 آیتاں نہیں انہوں نے پڑھ کے دتیاں، سارا دن بڑھاٹ لا کے بیٹھے رہندے نے۔ یار تسی یہ تفسیر کیوں نہیں خریدتے کسی کوئی نہیں تفسیر نہیں کرتا کوئی قرآن دی، کوئی تفسیر نہیں کرتا محمد حسین صاحب، قرآن تفسیر کرتا ہے۔ تو تسی حسینی صاحب دی تفسیر کیوں لینی ہے؟ تسی سچ دی گواہی دیو، جو لکھیا او تسی اودی گواہی دیو۔ او یار دے دیا گے کہ تسی تیرے چاہ تفسیر محمد حسین صاحب محمد حسین صاحب حق کی گواہی دیں آپ سب مل کے۔ چلو جی پڑھو جی، پڑھو جی، پڑھو اسلام 360 جی حسینی صاحب 31 پڑھو، اگلی آیت پڑھو، سونی صاحب 31 پڑھو۔ سونی صاحب دے کمنٹ بھی پڑھ دیا کرو کدے کدے۔ ہاں وہ کہہ رہے ہیں کہ پاگل کیس سے کیسے جان چھڑائی جا سکتی؟ وہی کہہ رہے ہیں نا، پاگل کیس نہیں ہے، لوگوں نے پاگل کیا، پاگل اور لیس سے کیسے جان چھڑائی جا سکتی؟ لوگوں نے پاگل کہنا ہی ہے، حسینی صاحب کو ڈارے پاگل نہ کہہ دے۔ احمد بھائی انہوں نے آیتوں کو پڑھنی کوئی نہیں ہے۔ احمد بھائی خاموش بھی ہو جایا کرو، 31 پڑھو، میں خاموش ہو جانا، 31 پڑھو، 31 پڑھو، 31 نمبر پڑھو جی، 31 نمبر یار پیسی کا ٹیر جو اسلام 360 ایک ایپ کا نام ہے، اور نام لکھو تھے اسلام 360،
ਉਹਦੇ ਵਿੱਚ ਪਾਓਗੇ ਨਾ ਜਿਹੜੇ ਵੀ ਆਏ ਤੁਸੀਂ 72 ਪਾ ਲਓ 9 ਦੀ 30 ਪਾ ਲਓ ਕਿਤਾਬ ਅੱਲਾ ਨੇ ਦਿੱਤੀ ਹੈ ਸੁਣੋ ਮੇਰੀ ਗੱਲ ਸੁਣੋ ਪਹਿਲੇ ਨਹੀਂ ਦਿੱਤਾ ਮੇਰੀ ਗੱਲ ਯਾਰ ਮੁਹੰਮਦ ਹਸਨ ਸਾਹਿਬ 31 ਨੰਬਰ ਪੜ੍ਹ ਲੈਂਦੇ ਹੋ ਯਾਰ पढ़ने यार जो कती पढ़ो कती अहमद साहब नोट करो इस्लाम 360 IS एंड्रॉइड पे भी है मेरे को 4 और भी मौजूद हैं यार सुन फिक्र ना करो 4 और भी मौजूद हैं मेरे को सारा कुछ ही पता उन्होंने ਤੁਸੀਂ ਜੁਮਾ ਚਾਰ ਤੁਸੀਂ ਦੇਖਿਆ ਤੁਸੀਂ इस्लाम 360 कर रही है डाउनलोड कुरान दे दुश्मनी मत करो कुरान दी गल्लां मेरी गल सुनो कुरान सुनो कुरान कुरान सबसे आला कुरान सबसे प्यारा जमाले हुस्न कुरान नूर जाने हर मुसलमान कुरान शरीफ ने ये नहीं सिखाया थानू गल सुनी दी हुंदी है किसी दी नहीं वो नहीं कहना क्या जब कुरान की बात हो रही कुरान जो है अदल और हकम है उसकी बात पहले बेसिक साहब ना करो उसको गल कर लेंदे जरा अच्छा ओ इस्लाम 360 ਦੇ स्पेलिंग ने ISLAM ਤੁਹਾਨੂੰ ਉਹਨਾਂ ਦੀ ਗੱਲ ਪਸੰਦ ਨਹੀਂ ਆਈ ਬੰਬਾਸਟਿਕ ਸਾਹਿਬ ਦੀ ਉਹਨਾਂ ਨੇ ਮੇਰੀ ਗੱਲ ਤਾਂ ਨਹੀਂ ਪਸੰਦ ਆਂਦੀ ਕਿਸੇ ਨੂੰ ਯਾਰ ਇਹ ਬੰਦਾ ਗੱਲ ਸੁਣਦਾ ਕਿਸੇ ਦੀ ਕਿ ਨਹੀਂ ਸੁਣਦਾ ਇਹ ਵਾਕਈ ਸਲੇਸ਼ ਹੈ ਤੁਹਾਡੇ ਕੋਲੋਂ ਨਹੀਂ ਸਿੱਖਣਾ ਮੈਂ ਅੱਲਾਹ ਕੋਲੋਂ ਸਿੱਖਣਾ ਅੱਲਾਹ ਕੋਲੋਂ ਤੁਸੀਂ ਸੁਣਨ ਰੱਖਿਆ ਕਿ ਨਹੀਂ ਰੱਖਿਆ ਤੁਹਾਡੇ ਕਾਗਜ਼ਾਂ 'ਚ ਸੁਣਨ ਹੈ ਕਿ ਨਹੀਂ ਹੈ ਨਹੀਂ मोहम्मद हसन साहब गल सुनो दीन मुकम्मल हो गया है और दीन मुकम्मल जेड़ा वो कुरान है असि कुरान पढ़ांगे क्योंकि दीन मुकम्मल हो गया गल कर लेंदे हो भाई साहब गल सुनो भाई साहब गल सुनो मेरी गल हुन टोक्यो ना विच बिल्कुल ना टोक्यो मैनू गल मुकम्मल कर लेंदे हो एक ऐप है ओदा नाम है इस्लाम 360 ISLAM 360 एंड्रॉइड ते भी मौजूद है ते ऐप स्टोर ते भी मौजूद है ओनू डाउनलोड करो ਜਿਹੜੀ ਆਇਤ 5 ਦੀ 72 ਪਾ ਲਓ 9 ਦੀ 30 ਪਾ ਲਓ 11 ਦੀ 25 ਪਾ ਲਓ ਵਿੱਚ ਉਹਦੇ ਉਹ ਬੜੀ ਬਿਹਤਰੀਨ ਆਇਤ ਵੀ ਕੱਢਦਾ ਤੇ ਥੱਲੇ 6-7 ਤਫਸੀਰਾਂ ਕੱਢਦਾ ਉਹ ਤਫਸੀਰਾਂ ਸਾਰੀਆਂ ਪੜੋ ਜਿਹੜੀ ਤਫਸੀਰ ਪਸੰਦ ਆਂਦੀ ਹੈ ਲੈ ਲਓ ਜਿਹੜੀ ਨਹੀਂ ਪਸੰਦ ਆਂਦੀ ਉਹ ਬੰਦਾ ਵੇਖੋ ਕਿਹੜੇ ਬੰਦੇ ਨੇ ਲਿਖੀ ਹੈ ਉਹਦੇ ਫਾਲੋਅਰ ਨੂੰ ਫੋਨ ਕਰਕੇ ਉਹਦੇ ਨਾਲ ਲੜੋ ਉਹਦੇ ਨਾਲ ਜੇ ਫੇਰ ਵੀ ਠੀਕ ਨਹੀਂ ਹੁੰਦਾ ਤੇ ਜ਼ਹੀਰ ਅਹਿਮਦ ਸਾਹਿਬ ਦਾ ਟੈਲੀਫੋਨ ਨੰਬਰ ਤੁਹਾਨੂੰ ਮੈਂ ਮੈਸੇਜ ਕਰ ਦੇਣਾ ਇਹਨਾਂ ਦੇ ਨਾਲ ਰਾਬਤਾ ਕਰੋ ਅਫਾਤਾ ਹੋਏਗਾ ਜਜ਼ਾਕੱਲਾ ਤੇ ਹੁਣ ਆਪਣਾ ਅਹਿਮਦ ਸਾਹਿਬ ਤੁਸੀਂ ਇਹਨਾਂ ਦੇ ਜਵਾਬ ਦੇ ਲੈਂਦੇ ਹੋ ਅਹਿਮਦ ਸਾਹਿਬ ਤੁਹਾਨੂੰ ਐਨੇ ਵੱਡੇ ਬੰਦਿਆਂ ਦੀ ਲੜਨ ਦੀ ਜ਼ਰੂਰਤ ਨਹੀਂ ਇਹ ਹੁਸੈਨੀ ਸਾਹਿਬ ਸਾਰੇ ਫਿਰਕਿਆਂ ਨੂੰ ਰਿਪਰੈਜ਼ੈਂਟ ਕਰੇ ਇਕੱਲੇ ਬੰਦੇ ਨੂੰ ਫੜ ਲਓ बड़ी अच्छी गल है मेरे भाई ने की झूठ बोलता मोहम्मद हसन इतना तफसीरा कराओ जुम्मा 4 दिन ऐप पे कुरान कौर पे सैनी साहब का कोई फिरका नहीं सैनी साहब का कोई फिरका नहीं समझ नहीं आंदा ये ते अल्लाह दी देन है जेड़ा ते अमल करेगा उन्हें अल्लाह सिखाएगा अल्लाह कुरान खलकल इंसान अतमल बयान ਹੁਣ ਇੱਥੇ ਜਿਹੜੇ ਹੁਸੈਨੀ ਸਾਹਿਬ ਸਾਰਾ ਦਿਨ ਬੈਠ ਕੇ ਜਾਨ ਕਿਸ ਤਰ੍ਹਾਂ ਛੱਡਦੇ ਹੋ ਨਹੀਂ ਜਾਨ ਕਾਦੀ ਛੱਡਣੀ ਅੱਲਾ ਛੱਡੇਗਾ ਤੁਹਾਡੀ ਜਾਨ ਜਦੋਂ ਕਰੇਗਾ ਸਾਨੂੰ ਕਾਦੀ ਸਜ਼ਾ ਦਿੱਤੀ ਜੇ ये वो लोग हैं अहमद साहब मुकम्मल नहीं गल समझ कोई नहीं आउंदी अहमद साहब खोल लो खोल लो अल्लाह ये वो लोग हैं जिनके मतलब अल्लाह कहता है कि कुरान में कि अल्लाह ताला इनको कहेगा कि अपनी जाने अभी निकालो बाहर बेशक हाँ ये वो मुनाफिक हैं जो कुरान नहीं सुनते ज़हीर साहब दा नंबर लो सही बात कर रहे हैं नासिर भाई आंदे ने अल्लाह ताला मुआफ फरमाए लो जी अल्लाह मैनू भी माफ करे मैं इन्हां दे विच बैठा हां बड़े शैतान नाज़िल हो रहे हैं बहुत मैं भी बड़ी मुश्किल नाल इत्थे आना चले ले आ जाओ फिर तुसी अच्छा वो अपना कादली आयत पढ़नी है सी हाले हुसैनी साहब ने मोहम्मद भी आयत पूरी नहीं पढ़ी हुन अगली 31 यार तले ला देना मोहम्मद हुसैन साहब की देखो कुरान दी गल ही नहीं सुनदे अल्लाह ताला मुआफ फरमाए तौबा चलो लाओ उस परे करो ना जी बंबास्टर साहब दा जरफ ऐसा नहीं है पढ़ के सुनाओ ते ਅਸੀਂ ਸੁਣਨੇ ਆ मैं की सुनावा ਮੈਨੂੰ पूछो जोड़ा जेडी आयत कहंदे ने ਕੱਢ ਲਓ ਨਾ ਜ਼ਰਾ ਕੁਰਾਨ ਸ਼ਰੀਫ ਚੋਂ ਤੇ ਪੜ੍ਹ ਨਾ ਮੈਂ ਘਰੋਂ ਬਾਹਰ ਨਾ ਮੈਂ ਹੁਣ ਕਿਵੇਂ ਕੱਢਾਂ हुसैनी साहब ਤੁਸੀਂ ਕੱਢੀ ਹੋਈ ਏ ਤੇ ਪੜ੍ਹ ਲਓ ਜ਼ਰਾ ਮਾਸ਼ਾਅੱਲਾ ਉਹ ਤੁਹਾਡਾ ਫਿਰਕਾ ਕੋਈ ਨਹੀਂ ਤੁਸੀਂ ਸਾਰੇ ਫਿਰਕਿਆਂ ਦਾ ਮੰਮਾ ਹੁਸੈਨੀ ਸਾਹਿਬ ਸਾਰੀ ਤਫਸੀਰਾਂ ਹਾਂ ਪੜੋ 29 ਪੜੋ अदीमा बात साहब की कहंदे हो गल करो ਉਹ ਕੁਝ ਨਹੀਂ ਕਹਿੰਦੇ ਉਹ ਬਸ ਚੁੱਪ ਨੇ ਉਹ ਕਹਿੰਦੇ ਨੇ ਕੁਰਾਨ ਮਜੀਦ ਪੜੋ ਜੀ ਗੱਲ ਕਰਨੀ ਸੀ जी करो गल करो गल करो ਤੁਸੀਂ ਗੱਲ ਕਰੋ ਸ਼ੋ ਚੱਲ ਰਹੀ ਸੀ ਹਾਂਜੀ ਉਹ ਜਿਹੜੀ ਤੁਸੀਂ ਪੜ੍ਹਦੇ ਸੀ ਨਾ ਆਪਣੇ ਇਮਾਮ ਸਾਹਿਬ ਹੀ ਸੈਂਸਰ ਸਾਹਿਬ ਉਹ ਜ਼ਾਹਿਰ ਮੁਖਾਲਫ ਦੀ ਤਹਿਰੀਰ ਮਿਰਜ਼ਾ ਸਾਹਿਬ ਦੀ ਫਿਰ ਤੁਸੀਂ ਉਹ ਗੱਲ ਕੀਤੀ ਵੀ ਉਹ ਯਹੀ ਕਿ ਮੁਖਤਾਰ ਸਾਹਿਬ ਜਿਹੜੇ ਨੇ ਉਹਨਾਂ ਨੇ ਸਵਾਲ ਕੀਤਾ
ਨਾਸਰ ਸਾਹਿਬ ਕਿ ਤੁਸੀਂ ਉਹਨਾਂ ਨੂੰ ਨਬੀ ਮੰਨਦੇ ਹੋ, ਤੇ ਉਹਨਾਂ ਨੇ ਜਵਾਬ ਦਿੱਤਾ ਕਿ ਡੂ ਯੂ ਬਲੀਵ ਮਿਰਜ਼ਾ ਗੁਲਾਮ ਕਾਦੀਆਨੀ ਐਜ਼ ਪ੍ਰੋਫਿਟ। ਉਹਨੇ ਕਿਹਾ ਨੋ। ਜੀ ਉਹਨਾਂ ਨੇ ਜਵਾਬ ਦਿੱਤਾ ਕਿ ਨੋ। ਜੀ ਫਿਰ ਉਹਨਾਂ ਨੇ ਉਰਦੂ ਚ ਪੁੱਛਿਆ। ਹਾਂ ਜੀ, ਉਹਨਾਂ ਨੇ ਮੈਂ ਤੇ ਇਨਕਾਰ ਹੀ ਜਵਾਬ ਦਿੱਤਾ ਜੀ। ਤੇ ਮੈਂ ਇਹ ਕਹਿਣਾ ਉਤੋਂ ਇਹ ਇੱਕ ਗੱਲ ਹੋਰ ਹੈ ਕਿ ਮਿਰਜ਼ਾ ਸਾਹਿਬ ਨਾਸਰ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਕਿ ਮੈਂ ਉਦੋਂ ਜਿਹੜੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਉਹ ਮੈਂ ਇਲਹਾਮ ਹੋ ਰਿਹਾ ਸੀ ਮੇਰੇ ਤੇ। ਅੱਛਾ, ਅੱਲਾਹ ਦੀ ਤਰਫੋਂ ਮੈਨੂੰ ਜਵਾਬ ਆ ਰਿਹਾ ਸੀ। ਉਹਨਾਂ ਨੇ ਕਿਹਾ ਜਾਂ ਉਹਨਾਂ ਦੇ ਬੇਟੇ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨਾਲ ਮਨਸੂਬ ਕਰਕੇ ਕਿ ਉਹ ਕਹਿੰਦੇ ਕਿ ਮੈਨੂੰ ਅੱਲਾਹ ਤਾਲਾ ਬਾਰ-ਬਾਰ ਇਲਹਾਮ ਕਰਦਾ ਹੈ। ਜੀ ਠੀਕ ਹੈ ਜੀ ਹਾਂ ਜੀ, ਉਹ ਮਤਲਬ ਉਹਨਾਂ ਦੀ ਤਰਫੋਂ ਹੀ ਆਈ ਨਹੀਂ ਇਹ ਗੱਲ। ਹਾਂਜੀ ਕਿ ਅੱਲਾਹ ਦੀ ਤਰਫੋਂ ਆਉਂਦੇ ਸਨ ਜਵਾਬ, ਤੇ ਮੈਂ ਉਹੀ ਜਵਾਬ ਜਿਹੜੇ ਦਿੰਦਾ ਸਾਂ। ਤੇ ਮੈਨੂੰ ਤੇ ਇਹ ਲੱਗਦਾ ਜੀ ਸਨੀ ਸਾਹਿਬ ਕਿ ਉਹ ਜਿਹੜਾ ਇਹਨਾਂ ਨੇ ਨਾਸਰ ਸਾਹਿਬ ਨੇ ਜਵਾਬ ਦਿੱਤਾ ਨਾ ਜੀ, ਮੈਂ ਨਹੀਂ ਇਨਕਾਰ ਕੀਤਾ, ਤੇ ਉਹਨਾਂ ਨੇ ਜਿਹੜੀ ਤਹਿਰੀਰ ਹੈ ਮਿਰਜ਼ਾ ਸਾਹਿਬ ਦੀ ਜਾਹਿਲ ਮੁਖਾਲਫਤ, ਇਹ ਜਿਹੜਾ ਜਵਾਬ ਹੈ ਨਾ ਜੀ, ਇਹ ਬਿਲਕੁਲ ਹਕੀਕੀ ਤੌਰ ਤੇ ਉਹਨਾਂ ਨੇ ਸਹੀ ਜਵਾਬ ਦਿੱਤਾ ਮੇਰੇ ਮੁਤਾਬਕ। ਠੀਕ ਹੈ, ਆ ਗਈ ਉਸ ਤਹਿਰੀਰ ਦੇ ਰੂਹ ਦੇ ਮੁਤਾਬਕ ਜਿਹੜਾ ਨਾ ਜਵਾਬ ਦਿੱਤਾ ਗਿਆ। ਠੀਕ ਹੈ, ਮੈਂ ਤੇ ਆਖਰੀ ਸਫੇ ਦੀ ਰੂਹ ਦੇ ਮੁਤਾਬਕ ਉਹਨਾਂ ਨੇ ਜਵਾਬ ਦਿੱਤਾ, ਜਿਹਦੇ ਚ ਉਹ ਇਲਜ਼ਾਮ ਲਗਾਉਣ ਵਾਲਿਆਂ ਚ ਨਹੀਂ ਬਣੇ, ਜਾਇਲ ਮੁਖਾਲਫ ਨਹੀਂ ਬਣੇ, ਬਲਕਿ ਜਿਹੜਾ ਮਿਰਜ਼ਾ ਸਾਹਿਬ ਨੇ ਕਿਹਾ ਕਿ ਜਿਹੜੇ ਲੋਕ ਮੇਰੇ ਤੇ ਇਲਜ਼ਾਮ ਲਗਾਉਂਦੇ ਨੇ ਮੇਰੀ ਨਿਸਬਤ ਕੇ ਗੋਇਆ ਮੈਂ ਨਬੀ ਔਰ ਰਸੂਲ ਹੋਣ ਦਾ ਦਾਵਾ ਕੀਤਾ ਹੈ, ਮੇਰਾ ਐਸਾ ਕੋਈ ਦਾਵਾ ਨਹੀਂ। ਤੇ ਉਹ ਅਗਰ ਉਹ ਕਹਿ ਦਿੰਦੇ ਨਾ ਕਿ ਹਾਂ ਹੈ ਨੇ, ਤੇ ਫਿਰ ਉਹਨਾਂ ਦਾ ਸ਼ੁਮਾਰ ਜਾਇਲ ਮੁਖਾਲਫ ਸ਼ਾਮਲ ਹੋ ਜਾਣੇ ਜੀ। ਤੇ ਉਹ ਉਹਦੇ ਚੋਂ ਨਿਕਲ ਕੇ ਬੜੀ ਹੁਸ਼ਿਆਰੀ ਨਾਲ, ਬੰਦੇ ਸਮਝਦਾਰ ਹੈ, ਤੇ ਉਹਨਾਂ ਇਹ ਖਿਆਲ ਕੀਤਾ ਕਿ ਦਾਦਾ ਜਾਨ ਨੇ ਗੱਲ ਕਹੀ ਹੈ ਤੇ ਅਸਾਂ ਇਹਦੇ ਚ ਨਹੀਂ ਆਉਣਾ, ਤੇ ਉਹ ਉਹਦੇ ਚੋਂ ਸਾਫ਼ ਬਾਹਰ ਨਿਕਲ ਗਏ ਜੀ। ਉਹਨਾਂ ਨੂੰ ਜਿਹੜੇ ਨੇ ਉਹ ਸੀ ਖਲੀਫਾ, ਉਹ ਮਿਰਜ਼ਾ ਸਾਹਿਬ ਦੀਆਂ ਤਹਿਰੀਰਾਂ ਨੂੰ ਜਿੰਨਾ ਉਹ ਸਮਝਦੇ ਨੇ, ਮੇਰੇ ਖਿਆਲ ਦੂਸਰੇ ਬੰਦੇ ਨਹੀਂ ਸਮਝ ਸਕਦੇ। ਬੇਸ਼ੱਕ। ਚਲੋ ਤੁਹਾਡੀ ਛੋਟੀ ਜਿਹੀ ਗੱਲ ਆ, ਉਹਨਾਂ ਨੇ ਉਸ ਤਹਿਰੀਰਾਂ ਦੇ ਮੁਤਾਬਕ ਜਵਾਬ ਦਿੱਤਾ। ਠੀਕ ਹੈ, ਗੱਲ ਆ ਗਈ ਤੁਹਾਡੀ ਛੋਟੀ ਜਿਹੀ ਗੱਲ ਆ गई है। ठीक है, हाँ जी। और वैसे भी यह गल है कि उन्होंने ये जवाब उस मंतक के मुताबिक दिया है कि जब हम ना कहते हैं तो उसे चुप नहीं ना करते, और रोया या बख्तियार ने किया, उन्हें कहा चलो मैं उर्दू च पूछना। अगर हम ना कर दें तो जो जाहिल मुखालिफ हैं वो कभी चुप नहीं करते, वो फिर आगे के आगे चलते जाते हैं। तो मिर्जा नासिर अहमद अय्यदुल्लाह ताला बिन नसर अल-वज़ीर रहमहुल्लाह को पता था इस बात का कि इन्होंने चुप नहीं आगे करना, इन्होंने अगला सवाल पूछना ही पूछना है। तो इससे ज़ाहिर होता है कि वाकई इल्हाम के जरिए ही वो बात कर रहे थे। क्यों जी अपना, चलो जी 9-12 केड़ी आयत पढ़नी है आप रहमत साहब? हाँ जी, वो मैंने पूछना था अदीम भाई, कल कोई फैसला हुआ है? मेरा ख्याल है आपका और 1926 बहुत गया मामला था ये नबूवत वाला। और 100 साल के बाद अब फिर ये बड़ा गर्म हो गया, बड़ा गर्म है। उनके जो बानी जमात है ना, जमात अहमदिया इस्लाह पसंद के, वो 6 खुतबे दे चुके हैं इस मामले के ऊपर। परसों जुमे नु दिता से सुने थे बैठ के सैनी साहब ने सुनाया। और जमात अहमदिया जिसको वो कादियान कहते हैं, और जमात लाहौर जो है वो जमात रवा कहती है, मतलब कि जमात अहमदिया आलमगीर, जिसमें कुछ खिलाफत ग्रुप भी कहते हैं। अच्छा, इधर भी ये मामला आजकल ज़ेरे बहस आया हुआ है, और वो सिर्फ ये टिकटॉक की वजह से। और टिकटॉक के ऊपर भी ये जितनी ब्रॉड्स है, हर ब्रॉड पे सुबह शाम ये मामला ज़ेरे बहस है कि यार ये जो कुछ लोग हैं ये नबी मानते हैं, और ये जो कहते हैं महज इस्तारा के रंग में, ये बात ठीक नहीं है। तो कल मेरी बात भी हुई हमारे फतेह इस्लाम भाई हैं एक, और राजा ताउल मनान साहब से,
تو اس کے اوپر میں نے ان کو یہ چیزیں جو مکتوب نمبر 1 ہے خاص طور پر میں بڑا اس کو عام سمجھتا ہوں، وہ اس میں ساری باتیں آ جاتی ہیں پہلے صفحے کے اوپر ہی، میں نے وہ پڑھ کے بتایا، صاحب کے نام ہے، ہاں جی میں نے وہ پڑھ کے بتایا، میں نے کہا جی نام تو آیا نبی اور رسول کا، لیکن آپ نے یہ یاد رکھنا ہے کہ مرزا صاحب نے وہ فوراً بتا دیا ہے کہ یہ محض استعارہ کے رنگ میں ہے، حقیقی معنوں پہ نہیں لینا۔ اور وہ شخص سخت غلطی کرتا ہے جو یہ سمجھتا ہے کہ میری مراد نبوت سے حقیقی نبوت ہے، وہ شخص سخت غلطی کرتا ہے۔ تو یہ حقیقی نبوت کا لفظ نہیں استعمال ہونا چاہیے۔ تو انہوں نے پوچھا کہ یہ جب میں نے پڑھ کے سنایا تو میرا اور ان کا اتفاق ہو گیا اس معاملے پہ، میں نے دوبارہ بھی پڑھ کے سنایا کہ محض استعارہ کے رنگ میں اور غیر کی لکھا ہوا تو میں غیر کی ہی بولنا ہے۔ تو فی الحال تو مطلب کہ انہوں نے کوئی اپوز زیادہ نہیں کیا، پہلے شروع میں لگا تھا کہ جیسے ہمارا موقف دور ہے، لیکن میں نے یہ 2 دفعہ پڑھا تو ایک دوست بولے وہاں پہ، انہوں نے کہا کہ یہ جو استعارہ والی بات آپ کر رہے ہو یہ تو ہم نے کبھی نہیں سنی، یہ بات نہ کرو۔ اچھا تو میں نے کہا اچھا کوئی مسئلہ نہیں، میں ابھی آپ کو سنا دیتا ہوں۔ تو میں نے پھر ان کو بتایا کہ بھائی یہ جو الفاظ ہیں یہ محض استعارہ کے رنگ میں ہے، یہ آپ نے یاد رکھنا ہے۔ تو وہ میرے خیال میں تھوڑا سا اردو ادب کو جانتے تھے، تو انہوں نے کہا آپ زور کیوں دے رہے ہو استعارہ پہ بار بار؟ تو میں نے کہا ذلی اور بروزی بھی دے لو، ذلی اور بروزی اور استعارہ اور غیر کی غیر مستقل کہو تو کوئی اختلاف ہے ہی نہیں ہے۔ تو وہ فتح اسلام بھائی نے پھر ایگری کیا اس پہ، انہوں نے کہا جی ہاں جی ٹھیک ہے، چلو یہ الحمدللہ ایگریمنٹ ہو گیا۔ ہاں جی یہ ساری گلاں بہت بہترین اور اچھیاں ہو گئی۔ اچھا میرے خیال میں کچھ فرق ہوگا سمجھ کا، وہ سمجھ ان کے مطابق شاید یہ لگا ہوگا کہ جو وہ پڑھے ہیں اور میں پڑھوں کوئی اختلاف ہے، نہیں اختلاف نہیں، مسیح موت کے الفاظ میں اگر رہیں تو کوئی اختلاف نہیں، بات واضح ہو جاتی، نہیں کوئی اختلاف نہیں ہے الحمدللہ۔ احمد صاحب انہوں کیڑی آیت پڑھنی ہے؟ وہ کنٹینیوز انہوں نے پڑھنی ہے، اگلی آیت ہے 31۔ چلو 31 پڑھو سینی صاحب۔ پڑھ کے محمد حسین صاحب ਉਹਨਾਂ ਚ ਤੇ ਕਾਫੀ ਤੁਹਾਡੀ ਦੁਰਗਤ ਬਣਾਈ ਗਈ ਹੈ, ਮੈਨੂੰ ਤੇ ਕਿਸੇ ਨੇ ਕੋਈ ਵੀਡੀਓ ਭੇਜੀ ਹੈ ਦੋ ਉੱਥੇ ਜਿੱਥੇ ਨਹੀਂ ਉਹ ਅਸਲ ਚ ਮਾਮਲਾ ਇਹ ਸੀ ਕਿ ਉਹਨਾਂ ਦੋਸਤਾਂ ਨੂੰ ਇਹ ਲੱਗਾ ਸੀ ਕਿ ਜਿਸ ਤਰ੍ਹਾਂ ਮੈਂ ਕੋਈ ਮੁਖਾਲਫ ਗੱਲ ਕਰਨ ਲੱਗਾ, ਕੋਈ ਦੁਰਗਤ ਨਹੀਂ ਬਣਾਈ ਗਈ, ਇਹ ਗੱਲ ਠੀਕ ਨਹੀਂ। ਕੋ ਸ਼ੁਰੂ ਦੇ ਵਿੱਚ ਮੈਨੂੰ ਐਸਾ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ, ਤੇ ਮੈਂ ਫਿਰ ਅਰਜ਼ ਕੀਤੀ ਰਾਜਾ ਸਾਹਿਬ ਦੇ ਅੱਗੇ ਕਿ ਰਾਜਾ ਸਾਹਿਬ ਜਦੋਂ ਤੁਸੀਂ ਖੁਦ ਗੱਲ ਕਰਦੇ ਹੋ, ਤੁਸੀਂ ਤਸ਼ਰੀਫ ਲਿਆਂਦੇ ਹੋ ਔਰ ਤੁਹਾਡੇ ਪ੍ਰੋਟੋਕੋਲਸ ਹੁੰਦੇ ਨੇ ਔਰ ਤੁਸੀਂ ਉਹ ਪ੍ਰੋਟੋਕੋਲਸ ਨਾਲ ਗੱਲ ਕਰਨਾ ਪਸੰਦ ਕਰਦੇ ਹੋ, ਜੋ ਤੁਸੀਂ ਮੇਰੇ ਨਾਲ ਕਰ ਰਹੇ ਹੋ ਆਇਆ ਇਹ ਆਪਣੇ ਨਾਲ ਵੀ ਇਸ ਤਰ੍ਹਾਂ ਹੀ ਬਰਦਾਸ਼ਤ ਕਰ ਲੋਗੇ? ਤੇ ਫਿਰ ਉਹਨਾਂ ਨੇ ਉਹਦੀ ਵਜ੍ਹਾ ਹੈ ਮੁਹੰਮਦ ਹਸਨ ਸਾਹਿਬ ਜਿਹੜੇ ਅਹਿਮਦੀ ਲੋਕ ਨੇ ਤੁਹਾਡੇ ਤੇ ਇਸ ਤੇ ਨਹੀਂ ਸ਼ੱਕ ਕਰਦੇ ਨੇ ਜਿਸ ਤਰ੍ਹਾਂ ਮੁਸਲਮਾਨ ਉਮਰ ਰਬਾਬ ਦੇ ਇਮਾਮ ਤੇ ਸ਼ੱਕ ਕਰਦੇ ਨੇ। ਤੋ ਇਸ ਤਰ੍ਹਾਂ ਬਾਜ਼ ਔਕਾਤ ਕਨਫਿਊਜ਼ਨ ਹੋ ਜਾਂਦੀ ਹੈ। ਤੇ ਜਾਂ ਉਹ ਜਿਹੜਾ ਬੰਦਾ ਨਹੀਂ ਜਿਹਨੇ 500 ਯੂਰੋ ਦਿੱਤੇ ਸੀ ਉਹਦਾ ਕੀ ਨਾਂ ਹੈ ਯਾਰ? ਉਹ ਚਲੇ ਗਿਆ, ਗਾਇਬ ਹੀ ਹੋ ਗਿਆ 500 ਯੂਰੋ ਵਾਲਾ, ਉਹਦਾ ਕੀ ਨਾਂ ਹੈ ਬੰਦੇ ਦਾ? ਤੁਸੀਂ ਮੁਸ਼ਤਬੇ ਹੋ ਆਪਣਾ ਮੁਹੰਮਦ ਹਸਨ ਸਾਹਿਬ? ਮੈਨੂੰ ਤੁਹਾਡੀ ਆਵਾਜ਼ ਨਹੀਂ ਆਈ। ਮੁਸ਼ਤਬੇ ਅਫਰਾਦ ਮੈਨੂੰ ਦੁਬਾਰਾ ਆਵਾਜ਼ ਨਹੀਂ, ਮੈਂ ਮਿਸ ਕਰ ਗਿਆ ਸਿਗਨਲ। ਦੱਸਦੇ ਨੇ ਪਏ ਕਿ ਮਸ਼ਕੂਕ ਨੇ ਜਿਹੜੇ ਮੁਹੰਮਦ ਹਸਨ ਸਾਹਿਬ। ਨਹੀਂ ਮੈਂ ਤੇ ਮਸ਼ਕੂਕ ਅਫਰਾਦ ਚ ਨੇ। ਮੈਂ ਤੇ ਮਸ਼ਕੂਕ ਦੇਖੋ ਕਿਸੇ ਦੀ ਕੀ ਜ਼ਰੂਰਤ ਹੈ ਕਿ ਮੈਨੂੰ ਮਸ਼ਕੂਕ ਹੈ, ਕਿਸੇ ਦੀ ਕੀ ਜ਼ਰੂਰਤ ਕੀ ਹੈ ਕਿਸੇ ਦੀ ਕਿ ਮੈਨੂੰ ਮਸ਼ਕੂਕ ਹੈ, ਕਿਸੇ ਦੀ ਔਕਾਤ ਕੀ ਹੈ ਮੈਨੂੰ ਮਸ਼ਕੂਕ ਹੈ। ਮਸ਼ਕੂਕ ਨਹੀਂ ਲੇਕਿਨ ਮਾਸ਼ੂਕ ਕਹਿ ਰਹੇ ਹੋ ਤੁਸੀਂ। ਸਾਹਿਬ ਤੁਸੀਂ ਆਪਣਾ ਨਾ ਵਿੱਚ ਲੁੱਚ ਫਰਾਈ ਕਰੋ। ਇਹ ਮੇਰੇ ਨਾਲ ਇਹਨਾਂ ਨੇ ਹੁਣੇ ਕੀਤੀ ਹੈ, ਮੈਨੂੰ 2 ਬੰਦਿਆਂ ਦੇ ਨਾਮ ਦੱਸੇ। ਅਹਿਮਦ ਸਾਹਿਬ ਤੁਹਾਡੀ ਗੱਲ ਨਹੀਂ ਹੋ ਰਹੀ। ਨਹੀਂ ਤੁਸੀਂ 2 ਬੰਦਿਆਂ ਦੇ ਨਾਂ ਦੱਸੇ ਨੇ ਤੇ ਮੈਨੂੰ ਤੇ ਤੁਸੀਂ ਮਸ਼ਕੂਕ ਹੋ ਗਏ ਅੱਲਾਹ ਦੀ ਆਇਤ ਨੂੰ ਛੱਡ ਕੇ। ਅੱਲਾਹ ਦੀ ਆਇਤਾਂ ਨੂੰ ਨਾ ਛੱਡੋ, ਜੋ ਕੁਰਾਨ ਕੋ ਛੱਡੋ। ਕੋਈ ਫਤਵੇ ਸ਼ਤਵੇ ਨਾ ਦਿਓ ਇੱਥੇ, ਫਤਵੇ ਨਾ ਦਿਓ, ਠਹਿਰ ਤੁਹਾਡੀ ਗੱਲ ਨਹੀਂ ਹੋ ਰਹੀ। ਗੱਲ ਇਹ ਹੈ ਜੋ ਕੁਰਾਨ ਕੋ ਇੱਜ਼ਤ ਦੇਗਾ ਉਹ ਆਸਮਾਨ ਤੇ ਇੱਜ਼ਤ ਪਾਏਗਾ। ਫਤਵਾ ਇੱਥੇ ਸਾਰਾ ਦਿਨ ਇੱਥੇ ਲੋਕੀ ਇੱਕ ਦੂਸਰੇ ਨੂੰ ਫਤਵੇ ਦਿੰਦੇ ਨੇ, ਕੋਈ ਕਿਸੇ ਨੂੰ ਮੁਨਾਫਿਕ ਕਹਿੰਦਾ, ਕੋਈ ਕਾਫਰ ਕਹਿੰਦਾ, ਤੇ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਹੋ ਜਾਏਗਾ। ਮਤਲਬ ਇਹ ਕਿਹੜਾ ਬੰਦਾ ਅਹਿਮਦੀ ਜਿਹੜਾ ਦੂਸਰੇ ਅਹਿਮਦੀ ਤੇ ਨਹੀਂ ਲਾ ਰਿਹਾ ਹੁੰਦਾ ਜਾਂ ਮੁਸਲਮਾਨੀ ਲਾ ਰਹੇ ਹੁੰਦੇ, ਇਹ ਗੱਲਾਂ ਆਮ ਚੱਲਦੀਆਂ ਰਹਿੰਦੀਆਂ ਨੇ। ਮੁਸਲਮ ਬੈਸਟੀ ਦੇ ਉੱਤੇ 50 ਲੋਕੀ ਕਹਿੰਦੇ ਨੇ ਕਿ ਯਾਰ ਇਹ ਬੰਦਾ ਜਿਹੜੀ ਗੱਲਾਂ ਕਰਦਾ ਇਹ ਤੇ ਅਹਿਮਦੀ ਲੱਗਦਾ ਹੈ, ਇਹ ਅਹਿਮਦੀ ਨਹੀਂ ਹੈ। ਮੈਂ ਗੱਲ ਹੀ ਬਾਤ ਆ ਬਲਕਿ ਕਹਿੰਦੇ ਹੋਣਗੇ ਮੈਂ ਫਾਤਿਮੇ ਰਸੂਲ ਮੈਨੂੰ ਕਹਿੰਦਾ ਜੋ ਬੈਸਟਿਕ ਸਾਹਿਬ ਉਹ ਮਤਲਬ ਉਹਦਾ ਇਹ ਮਤਲਬ ਥੋੜੀ ਹੈ ਕਿ ਮੈਨੂੰ ਵੀ ਕਹਿੰਦਾ ਤੇ ਉਹਦੀ ਕੋਈ ਕ੍ਰੈਡੀਬਿਲਿਟੀ ਬਣ ਜਾਂਦੀ ਹੈ ਜਾਂ ਉਹ ਕੋਈ ਸਰਟੀਫਿਕੇਟ ਨਹੀਂ ਦਿੰਦਾ। ਕਿਸੇ ਦੇ ਕੋਲ ਕੋਈ ਸਰਟੀਫਿਕੇਟ ਦੇਣ ਦੀ ਕੋਈ ਔਕਾਤ ਨਹੀਂ ਹੈ ਔਰ ਨਾ ਹੀ ਕਿਸੇ ਦੀ ਕੋਈ ਬਿਲਕੁਲ ਹੈਸੀਅਤ ਹੈ ਕਿ ਕਿਸੇ ਦੇ ਉੱਤੇ ਕੋਈ ਸਰਟੀਫਿਕੇਟ ਦੇ। ਪਹਿਲੀ ਗੱਲ ਤੇ ਹੋ ਗਈ ਇਹ। ਦੂਸਰੀ ਗੱਲ ਹੋਈ ਕਿ ਜਿਸ ਟਾਈਮ ਮੈਂ ਤੁਹਾਨੂੰ ਯਾਦ ਹੋਏਗਾ ਪਹਿਲੇ ਕੁਝ ਲੋਕੀ ਕਹਿੰਦੇ ਰਹੇ ਨੇ ਔਰ ਪੁੱਛਦੇ ਰਹੇ ਨੇ ਕਿ ਯਾਰ ਇਹ ਅਹਿਮਦੀ ਨਹੀਂ ਹੈ, ਅੱਛਾ ਇਹਦਾ ਜਮਾਤੋਂ ਖਰਾਜ ਹੋ ਗਿਆ। ਅੱਛਾ ਇਹ ਸਾਰਿਆਂ ਨੇ ਵਕਤ ਨੇ ਜਵਾਬ ਦੇ ਦਿੱਤਾ
ਕਿ ਜਿਹੜਾ ਜਮਾਤੋਂ ਖਰਾਜ ਹੋ ਗਿਆ, ਐਮਡੀ ਨਹੀਂ ਆਏ, ਸਾਰੀ ਗੱਲਾਂ ਮੰਨਦੇ ਯਾਰ ਅਹਿਮਦ ਸਾਹਿਬ ਤੁਸੀਂ ਤੇ ਸਾਹ ਲੈ ਲਓ ਛੁਰੀ ਥੱਲੇ। ਅਹਿਮਦ ਸਾਹਿਬ ਤੁਸੀਂ ਨਾ ਵਿੱਚ ਇਸ ਤਰ੍ਹਾਂ ਨਾ ਕਰੋ ਨਾ, ਇਹ ਬੁਰੀ ਗੱਲ ਹੁੰਦੀ ਹੈ ਨਾ। ਚੰਗੇ ਭਲੇ ਸਿਆਣੇ ਬਹਿਣੇ ਬੰਦੇ ਹੋ ਤੁਸੀਂ, ਇਹ ਅੱਛੀ ਗੱਲ ਨਹੀਂ ਹੁੰਦੀ, ਇਹ ਅੱਛੀ ਗੱਲ ਹੁੰਦੀ। ਹੁਣ ਨਾ ਹਰਕਤ ਕਰਿਓ ਜਿਹੜੀ ਤੁਸੀਂ ਬਾਰ-ਬਾਰ ਕਰ ਰਹੇ ਹੋ। ਮੈਂ ਕਿਹਾ ਥੋੜੀ ਜੀ ਬ੍ਰੇਕ ਆ ਗਈ ਹੈ, जरा क्या सुन लो, ब्रेक ले लो। न तुम सदमे हमें देते न यूं है जो सब से अजला निकला पाक वो जिससे ये अनवार का दरिया निकला। हक चला था पौधा नागहां बेब से ये चश्मे अस्फा निकला। या इलाही तेरा फुरकान एक आलम है जो जरूरी था वो सब इसमें मुहैया निकला। चुके सारी दुकानें देखी मैं इरफान का यही एक ही शीशा निकला। जलने से आगे ये लोग तो जल जाते जिनकी हर बात फकत जोत का पुतला निकला। नूरे फुरकान है जो सब से अजला निकला। ਤੁਸੀਂ ਗਵਰਨਰ ਸੁਣਿਆ
सब कुछ मुहैया निकला। बहुत जबरदस्त। नूर फुरकान। अच्छा अमर नजीर साहब गल मेरी मुकम्मल कर ला, बस थोड़ी जी रह गई है। ये लोग करते रहते हैं, एक दूसरे से लाते रहते हैं, मतलब मतलब ये हरगिज नहीं होता कि मोहम्मद हुसैन साहब तुसी परवाह ना करया करो, परवाह ना करया करो। एक मिनट मैं वैसे गल करन दे। कल बिलाल साहब ने भी तुसी खड़ा कीता सी, तुहाडे लोकां ने कोई कटहरे दे विच, ते ओ इधर भी कोई ना कोई लोकी करदे रहंदे ने। सोशल मीडिया ਇਹਦਾ ਕੋਈ ਖਾਸ ਕੋਈ ਫਰਕ ਨਹੀਂ ਪੈਂਦਾ, ਕੋਈ ਜਿੱਦੀ ਆਜ਼ਾਦ ਨੇ ਸਾਰੇ, ਉਹ ਜੋ ਮਰਜ਼ੀ ਕੋਈ ਕਹਿੰਦਾ ਰਹੇ। ਇਹਨਾਂ ਦੀ ਬਸ ਮੈਂ ਕਹਿੰਦਾ ਲੋਕੀ ਕੱਪੜੇ ਲਾ ਦਿੰਦੇ ਨੇ। ਦੂਸਰੀ ਗੱਲ ਹੈ ਕਿ ਮੈਂ ਪਬਲਿਕਲੀ ਗੱਲ ਕਰ ਰਿਹਾ ਹੁੰਦਾ ਨਾ ਅਮਰ ਨਜ਼ੀਰ ਸਾਹਿਬ, ਮੇਰੀ ਆਵਾਜ਼ ਜਾ ਰਹੀ ਹੈ, ਲੋਕੀ ਜਾਣਦੇ ਵੀ ਹੈ ਨੇ, ਔਰ ਵੀਡੀਓਜ਼ ਵੀ ਮੈਂ ਬਣਾਉਣਾ ਵਾ, ਉਹ ਪਬਲਿਕਲੀ ਹੁੰਦੀਆਂ ਨੇ। ਔਰ ਬਲਕਿ ਪਿਛਲੇ ਹਫਤੇ ਕੈਨੇਡਾ ਦੇ ਸਭ ਤੋਂ ਵੱਡੇ ਮੁਰੱਬੀ ਸਾਹਿਬ ਦੇ ਨਾਲ ਮੈਂ ਬੈਕ ਇੰਟਰਵਿਊ ਕੀਤਾ। ਕੀ ਸ਼ੱਕ ਕਿਸੇ ਨੂੰ ਬਚਦਾ ਪਿੱਛੇ? ਨਹੀਂ ਪਿੱਛੇ ਇਹ ਨਹੀਂ ਸੀ ਮੇਰਾ ਸਵਾਲ। ਇਹ ਸੀ ਕਿ ਕਿਆ ਤੁਹਾਨੂੰ ਜਮਾਤ ਅਹਿਮਦੀਆ ਦੇ ਲੋਕ ਮਸ਼ਕੂਕ ਸਮਝਦੇ ਨੇ? ਜਮਾਤ ਅਹਿਮਦੀਆ ਦੇ ਅਗਰ ਤੇ ਲੋਕ ਨੇ ਨਾ ਵਾਟਰ ਸਾਹਿਬ ਤੇ ਇਹ ਦੋ ਚਾਰ ਲੋਕ ਤੇ ਉਹ ਸਮਝਦੇ ਨੇ, ਬਿਲਕੁਲ ਠੀਕ ਕਹਿ ਰਹੇ ਹੋ, ਉਹ ਸਮਝਦੇ ਨੇ, ਤੇ ਉਹ ਸਮਝਦੇ ਨੇ, ਉਹਨਾਂ ਦਾ ਕੀ ਫਰਕ ਪੈਂਦਾ? ਇੱਕ ਅੱਧਾ ਬੰਦਾ ਕੋਈ ਦੋ ਸਮਝਦਾ, जिस तरह एक अदा बंदा कोई अपना उमेर बाप देगा कपड़े ला दे के वाकई कोई नंगी हो जाती है, और की फर्क पैंदा? यानी दो चार लोग ने ऐसे जेड़े ਤੁਹਾਨੂੰ ਮਸ਼ਕੂਕ ਸਮਝਦੇ? ਕੋਈ ਵੀ ਮੈਂ ਕਿਹਾ ਉਹ ਮਸ਼ਕੂਕ ਦੋ ਚਾਰ ਸਮਝਣ ਜਾਂ 10 15 ਸਮਝਣਾ ਕੀ ਫਰਕ? ਮੈਂ ਕਿਹਾ 10 15 ਅਮਨਦੀਪ ਸਾਹਿਬ, ਉਹ ਤੁਹਾਡੇ 10 15 ਦੇ ਬਜਾਏ ਤੁਹਾਡੇ 20 ਬੰਦੇ ਨੇ ਜਿਹੜੇ ਤੁਹਾਨੂੰ ਮਸ਼ਕੂਕ ਸਮਝਦੇ ਨੇ, ਉਹਦੇ ਨਾਲ ਕੀ ਫਰਕ ਪੈਂਦਾ? ਐ ਮਜ਼ਾਕ ਕੁਛ ਵੀ ਨਾ ਵੀ ਨਹੀਂ, ਉਹ ਬੜੇ ਜ਼ਿਆਦਾ ਲੂਤੀ ਵੀ ਕਹਿੰਦੇ ਨੇ, ਪਤਾ ਨਹੀਂ ਕੀ ਕਹਿੰਦੇ ਨੇ। ਅੱਲਾਹ ਮਾਫ ਫਰਮਾਏ। ਉਹ ਇਹ ਹੁੰਦਾ ਨਾ, ਇਹਦਾ ਕੋਈ ਇੱਕ ਦੋਸਤ ਨੇ ਮਿਰਜ਼ਾ ਸਾਹਿਬ ਨੂੰ ਲੋਕੀ ਕਹਿੰਦੇ ਸਨ, ਇਹਦੇ ਨਾਲ ਕੀ ਫਰਕ ਪੈਂਦਾ? ਉਹ ਤੇ ਫਿਰ ਉਹਨਾਂ ਦੇ ਆਕਾ ਨੂੰ ਵੀ ਕਿਹਾ ਜਾ ਸਕਦਾ ਸੀ। ਇਹ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਪਾਸੇ ਨਾ ਤੁਰਿਓ, ਉਧਰ ਨਾ ਤੁਰੋ, ਹਰ ਪਾਸੇ ਨਾ ਤੁਰਨ ਦੇ ਸਾਨੂੰ ਕੋਈ ਗੱਲ ਨਹੀਂ। ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਫਿਕਰ ਨਹੀਂ ਹੁੰਦੀ, ਤੇ ਸੋਸ਼ਲ ਮੀਡੀਆ ਇਹ ਸੋਸ਼ਲ ਮੀਡੀਆ ਤੇ ਇਹਦੇ ਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਫਿਕਰ ਨਹੀਂ ਕਰੀਦੀ। ਕਿਉਂ ਜੀ? ਲੇਕਿਨ ਨਹੀਂ ਸਵਾਲ ਹੈ ਮੁਹੰਮਦ ਹੁਸੈਨ ਸਾਹਿਬ, ਦੁਬਾਰਾ ਕੀ ਜਮਾਤ ਅਹਿਮਦੀਆ ਦੇ ਜਿਹੜੇ ਲੋਕ ਨੇ ਉਹ ਤੁਹਾਨੂੰ ਮਸ਼ਕੂਕ ਸਮਝਦੇ ਨੇ? ਨਹੀਂ, ਕੋਈ ਨਹੀਂ ਸਮਝਦਾ। ਮੈਂ ਤੁਹਾਨੂੰ ਦੱਸ ਰਿਹਾ, ਮੈਂ ਗੱਲ ਕਰਤੀ, ਮੈਂ ਪਬਲਿਕਲੀ ਗੱਲ ਕਰ ਰਿਹਾ ਹੁੰਦਾ ਵਾ, ਲੋਕੀ ਜਾਣਦੇ ਨੇ, ਤੇ ਕਈ ਦਫਾ ਕੋਈ ਜਮਾਤ ਜਿਹੜੇ ਅਫੀਸ਼ੀਅਲ ਉਹ ਵੀ ਸੁਣ ਰਹੇ ਹੁੰਦੇ ਨੇ। ਮੈਂ ਪਿਛਲੇ ਹਫਤੇ ਤੁਸੀਂ ਮਾਸ਼ਾਅੱਲਾ ਬਹੁਤ ਅੱਛਾ ਦਿੱਤਾ, ਲੇਕਿਨ ਲੋਕਾਂ ਨੂੰ ਪਸੰਦ ਨਹੀਂ ਆਇਆ। ਉਹ ਫੇਰ ਪੁੱਛਣਗੇ ਤੁਹਾਨੂੰ ਲਾਣਾ ਚਾਹੀਦਾ। ਮੁਹੰਮਦ ਹੁਸੈਨ ਸਾਹਿਬ ਦੇਖੋਗੇ ਕਿ ਇੱਕ ਹੋਰ ਮੁਰੱਬੀ ਸਾਹਿਬ ਨਾਲ ਇੰਟਰਵਿਊ ਮੇਰਾ ਨਜ਼ਰ ਆਏਗਾ ਤੁਹਾਨੂੰ, ਮੈਂ ਦੇਖਿਆ ਹਾਦੀ ਸਾਹਿਬ ਨਾਲ। ਹਾਦੀ ਸਾਹਿਬ ਹਾਂਜੀ, ਤੇ ਕੀ ਐਸਾ ਕਰ ਮੇਰਾ ਖਰਾਜ ਵੀ ਸਭ ਗੱਲ ਨਹੀਂ, ਡੋਮੈਸਟਿਕ ਸਭ ਜਾਣਦੇ ਹੋਣਗੇ ਅੱਛੀ ਤਰ੍ਹਾਂ। ਬਿਲਕੁਲ ਮੈਂ ਜਾਣਦਾ, ਸਭ ਨੂੰ ਜਾਣਨਾ ਚਾਹੀਦਾ। ਲੇਕਿਨ ਇਹ ਹੈ ਕਿ ਮਾਸਟਰ ਸਾਹਿਬ ਮੁਹੰਮਦ ਹੁਸੈਨ ਸਾਹਿਬ ਰੋਜ਼ ਇੱਥੇ ਮੌਜੂਦ ਹੁੰਦੇ ਨੇ। ਹਾਂਜੀ, ਤੇ ਜਿਹਦਾ ਵੀ ਕਿਸੇ ਨੂੰ ਸ਼ੱਕ ਪਵੇ ਉਹਨੂੰ ਉਹ 10 ਵਾਰੀ ਇਹਨਾਂ ਕੋਲੋਂ ਕਲੀਅਰ ਕਰਾ ਲਵੇ ਗੱਲਾਂ, ਜਿਤਨੀਆਂ ਹੱਥ ਕੰਗਨ ਕੁਆਰ ਸੀ ਕਿ ਇਹ ਕਿਹੜਾ ਵੇ ਨਾ ਕੋਈ। ਹੁਸੈਨੀ ਸਾਹਿਬ ਇਹ ਇਸੇ ਤਰੀਕੇ ਜਿਹਨੇ ਸ਼ੱਕ ਹੈ ਉਹਦੀ ਮਰਜ਼ੀ, ਬੰਦੇ ਨੂੰ ਕਿ ਹੁਣ ਤੁਹਾਨੂੰ ਸਾਰੇ ਕਹਿੰਦੇ ਨੇ ਅਹਿਮਦੀ ਹੈ, ਤੁਹਾਡੇ ਦੋ ਮੁੰਡੇ ਜਿਹੜੇ ਨੇ ਉਹ ਮੁਰੱਬੀ ਨੇ, ਤੁਹਾਡੇ 6 ਭਰਾ ਅਹਿਮਦੀ ਨੇ, ਤੁਸੀਂ ਸਾਰੇ ਹੀ ਅਹਿਮਦੀ ਹੋ, ਤੁਸੀਂ ਪਦੈਸ਼ੀ ਅਹਿਮਦੀ ਹੋ, ਤੁਸੀਂ ਚੱਕ ਸਿਕੰਦਰ ਦੀ ਕੋ ਸਾਰੀਆਂ ਸੱਚੀਆਂ ਗੱਲਾਂ। ਜੀ ਠੀਕ ਹੈ ਜੀ, ਤੁਸੀਂ ਕਦੀ ਵੀ ਅਹਿਮਦੀ ਨਹੀਂ ਰਹੇ, ਪਦੈਸ਼ੀ ਨਹੀਂ ਰਹੇ, ਤੁਹਾਨੂੰ ਪਤਾ ਹੀ ਨਹੀਂ ਅਹਿਮਦੀ ਦੀ ABC। ਬਸ ਗੱਲ ਖਤਮ ਹੋ ਗਈ। ਇਹਨੇ ਕੀ ਫਰਕ ਐਸਰੀ ਮੁਹੰਮਦ ਹੁਸੈਨ ਨੂੰ ਕੋਈ ਜੋ ਮਰਜ਼ੀ ਕਹਿੰਦੇ ਰਹੇ, ਮੁਹੰਮਦ ਹੁਸੈਨ ਆਪਣੇ ਈਮਾਨ ਤੇ ਮਜ਼ਬੂਤ ਹੈ, ਜਲਸਿਆਂ ਤੇ ਜਾਂਦਾ, ਇੰਟਰਵਿਊ ਕਰਦਾ, ਇਜਤਮਾ ਕਰਦਾ, ਲੰਗਰ ਤੇ ਡਿਊਟੀ ਦਿੰਦਾ, ਰੋਟੀਆਂ ਪਕਾਉਂਦਾ, ਲੋਕਾਂ ਦੀਆਂ ਜੂਆਂ ਕੱਢਦਾ, ਗੱਲ ਖਤਮ ਹੋ ਗਈ। ਇਸ ਤਰ੍ਹਾਂ ਹੀ ਹੈ। ਇਹ ਜਿਹੜਾ ਉਹ ਕਹਿੰਦੇ ਨੇ ਮੁੱਦਈ ਲਾਖ ਬੁਰਾ ਚਾਹੇ, सब क्या हाल है जी? ये तो क्या होता है? वही होता है जो मंजूर खुदा होता है। ਲੋਕਾਂ ਦੇ ਜਿਹੜਾ ਹੈ ਉਹ मेरी आवाज कट रही है कि ਲੋਕੀ ਜਿਹੜੇ ਹੁੰਦੇ ਨੇ ਫਿਤਨੇ ਔਰ ਫਸਾਦੀ। ਉਹ ਕਹਿੰਦੇ ਨੇ ਟਿੰਡੀ ਕੋਕਾ। ਹੁਣ ਫਿਰ ਥੋੜੀ ਦੇਰ ਬਾਅਦ ਕਿਸੇ ਨੇ ਪੁੱਛਣਾ ਪਰ ਮੁਹੰਮਦ ਹੁਸੈਨ ਸਾਹਿਬ ਮੈਂ ਜਿਹੜਾ ਗੱਲ ਪੁੱਛਣਾ ਚਾਹਨਾ ਹੋਇਆ ਵੇ ਕਿ ਕੀ ਜਮਾਤ ਅਹਿਮਦੀਆ ਦੇ ਅਫਰਾਦ ਤੁਹਾਨੂੰ ਮਸ਼ਕੂਕ ਸਮਝਦੇ ਨੇ? ਨਹੀਂ ਯਾਰ, ਮੈਨੂੰ ਮਸ਼ਕੂਕ ਸਮਝਦੇ ਨੇ। ਅੱਛਾ, ਹੁਣ ਇਹ ਦੱਸੋ ਵੀ ਉਹ ਜਿਹੜਾ ਮਸੀਹ ਲਫ਼ਜ਼ ਆ ਉਹ ਯਾਰ ਹੋ ਗਿਆ, ਅਹਿਮਦ ਨੂੰ ਪਹਿਲੇ ਬੁਲਾਓ ਫਿਰ ਉਹ ਉਹਨਾਂ ਨਾਲ ਤੁਸੀਂ ਉਹ ਕਹਿੰਦੇ ਤੁਸੀਂ ਉਹਨਾਂ ਦੀ ਗੱਲ ਸਮਝ ਗਏ ਹੋ, ਉਹ ਤੁਹਾਡੀ ਸਮਝ ਗਏ ਨੇ। ਹਾਂ, ਤੇ ਤੁਸੀਂ ਫਿਰ ਤਾਨ ਵੀ ਕੀਤਾ ਲਾਮਾ ਸਾਹਿਬ ਤੇ ਕਿ ਦੇਖੋ ਜੀ ਇਹ ਕੀ ਕਹਿ ਰਹੇ ਨੇ। ਨਹੀਂ, ਉਹਨਾਂ ਨੇ ਕਹਿ ਕੇ ਗਾਲਾਂ ਕੱਢ ਦਿਓ ਕੁਰਾਨ ਨੂੰ ਤੁਸੀਂ। ਨਹੀਂ, ਉਹ ਜਦੋਂ ਉਸ ਮਸੀਹ ਨੂੰ ਮਸੀਹ ਬਣਾ ਰਹੇ ਤੇ ਉਹਦੇ ਤੇ ਲਾਮਾ ਸਾਹਿਬ ਨੇ ਕਿਹਾ ਵੀ ਜ਼ੁਲਮ ਨਾ ਕਰੋ, ਕੁਰਾਨ ਨੂੰ ਗਾਲਾਂ ਨਾ ਕੱਢੋ।
ਅੱਛਾ ਗਾਲਾਂ ਹੋ ਜਾਂਦੀਆਂ ਨੇ ਕੁਰਾਨ ਨੂੰ, ਅਗਰ ਗਾਲਾਂ ਕੱਢਣੀਆਂ ਹੋਏ ਤਾਂ ਮਸੀਹ ਨੂੰ ਮਸੀਹ ਕਹਿ ਦਿਓ। ਨਹੀਂ, ਮਸੀਹ ਨੂੰ ਅਗਰ ਮਸੀਹ ਪੜੋਗੇ ਤੇ ਠੀਕ ਹੋਏਗਾ ਤਾਂ ਸੁਧਰਾ। ਨਹੀਂ ਗਲਤ ਹੈ, ਔਰ ਅੰਡਰਸਟੈਂਡਿੰਗ ਦਾ ਫੁਕਦਾਨ ਹੋ ਸਕਦਾ, ਲੇਕਿਨ ਇਹ ਤੇ ਨਹੀਂ ਨਾਉਜ਼ੁਬਿल्ला ਕਹਿਣਾ ਚਾਹੀਦਾ ਕਿ ਤੁਸੀਂ ਕੁਰਾਨ ਨੂੰ ਗਾਲਾਂ ਕੱਢ ਦਿਓ। ਨਹੀਂ, ਕੁਰਾਨ ਜਦੋਂ ਕੁਰਾਨ ਦੀ ਤਰਫ ਐਸੀ ਗੱਲ ਮਨਸੂਬ ਕਰੋਗੇ ਉਹ ਹੋ ਤਾਂ ਲੈਕ ਆਫ ਅੰਡਰਸਟੈਂਡਿੰਗ ਹੈ ਨਾ ਬੰਦੇ ਦੀ, ਇੰਡੀਵਿਜੂਅਲ ਦੀ। ਉਹਦੇ ਵਾਸਤੇ ਇਹ ਫਰੇਜ਼ ਹੈ ਨਾ, ਜਿਸ ਤਰ੍ਹਾਂ ਉਹਨਾਂ ਕਿਹਾ ਵੀ ਤੁਸੀਂ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੁਰਾਨ ਦੇ ਨਾਲ ਜ਼ਿਆਦਤੀ ਕਰ ਰਹੇ ਹੋ। ਤੁਸੀਂ ਇਹ ਕਹੋ ਕਿ ਵੀ ਕੁਰਾਨ ਦੀ ਬੇਅਦਬੀ ਨਾ ਕਰੋ, ਐਸੇ ਲਫ਼ਾਜ਼। ਚਲੋ ਫਿਰ ਉਹ ਤੁਸੀਂ ਲਫ਼ਜ਼ ਸਹੀ ਕਰ ਦਿਓ ਕਿ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ, ਇੰਜ ਕਹਿਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਫਰੇਜ਼ ਕਰਦੇ। ਚਲੋ ਜੀ ਗਾਲਾਂ ਹੀ ਕੱਢੋ ਜੀ, ਠੀਕ ਹੈ, ਜਿਸ ਵੀ ਆਂਦਾ ਤਾਂ ਕਹਾਂਗੇ ਜਿਹੜਾ ਕੁਰਾਨ ਗਲਤ ਪੜੇਗਾ। ਗੱਲ ਸੀ ਮਸੀਹ ਅਲੈਹਿਸਲਾਮ ਦੀ, ਕਿ ਮਸੀਹ ਅਲੈਹਿਸਲਾਮ ਦੇ ਇਸ ਨਾਂ ਨੂੰ ਗਾਲਾਂ ਨਹੀਂ ਕਰਨੀਆਂ ਚਾਹੀਦੀਆਂ, ਠੀਕ ਹੈ ਜੀ। ਉਸ ਲਫ਼ਜ਼ ਅਲ ਮਨਸੂਬ ਤੇ ਕਰਦੇ ਸਨ ਜਿਹੜਾ ਲਫ਼ਜ਼ ਦਾ ਮੈਨਾ ਹੈ ਬਦਕਾਰੀ, ਬਦਕਾਰ ਅਲ ਮਸੀਹ। ਇਹਨਾਂ ਨੂੰ ਬਹਰਲ ਕੋਈ ਬੰਦਾ ਸਾਹ ਦੇਵੇ ਸਹੀ। ਇਹ ਜਿਹੜਾ ਲਫ਼ਜ਼ ਉਹ ਜਿਹਦਾ ਉਹ ਤਰਜਮਾ ਮਸੀਹ ਕਹਿ ਰਹੇ ਉਹਨੂੰ ਉਹਦੇ ਬਰਾਬਰ ਕਰ ਰਹੇ, ਉਹਦੇ ਤੇ ਜਿਹੜੀ ਇਹਨਾਂ ਕੀ ਕਹਿੰਦੇ ਹੋ? ਤੁਹਾਡੀ ਆਵਾਜ਼ ਰੁਕ ਗਈ ਸੀ ਮੁਬਾਰਕ ਸਾਹਿਬ ਨੂੰ ਮੈਂ ਪੁੱਛ ਰਿਹਾ, ਤੁਹਾਡੀ ਬੱਤੀ ਚਲੇ ਗਈ ਸੀ ਵਿੱਚ। ਮੈਂ ਕਿਹਾ ਅਲ ਮਸੀਹ ਜਿਹੜਾ ਲਫ਼ਜ਼ ਹੈ ਕਿ ਤੁਸੀਂ ਮੈਨੂੰ ਸਮਝ ਆ ਇਹ ਦੋ ਬਿਲਕੁਲ ਮੁਖਤਲਿਫ ਲਫ਼ਜ਼ ਨੇ। ਇੱਕ ਖੁਦਾ ਦੇ ਨਬੀ ਨੇ ਤੇ ਦੂਜੇ ਅਮਲ ਨੇ ਜਾਂ ਇੱਕ ਸਟੇਟ ਆਫ ਮਾਈਂਡ ਹੈ। ਉਹ ਸਿਰਫ ਅਮਲ ਤੇ ਅੱਛੇ ਵੀ ਹੋ ਸਕਦੇ ਨੇ, ਉਹ ਬੁਰੇ ਵੀ ਹੋ ਸਕਦੇ, ਬੁਰੇ ਅਮਲ ਨੇ, ਉਹ ਬੁਰੇ ਅਮਲ ਨੇ, ਉਹਦੇ ਨਾਲ ਬੁਰਾ ਲਫ਼ਜ਼ ਲਗਾਉਣਾ ਜ਼ਰੂਰੀ, ਉਹ ਹੈ ਹੀ ਬੁਰੇ ਵਾਸਤੇ। ਠੀਕ ਹੈ, ਉਹਨੂੰ ਜਦੋਂ ਉਹ ਮਸੀਹ ਕਹਿ ਰਹੇ ਨੇ ਤੇ ਉਹ ਠੀਕ ਕਹਿ ਰਹੇ ਨੇ ਜਾਂ ਅਲਾਮਾ ਸਾਹਿਬ ਕਹਿ ਰਹੇ ਨੇ ਬਹੁਤ ਬੁਰੀ ਗੱਲ ਹੈ, ਜ਼ੁਲਮ ਨਾ ਕਰੋ? ਠੀਕ ਹੈ, ਕੌਣ ਠੀਕ ਕਹਿ ਰਿਹਾ? ਬਈ ਹੁਣ ਤੁਸੀਂ ਕਹਿੰਦੇ ਪਏ ਹੋ ਲਾਮਾ ਸਾਹਿਬ ਦੇ ਗਲੇ 'ਚ ਮੈਂ ਹਾਰ ਪਾ ਦਿਆਂ, ਲਓ ਜੀ ਮੈਂ ਪਾ ਦੇਣਾ। ਲਾਮਾ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ, ਤੁਹਾਡੇ ਵਰਗਾ ਆਲਮ ਔਰ ਬਜ਼ੁਰਗ ਔਰ ਨੇਕ ਆਦਮੀ ਕੋਈ ਨਹੀਂ, ਤੁਸੀਂ ਸਹੀ ਪੁਆਇੰਟ ਆਊਟ ਕੀਤਾ। ਮੈਂ ਹੁਣ ਸਮਝ ਗਿਆ ਤੁਹਾਡੀ ਗੱਲ, ਵੀ ਔਖਾ ਤੇ ਬੜਾ ਆ। ਹਾਂ, ਉਹ ਜਿਹੜਾ ਗਾਂ ਜ਼ਬਾ ਕਰਨ ਦੀ ਗੱਲ ਕੁਰਾਨ ਕਰੀਮ ਵਿੱਚ ਹੋਈ ਹੈ ਨਾ, ਹਾਂਜੀ, ਉਹਦੇ ਅਖੀਰ ਤੇ ਅੱਲਾਹ ਤਾਲਾ ਨੇ ਇੱਕ ਲਤੀਫ ਗੱਲ, ਮਜ਼ਾਕ ਦੀ ਗੱਲ ਕੀਤੀ ਹੈ ਜਾਂ ਇੱਕ ਇਸ ਤਰ੍ਹਾਂ ਦੀ ਗੱਲ ਕਿ ਉਹਦੇ 'ਚ ਇੱਕ ਲਤੀਫ ਇਸ਼ਾਰਾ ਹੈ ਬੜਾ ਮਜ਼ੇਦਾਰ। ਉਹਦੇ ਇਹ ਤੁਸੀਂ ਕਹਿੰਦੇ ਪਏ ਕਿ ਅੱਲਾਹ ਮੀਆਂ ਕੁਰਾਨ ਵਿੱਚ ਮਜ਼ਾਕ ਕਰਦਾ? ਲਤੀਫ ਗੱਲ, ਇੱਕ ਮਜ਼ਾਕ ਜਿਹੜਾ ਉਹ ਅੱਛਾ ਲਫ਼ਜ਼ ਹੈ, ਬੁਰਾ ਤੁਸੀਂ ਤੇ ਲਾਮਾ ਸਾਹਿਬ ਜੋ ਵੀ ਲਫ਼ਜ਼ ਕਹੋਗੇ ਉਹ ਅੱਛੇ ਹੀ ਹੁੰਦੇ ਨੇ। ਚਲੋ ਠੀਕ ਹੈ, ਤੁਸੀਂ ਅੱਛਾ ਮਜ਼ਾਕ ਰੱਖਦੇ ਹੋ, ਤੁਹਾਡੇ ਵਾਸਤੇ ਵੀ ਮੈਂ ਕਹਿਣਾ ਉਸ ਉਹਨਾਂ ਮਾਨੇ 'ਚ ਕਹਿ ਰਿਹਾ ਕਿ ਉਹ ਇੱਕ ਐਸੇ ਮਜ਼ਾਕ ਦੀ ਗੱਲ ਹੈ, ਇੱਕ ਐਸੇ ਜ਼ਾਇਕੇ ਦੀ ਗੱਲ ਹੈ। ਮਜ਼ਾਕ ਦਾ ਮਤਲਬ ਜ਼ਾਇਕੇ ਦੀ ਗੱਲ ਹੈ। ਉਹ ਫਰਮਾਇਆ ਕਿ ਉਹਨਾਂ ਨੇ ਬੜੀਆਂ ਹੋਜਤਾਂ ਕੀਤੀਆਂ ਨਾ, ਗਾਂ ਦਾ ਰੰਗ ਕੀ ਹੈ ਤੇ ਉਹ ਕਿਸ ਤਰ੍ਹਾਂ ਦੀ ਹੈ, ਤੇ ਇਨਲ ਬਕਰਾ ਤਸ਼ਾਬਹਾ ਲੈਣਾ, ਗਾਵਾਂ ਕੋ ਮਿਲ ਜੁਲੀ ਗਈਆਂ ਨੇ, ਕੋਈ ਸਮਝ ਨਹੀਂ ਆਉਂਦੀ ਤੂੰ ਕਿਹੜੀ ਗਾਂ ਦੀ ਗੱਲ ਕਰਨਾ। ਫਜ਼ਾਬਾ ਹੁਆ ਬਮਾ ਕਾਦੂ ਯਫਨੂਨ, ਉਹਨਾਂ ਜ਼ਬਾ ਕਰ ਦਿੱਤੀ ਪਰ ਉਹਨਾਂ ਦਾ ਇਰਾਦਾ ਵੈਸੇ ਕੋਈ ਨਹੀਂ ਹੈ। ਇਹ ਗੱਲ है जिन्हों मैं लतीफ़ा कह रहा, वो खुदा ताला तो बयान कर रहा है कि उनका इरादा कोई नहीं था और इसलिए बहाने ही ले ढूंढ रहे थे। हाँ, वो इसमें कोई अल्लाह ताला ने मजाक नहीं किया। नाउज़ुबिल्लाह, एक लतीफ गल है जिहड़ी अल्लाह ताला ने फरमाया वज़बा, हालांकि उन्हां दे ज़बा करन दे बाद मान लेना चाहिए ना वज़बा कर देती, लेकिन अल्लाह ताला चूंकि बारीक गल्लां नूं समझदा ते फरमांदा है, बेशक ओदी नजर है ते वो फरमांदा है वज़बा हुआ वो माँ कादू या फनून, इंज करना दिल नहीं आ चाहता, वो खुदा तो दिलों के राज जानदा। बिल्कुल बिल्कुल। तो तुसी अलामा साहब दा जिस रंग विच उन्हां नूं एक्नॉलेज कीता है, औखा ते बड़ा है, लेकिन जज़ाकल्लाह ठीक है। नहीं, मैं अलामा साहब नूं पसंद नहीं करदा, मैं कदी नहीं कहा कि मेरे फेवरेट ने। नहीं, जेड़ी गल फेवरेट होवे, जेड़ी अच्छी होवे, उन्होंने तो अच्छा कहना चाहिए या नहीं कहना। लेकिन ये गल मेरे सामने होई नहीं, मैं तो सिर्फ एनी आवाज तुहाडे सामने कुरान नूं गालां ना कड्डो, लेकिन तुहानूं बड़ा औखा लगा कि तुसी ਉਹਨਾਂ ਦੀ ਗੱਲ ਨੂੰ ਸਹੀ ਕਹਿ ਦਿਓ, ਇਹ ਹੈ ਮਸਲਾ। ਨਹੀਂ, ਮੈਂ ਤੁਹਾਡੀ ਗੱਲ ਨੂੰ ਸਹੀ ਕਹਿਣਾ, ਤੁਸੀਂ ਸਮਝਾਇਆ, ਉਹਨਾਂ ਦੀ ਗੱਲ ਮੈਂ ਸੁਣੀ ਨਹੀਂ। ਉਹਨਾਂ ਦੀ ਜਿਹੜੀ ਆਵਾਜ਼ ਸੁਣੀ ਹੈ ਮੈਂ ਸਿਰਫ ਐ ਨਹੀਂ ਸੁਣੀ ਹੈ ਵੀ ਕੁਰਾਨ ਨੂੰ ਗਾਲਾਂ ਨਾ ਕੱਢੋ। ਹਾਂ, ਤੇ ਤੁਸੀਂ ਉਹਦੇ ਤੇ ਜਿਹੜਾ ਉਹ ਸ਼ੋਰ ਕਰ ਦਿੱਤਾ, ਤੇ ਮੈਂ ਤੁਹਾਡੀ ਖਿਦਮਤ ਐਸ ਕਰਕੇ ਮੈਂ ਅਲਾਮਾ ਐਸ ਕਰਕੇ ਕਿ ਪਾਸਟ ਤੋਂ ਲੈ ਕੇ ਹੁਣ ਤੱਕ ਮੈਂ ਅਲਾਮਾ ਸਾਹਿਬ ਦੀ ਫਿਤਰਤ ਨੂੰ ਬਖੂਬੀ ਜਾਣਦਾ। ਗੰਢ ਮਾਰੀ ਹੈ ਨਾ ਅੰਦਰ, ਉਹ ਗੱਲ ਨਹੀਂ ਕਰ ਸਕਦੇ। ਸਾਡੀ ਗੱਲ ਵੀ ਸੁਣ ਲਓ ਨਾ, ਸਾਡੀ ਗੱਲ ਵੀ ਸੁਣ ਲਿਆ ਕਰੋ ਕਦੀ ਕਦੀ। ਮੈਂ ਅਲਾਮਾ ਸਾਹਿਬ ਦੀ ਫਿਤਰਤ ਨੂੰ ਬਾਖੂਬੀ ਜਾਣਨਾ, ਉਹ ਬੰਦੇ ਨੂੰ ਲੱਭਦੇ ਨੇ ਕਿ ਕਿਧਰੋਂ ਸ਼ਾਤਮੀਅਤ ਦਾ ਪਹਿਲੂ ਨਿਕਲੇ, ਔਰ ਉਹਦਾ ਵਿਕਟਮ ਮੈਂ ਬਜ਼ਾਤੇ ਖੁਦ ਹਾਂ। ਠੀਕ ਹੈ,
ਜਿਹੜੀ ਤੁਸੀਂ ਇੱਥੇ ਗੱਲ ਸੁਣਾਈ ਸੀ ਨਾ ਇੱਕ ਦਫਾ ਕਿ ਨਬੀ ਪਾਕ ਦੀ ਪੈਦਾਇਸ਼ ਜਿਹੜੀ ਉਹ ਵਾਲਿਦ ਸਾਹਿਬ ਦੀ ਵਫਾਤ ਤੋਂ 2 ਸਾਲ ਬਾਅਦ ਹੋਈ ਹੈ, ਸੁਣਾਈਏ ਨਾ ਗੱਲ, ਆਡੀਓ ਲਾਉਂਦੇ ਹੋ ਨਾ ਤੁਸੀਂ? ਉਹ ਤੁਹਾਡੀ ਫਰਮਾਇਸ਼ ਦੇ ਉੱਤੇ ਉਹ ਲਾਈ, ਉਹਨਾਂ ਦੀ ਹੈ ਆਪਣੇ, ਮੈਂ ਤੇ ਨਹੀਂ ਨਾ ਉਹ ਗੱਲ ਕੀਤੀ ਹੈ, ਮੈਂ ਤੇ ਨਹੀਂ ਨਾ ਬਣਾਈ। ਹਾਂ ਜੀ, ਮੈਂ ਤੇ ਨਹੀਂ ਨਾ ਬਣਾਈ, ਨਹੀਂ ਮੈਂ ਵੀ ਨਹੀਂ ਬਣਾਈ, ਉਹ ਕਲਿੱਪ ਮੌਜੂਦ है। मैं गल की है, इन्होंने मेरी रिकॉर्डिंग करके क्या फैला दो पाकिस्तान में, शातमियत हो गई पाकिस्तान के रेगिस्तानों में, ये देखो मिर्जाई रसूल अल्लाह के ऊपर हमला आवर हो गए। तो ये इनकी फितरत है इस तरह की जो है। अच्छा वैसे मैं इस बात के जवाब में ना एक अर्ज करना चाहता हूँ कि इनको तो मेरी कोई बात भी पसंद नहीं है जी जी, लेकिन मुझे बावजूद इसके कि ये समझते हैं कि मैं मिर्जा साहब का बदतरीन दुश्मन हूँ, मुझे देखिए मिर्जा साहब की कितनी बातों से इत्तेफाक है। मिर्जा साहब नारा तकबीर मारना चाहिए, एनू कहते हैं हक गल कहना। मिर्जा साहब कहते हैं झूठ बोलना और गूं खाना एक बराबर, शैतान के दजल से बचना। सुनो गल उन्हां दी सुनो, अब सुन तो लेना। मिर्जा साहब फरमाते हैं झूठ बोलना और गूं खाना एक बराबर है। फिर फरमाते हैं कि फजूलियां और झूठ बोलना मुर्दार ख्वारों का काम है। बेशक मैं ये इन सारी बातों से इत्तेफाक रखता हूं और मुझे उनकी इन बातों से भी इत्तेफाक है। वो कंजर जो वलदुज़्ज़िना कहलाते हैं वो भी झूठ बोलते हुए शर्माते हैं। मैं ये भी मिर्जा साहब की देखिए बात पसंद करता हूं, वो कहते हैं झूठ बोलना मुर्ताद होने से काम नहीं है। ये भी मैं मिर्जा साहब की बात को पसंद करता हूं, वो कहते हैं झूठ बोलने से बदतर दुनिया में और कोई बुरा काम नहीं है। सुभान अल्लाह। ये भी मिर्जा साहब कहते हैं कि जब एक बात मिर्जा साहब ने अपनी तरफ से कोई बात नहीं भी है, ठीक सुनो तो सही, मिर्जा साहब के थ्रू आ रही है। हाँ, मिर्जा साहब कहते हैं जब एक बात में कोई झूठा साबित हो जाए फिर दूसरी बातों में भी उस पर एतबार नहीं रहता। कहते हैं झूठ के मुर्दार को किसी तरह ना छोड़ना ये कुत्तों का तरीका है ना इंसानों का। बहुत अला मेरा तो ख्याल है और भी बेशुमार गल्लां नाल तुसी मिर्जा साहब ने इत्तफाक करते हो। जेड़ा मसला उन्होंने किया जाहिल मुखालफ मुझ पर इल्जाम लगाते हैं, मेरी निस्बत इल्जाम लगाते हैं, ये नाल ਤੁਹਾਡਾ इत्तफाक है या नहीं है? बहुत सारी उन्हां ਦੀਆਂ ਗੱਲਾਂ ਨਾਲ ਮੇਰਾ ये जो पहली 4 बातें इन्होंने ਜਿਹੜੀਆਂ ਗੱਲਾਂ ਨੇ ਨਾ ਇਹ ਮੈਂ ਸਿਰਫ ਨਮੂਨਾ ਕੰਟੈਕਸਟ ਵਿੱਚ ਪੇਸ਼ ਕੀਤੀਆਂ ਨੇ ਕਿ ਜਮੀਲ ਸਾਹਿਬ ਨੇ ਜਿਹੜੀ ਗੱਲ ਸੁਣਾਈ ਹੈ ਨਾ ਇਹ ਬਿਲਕੁਲ ਝੂਠ ਹੈ। ਅੱਛਾ ਜੀ, ਇਹ ਮੈਂ ਝੂਠ ਦੇ ਰੈਫਰੈਂਸ ਨਾਲ ਤਾਂ ਗੱਲਾਂ ਪੇਸ਼ ਕੀਤੀਆਂ ਨੇ ਕਿ ਜਮੀਲ ਸਾਹਿਬ ਜਿਹੜੀ ਗੱਲ ਸੁਣਾ ਰਹੇ ਨੇ ਬਿਲਕੁਲ ਝੂਠ ਹੈ, ਇਹ ਵਾਕਿਆ ਇੰਜ ਨਹੀਂ ਹੈ। लेकिन मिर्जा साहब ਦੀਆਂ ਗੱਲਾਂ ਤੇ ਹੋਰ ਵੀ ਐਸੀਆਂ ਹਨ ਜਿਨ੍ਹਾਂ ਨਾਲ ਮੈਨੂੰ ਇਤਫਾਕ ਹੈ। ਜਿਹੜੀ ਆਇਤ ਖਾਤਮ ਨਬੀਨ ਦਾ ਉਹਨਾਂ ਤਰਜਮਾ ਕੀਤਾ ਉਹਦੇ ਨਾਲ 100% ਇਤਫਾਕ ਹੈ ਤੁਹਾਡਾ ਜਾਂ ਨਹੀਂ? 100%। ਅਹਿਮਦੀ ਉਹਦੇ ਨਾਲ ਇਤਫਾਕ ਨਹੀਂ, ਬਾਵਜੂਦ ਮੰਨਣ ਦੇ ਉਹਦੇ ਨਾਲ ਇਤਫਾਕ ਨਹੀਂ ਕਰਦੇ। ਇਹਦੇ ਨਾਲ ਵੀ ਇਤਫਾਕ ਹੈ ਜਿਹੜਾ ਮਿਰਜ਼ਾ ਸਾਹਿਬ ਆਖਿਆ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਨਬੂਵਤ ਦਾ ਦਾਅਵਾ ਕਰਨ ਵਾਲਾ ਮੁਸਲਮਾਨ ਕਜ਼ਾਬ ਦਾ ਭਰਾ ਹੈ। ਕੀ ਬਾਤ, ਇਹਦੇ ਨਾਲ ਵੀ ਮੇਰਾ ਇਤਫਾਕ ਹੈ ਜਿਹੜਾ ਮਿਰਜ਼ਾ ਸਾਹਿਬ ਨੇ ਆਖਿਆ ਹੈ ਕਿ ਜਿਹੜਾ ਨਬੀ ਵਲਾ ਕੇ ਰਸੂਲullah व ਖਾਤਮ ਨਬੀय्यीन ਤੋਂ ਬਾਅਦ ਨਬੂਵਤ ਦਾ ਦਾਅਵਾ ਕੋਈ ਕਰ ਕਿਵੇਂ ਸਕਦਾ ਹੈ? ਖਾਤਮ ਅਲ-ਅੰਬਿਆ ਤੋਂ ਬਾਅਦ ਨਬੂਵਤ ਦਾ ਦਾਅਵਾ कैसा? ਸੁਭਾਨ ਅੱਲਾਹ, ਸੁਭਾਨ। ਇਹਨਾਂ ਸਾਰੀਆਂ ਗੱਲਾਂ ਨਾਲ ਮੇਰਾ ਤੇ ਇਤਫਾਕ ਹੈ ਮਿਰਜ਼ਾ ਸਾਹਿਬ ਨਾਲ। ਇਹ ਪਤਾ ਨਹੀਂ ਕਿਉਂ ਮੇਰੀ ਕਿਸੇ ਵੀ ਗੱਲ ਨਾਲ ਇਤਫਾਕ ਕਰਦੇ ਇਸ ਚੀਜ਼ ਨਾਲ ਇਤਫਾਕ ਹੈ ਕਿ ਮਿਰਜ਼ਾ ਸਾਹਿਬ ਕਹਿੰਦੇ ਕਿ ਮੇਰਾ ਇਹ ਦਾਵਾ ਹਰਗਿਜ਼ ਨਹੀਂ ਹੈ ਕਿ ਮੈਂ ਨਬੀ ਔਰ ਰਸੂਲ ਹੂੰ। ਕਿਉਂ ਨਹੀਂ? ਉਹ ਸੈਣੀ ਸਾਹਿਬ ਕਦੀ ਛੱਡ ਵੀ ਦਿਆ ਕਰੋ ਯਾਰ, ਤੁਸੀਂ ਇੰਨੀ ਜ਼ਿਆਦਾ ਕਿਉਂ ਕਰ ਰਹੇ ਹੋ ਤੁਸੀਂ ਆਪਣਾ? मैं उनकी किहड़े लफ्ज बोला हूं जेड़े मर्जी सब ਤੁਹਾਡੇ लफ्ज मंजूर ने। आवाज नहीं आई मैनू क्या आखिया जो मर्जी कहो जी। वाटर साहब की कहते हो? हाँ जी हुसैनी साहब, आपकी इजाजत से मैं बम्बास्टिक साहब से एक बात पूछना चाहता हूँ। बहुत बहुत आला बात है, पूछें जी। बहुत ही अच्छी गल होगी। देखो सैनी साहब को कितनी पसंद आई है। हाँ जी बोलो जी। अच्छा बम्बास्टिक साहब ਸਾਡੇ ਕੋਲ ਬੰਦੇ ਨੇ ਕੰਮ ਦੇ ਜਿਹੜੇ ਅਕਲ ਦੀਆਂ ਗੱਲਾਂ ਦੱਸਦੇ ਨੇ, ਤੁਸੀਂ ਉਹਨਾਂ ਨੂੰ ਪੁੱਛਣ ਲੱਗੇ ਹੋ, ਗੱਲਾਂ ਖੁੱਲਣਗੀਆਂ, फैज जारी होंगे। तुम सदमे हमें देते ना हम फरियादियों का। हाँ तो समझदार आदमी है। जी जी। मैं आज इनसे एक बात पूछना था। आज मैं बैठा हुआ था, बाई चांस ही ज़िशान की ब्रॉड लगी हुई उस पे गया
तो वहां पे जनाब अली एकदम एक तस्वीर आई एक आदमी की और साथ उसकी 3 बेटियां थी। अच्छा। तो जनाब वो तस्वीर लगाई, ये आमिर नजीर साहब और शहनशाह वान साहब वहां पहले बैठे हुए थे और अबू बकर मीर साहब फौरन तशरीफ लाए और कहा जी कि ए जनाब अली ए जनाब है वाटर की तस्वीर हैगी है। अच्छा जी, तस्वीर आपने क्या ये देखिए, झूठ बोलना और गूं खाना एक बराबर होता है। ये तो आप कर रहे हैं ना। अब मिर्जा साहब ने सुनाया झूठ बोलना और जरा एक मिनट ठहर जाओ, चिकन हमारा ये तस्वीर वाली तो बात झूठ बोल रहे 12 लाख के। अच्छा जी, एक रेड कलर की शर्ट में आदमी था और उसके साथ 3 उसकी बेटियां थी तस्वीर में, और जनाब अली इन्होंने लगाई और कहा जी ये वाटर हैगा जी। ਤੇ ਅਮਰ ਭਾਈ ਅਗਲੀ ਤਸਵੀਰ ਆ ਰਹੀ ਹੈ ਬੰਬਾਸਟਿਕ ਦੀ, बस ठहर जाओ तुसी, वो भी आ रही है बम्बास्टिक दी तस्वीर। अच्छा। तो यार मैं इनसे ये वाली बात पूछता हूँ यार, ये पता नहीं कर क्या रहे हैं ये मुजरिमाना सोच के बंदे। हाँ। ये मुजरिम आदमी ये हैं कौन, ये इस्लाम के लगते हुए? ये ताजदार खत्म, ये हजूर की इज्जत का पहरा दे रहे हैं ना लोगों को, नंगा तस्वीरें लगा के। वो पता नहीं कौन आदमी ये साबित कर रहे हैं कि हमारे नबी जो थे जिनके सुन्नत पे हम चलते हैं वो इसी तरह किया करते थे, जिसको भी मानते हैं। ये अजीब व गरीब हरकत जी। अगली बम्बास्टिक दी आ रही है तो बड़ी उसको शाबाशें मिल रही हैं। ते मैनू भी बड़ा दसिया जा रहा है, ओए तेरा नां है वो तेरे दादे का नां है, वो ऐसी है पता करा लिया है। सुन लेना, पता नहीं यार ये कौन लोग हैं यार। हाँ, दूसरे को मौका दें वरना फिर बात वही हो जाएगी कि वो कंजर जो वल्दुज़्ज़ना कहलाते हैं वो भी झूठ बोलते हुए शर्माते हैं। बात ये है मैंने कहा कि आपका नाम शहरयार है, आपने कहा कि मेरा नाम वाटर है। मैंने कहा भाई आप कसम खा दें कि आपका नाम शहरयार नहीं है। आपको तकलीफ क्या है कि अगर वो चाहता है कि मेरा नाम वाटर ही कहलाया जाए? वाटर किसी बंदे का नाम है यहाँ पर? डज नॉट मैटर। ये टिकटॉक है और लोग अपना नाम नहीं बताना चाहते, तो आपको क्या तकलीफ? शहर यार नाम, अच्छा नाम बता, आपको तकलीफ क्या है कि अगर वो कहता है कि मेरा सही नाम ना पता चले लोगों को? मैं कहता हूँ जो नाम नहीं बताना चाहते उनकी प्रॉब्लम क्या है, प्रॉब्लम तो बताएं ना। आपको क्या तकलीफ है? नन ऑफ योर बिजनेस। अगर आप अपना तकलीफ है कि मैं किसी बंदे को वाटर कह के, बाल कह के, आप ना उसका नाम लें, ये मैं बल्ला कह के, बैट कह के नहीं पुकारना चाहता। आपको क्या तकलीफ है? आप ना नाम लें। अभी आपके सारे भाई कोई अपना काका सपाई बना हुआ है, कोई शहनशाह बना हुआ है, उनको क्यों नहीं कहते जाके पहले अपना घर को सीधा करो ना जाके? सबके नामों का पता है लोगों को, सोशल नहीं पता ना सोशल मीडिया पे जो नाम यार आपको किसने फन्ने खान बनाया हुआ है कि म्युनिसिपैलिटी का आपको इतना बड़ा फन्ने खान बनाया है कि मैं शहर यार का नाम लूं तो आप बीच में तो वो ना पसंद कर रहा है ना, वो बैठा हुआ आपके साथ, मैं जानू वो जाने ना, वो मेरे साथ बात कर रहा है, मैं जवाब दे लूंगा ना। हाँ तो वो आप मुंह बंद रखे ना, मैं उससे मैं क्यों मुंह बंद रखूं? बंद रखो ना मुंह अपना। तुम ये ब्लैकमेल ये क्या होता है? ये तुम्हारी मुजरिमाना हरकतें हैं। ये तुम मुजरिम हो, तुम मुजरिम लोग हो, पहले ही कौम के भगोड़े हो, ब्लैक मेलर हो, बेशर्म हो कि तुम लोगों की माओ बहनों की तस्वीरें लगाते हो, उनको एक्सपोज करते हो, उनको थ्रेट करते हो, उनसे रैंसम मांगते हो, पैसे मांगते हो। तुम टेररिस्ट हो। माओ बहनों को ब्लैकमेल करने वाला तुम्हारा सारा कल्ट है, तुम्हारी सारी मिर्जायत ही ये धंधा करती है। हुसैनी साहब ये देखें आप, ये गुंडागर्दी भी आप बहनों की गालियां देते हैं सारा दिन। अभी मैं कहता हूँ दावे से मैं कहता हूँ सुबह उठो, एक कान करो, सुबह 7 बजे से, एक मिनट शहर यार साहब, सुबह 7 बजे से मैं कसम खा के भी कह सकता हूँ, सुबह 7 बजे से लेकर दोपहर 12-1 बजे तक 5-6 घंटे की मैं गारंटी देता हूं कि जैसे ही आप नासिर भट्ट की ब्राड ऑन करेंगे वहां पर मुझे गालियां पड़ रही होंगी, मेरी तस्वीर लटकी होगी और मैं गालियां देता हूं। यार नासिर भट्ट को वो कंजर जो वल्दुज़्ज़ना कहलाते हैं ना, वो भी झूठ बोलते हुए शर्माते हैं। अपनी तस्वीर कोई शर्म कर लो, तुम तस्वीर अपनी खुद एडवर्टाइज, कोई शर्म कर लो, कुछ शर्म कर लो। झूठ बोलने की बजाय लोगों को गालियों का कहते हो। मैंने कसम खा के कहा सुबह 7 बजे से लेकर दोपहर 12-1 बजे तक 5-6 घंटे
वहां पर मेरी तस्वीर लटकी रहती है, मेरे बाप की तस्वीर, ओ मेरी बात सुनो, मेरे बाप की तस्वीर, मेरी तस्वीर तक मेरी माँ की तस्वीर, इन लानती मिर्जाइयों ने मेरे माँ बाप तक की तस्वीर लटकाई और ये झूठ बोल रहे हैं और कहते हैं कि तुम माँ बाप की लगाते हो, औरतों की लगाते हो। तुम तस्वीर अपनी खुद, तुम मिर्जाइयों ने किसकी माँ बहन को यहाँ पे छोड़ा है? इतने बेशर्म आदमी हो तुम। बेशर्म तुम्हारी सारी मिर्जाइयत है जो लोगों की माँ बहनों बेटियों को घंटों के हिसाब से बकवास करते हैं, गालियां देते हैं और ऊपर से कहते हैं तेरा मिर्जा लौंडेबाज है, तेरा मसरूर लौंडेबाज है, तेरा लौंडेबाज, तेरा मसरूरा लौंडेबाज है। जिस मसरूर ने ये गंद फैलाया हुआ है वो लौंडेबाज है सबसे बड़ा, जिसका वो मंगले वाला, जो मंगले वाला नहीं उसके साथ लौंडेबाजी करता था, ज़िना करता था उसके साथ। अब करो बकवास, अब करो बकवास। हाँ जी, अगर मुसलमानों पर भौंकोगे मैं तुम्हारी जुबान खींच के कुत्तों के आगे डाल दूंगा। तुम्हारा मसरूर वो मंगले वाले के साथ जो कुछ मुंडेबाजी करवाता रहा है ना, सारे सोशल मीडिया पे पता है लोगों को, वो इसकी चुमियां लेता था, इसके साथ मुंडेबाजी करता था। ये देख, ये गालियां मुसलमान देते हैं ना, दोनों वारी वट्टा करते हैं, मुसलमान गालियां देते हैं। वारी वट्टा तो वो उसका बेटा कहता है कि भाई लोग मुझे खत लिखते हैं कि बाप भी जानी था, बेटा भी जानी है। तो फिर ये सारा फिर अपना जो उनके चुको इन गंद नो, इस गंद का टोकरा चुको, मरजाइयत का गंद का टोकरा चुको ते दफा हो जाओ, दफा हो जाओ। गालियां ना दो, मुसलमानों को गालियां ना दो। अगर लोग है ना, मेरी बात सुनो, अगर गालियां दोगे तो तुम्हारा सारा वो हमारी जान छोड़ दो बगैर तो। ओहो, ले जी कैसर साहब, आप इनको जरा बताएं, आप यहाँ पे अमेरिका में प्रोफेशनल हैं, आप किसी की तस्वीर इस तरह लगा सकते हैं सोशल मीडिया पे? आप बताएं। मेरे तो अपने बच्चे की तस्वीर उन्होंने लगाई होती है और दूसरे नंबर का बच्चा है उसकी तस्वीर लगा के गालियां दे रहे होते हैं। हाँ, ये आप मुझे ये बताएं कि एक खाला है हमारी, वो मेरी तस्वीर, मेरी है भी नहीं, उनकी तस्वीर लगा के कहते हैं ये मतलब कैसर की माँ है, उसको गालियां दे रहे होते हैं। नहीं नहीं, ये अब आप देखें ना, ये आप आमिर नजीर साहब का बता रहे हैं कि हमारा बता रहे हैं? ये आपका बता रहे हैं जनाब। तो भाईजान आज तो आपकी ब्रॉड लगी हुई थी ना, मैं तो उसका जिक्र कर रहा हूँ। मैं आपको एक बात बताने लगा हूँ शानी साहब कि ये जो आप भी बैठे हुए थे शहनशाह साहब वहां पे, सवाल पूछा ना, ठहरे जी इनका जवाब दे लेने दे। लालमा साहब ने पूछा कि असल नाम क्यों नहीं लेना चाहिए, मैं बताने लगा हूँ। जो एक बंदा था, सुन ले जरा बात, हजरत मिर्जा ताहिर अहमद रहमतुल्लाह अलैह, उनके ऊपर इल्जाम लगा था कि उन्होंने जो ज़िया-उल-हक के दौर में कि उन्होंने एक शख्स है कुरैशी नाम का, उसका नाम है कि वो लापता है और उसको मिर्जा ताहिर अहमद रहमतुल्लाह जोड़ते पे यार गल तो काम ही तो चलाना बस, जिथों दी सुनी है इधरों सुनी उधर चला दो, उधर वाली सुनी उधर चला दो। वो जरा यार गल तो पूरी सुन लो हुण। ਤੁਹਾਨੂੰ ਗੱਲ ਦਾ ਹੀ ਨਹੀਂ ਪਤਾ, ਤਸਲੀਮ ਸਾਹਿਬ ਤੁਹਾਡੇ ਘਰੋਂ ਖਾਦਮ ਸੈਨ ਸਾਬਰੀ ਸਾਹਿਬ ਕਹਿੰਦੇ ਨੇ ਕਿ ਕਿੱਥੇ ਦੀ ਗੱਲ ਕਿੱਥੇ ਜੋੜਨ ਲੱਗੇ ਹੋ। ਸਰ ਉਹ ਕੁਰੈਸ਼ੀ ਦਾ ਜਿਹੜਾ ਇੱਕ ਬੰਦਾ ਸੀ ਨਾ, ਉਹ ਕਹਿੰਦੇ ਸੀ ਕੁਰੈਸ਼ੀ ਨਾਂ ਦਾ ਇੱਕ ਬੰਦਾ ਸੀ ਤੇ ਉਹ ਗੁੰਮ ਹੋ ਗਿਆ ਸੀ ਤੇ ਝੂਠਾ ਇਲਜ਼ਾਮ ਲੱਗਾ ਸੀ ਤੁਹਾਡੇ ਖਲੀਫਾ ਤੇ, ਇਹ ਠੀਕ ਹੈ? ਹਾਂਜੀ ਹਾਂਜੀ। ਤੇ ਕਿਤੇ ਤੇ ਅੱਜ ਤੱਕ ਇੱਥੇ ਝੂਠੇ ਪਰਚੇ ਪਾਕਿਸਤਾਨੀ ਦੇ ਲੋਕਾਂ ਦੇ ਉੱਤੇ ਸਿਰਫ ਤੁਹਾਡੇ ਖਲੀਫਾ ਤੇ ਇਲਜ਼ਾਮ ਲੱਗਾ? नहीं नहीं, वो तुहानू असल गल वाल ध्यान दिओ ना, मैं तुसी के असल ना क्यों नहीं लेना चाहिए। अच्छा, उत्थे एक मुरब्बी साहब भी साडे सन अफ्रीका च, उन्हां दा नाम भी सेम ही सी, सुन लो जरा ना, हुण उन्हां दा नाम भी सेम ही सी, वो कत्ल हो गए सन उत्थे नाइजीरिया दे। यार तस्लीम साहब वो बात नहीं हो रही, आप यार कौन सी बात, यहाँ पे सोशल मीडिया की बात हो रही है, आप क्यों कॉम्प्लिकेट करते हैं बातों को? असलम कुरैशी साहब जड़े ने ट्रिनिडाड विच शहीद होए। हुसैनी साहब मौजूद हो? हाँ जी जी, बिस्मिल्लाह। अस्सलाम वालेकुम। वालेकुम अस्सलाम। हाँ जी, जेड़े 83 सुनते पे ते 84 समझते पे ने जी। आमद नज़ीर साहब गल नूं गल दी जगह ते रखना चाहिए। लोग क्यों नहीं अपना नाम दसना चाहते? वो मैं अर्ज कर देना, वो गुजारिश है कि आज तो कुछ अरसा पहले तुसां ही ये ऐसे सोशल मीडिया ते फरमाया सी कि इन्हां दे जिद्दां
ਜਿੱਦਾਂ ਨਾਮ ਪਤਾ ਲੱਗਦੇ ਨੇ ਨਾ FIA ਚ ਅਸੀਂ ਦਿੰਨੇ ਆ ਤੇ ਉੱਥੇ ਅਸੀਂ ਇਸ ਤਰ੍ਹਾਂ ਦੀ ਜਿਹੜਾ ਨਾ ਕਾਰਵਾਈਆਂ ਪਾਉਂਦੇ ਆ ਵੀ ਇਹ ਸ਼ਾਤਮ ਹੈਗੇ ਨੇ। ਹੁਣ ਇਧਰੋਂ ਬੰਦਾ ਜਾਏ ਤੇ 에ਅਰਪੋਰਟ ਤੇ ਜਿਹੜਾ 24 ਘੰਟੇ ਦਾ ਸਫ਼ਰ ਕਰਕੇ ਆ ਜਾ ਵੀ ਤੂੰ ਤੇ ਇੱਧਰ ਆ ਗਿਆ, ਤੇਰੀ ਤੇ ਸਾਡੇ ਕੋਲ ਰਿਪੋਰਟ ਆਈ। ਹਾਂ ਕੋਈ ਵੀ ਮਤਲਬ ਇਹ ਹੈ ਵੀ ਫਿਰ ਮੁੜ ਕੇ ਪਾਕਿਸਤਾਨ ਹੀ ਜਾਣਾ ਹੈ। देखो ना एक मिनट सुन लो, तारक साहब की गल सुनो, मैं जवाब अपना साबरी साहब सिर्फ पाकिस्तान ही नहीं, मैंने कहा कि मैं मक्का मदीना से होके आया हूँ और वहां पे मैंने तेरे लिए दुआ की और मैंने रिकॉर्डिंग की। कहता अगली दफा जाएंगे तो जरा दसी होटल केड़ा है, अपना एयरलाइन केड़ी है, सीट नंबर केड़ी है, टाइम केड़ा जिसने तू उतरना, केड़े एयरपोर्ट ते उतरना जरा दसी ना। पाबंदी है तुम्हारे ऊपर, तुम नहीं जा सकते। नहीं, पहली बात तो ये है, पहली बात तो ये पता की होंदा है जे होंदे ना अलामा साहब अहमदी ते तुसी होंदे हो अलामा साहब दी जगह ते तुसां भी अलामा साहब नूं इहो ही गल पुछनी है तो होई नहीं हुसैनी साहब, ਇਹਦੇ ਤੋਂ ਵੱਧ ਕੇ ਨਾ ਪੁੱਛਣਾ, ਇਹਦੇ ਤੋਂ ਵੱਧ ਕੇ ਪੁੱਛਣਾ। आप अस्यूम क्यों कर रहे हैं बातें? ये तो आप अल्लामा साहब की गद्दी पे बैठ गए। जो अच्छा एक मिनट गल दसो तारक साहब, काफिर करार दिया है। तारक साहब अगर तुहाडे ते पाबंदी होवे अथॉरिटी होती कि तुसी पाकिस्तान नहीं एंटर हो सकदे ते तुसी पाकिस्तान एंटर हो ते तुहानू इदारे पकड़नगे कि नहीं पकड़नगे? तारक साहब मगर हुसैनी साहब गल ये है ये तो हो गई अहमदियां दी गल है कि अहमदी अपना नाम जाहिर नहीं करदे, जेड़े जाहिर करके अपना कोई अकीदा बढ़ा लेंदे ने, ठीक है। ए थल्ले मतलब कैसर साहब बैठे ने, ए लामा साहब को पूछो, इन्हां ने इन्हां दे घर गुंडे नहीं कल्ले, इन्हां कंट्री दे बंदूक रख के नहीं किया कि अपने अकीदे तो फिर तू केड़े कम लगा है। और सुबह मन के आए ने लामा साहब जदों मन आया तो उस गल नूं छड्ड दो ना भाई, ਉਹ ਤੇ ਮੰਨਿਆ। ਅੱਛਾ ਤਾਰਕ ਸਾਹਿਬ ਇਹ ਦੱਸੋ ਕਿ ਨਹੀਂ ਜਿਹੜੇ ਬੰਦਿਆਂ ਦੀਆਂ ਤੁਹਾਡੀਆਂ ਦੀਆਂ ਤਸਵੀਰਾਂ ਸਾਡੇ ਕੋਲ ਹੈ ਨੇ ਜਾਂ ਜਿਹੜੇ ਬੰਦੇ ਇੱਥੇ ਤਸਵੀਰ ਨਾਲ ਗੱਲ ਕਰਦੇ ਨੇ, ਇਹਨਾਂ ਸਾਰਿਆਂ ਬੰਦਿਆਂ ਨੂੰ 에ਅਰਪੋਰਟ ਤੇ ਜਿਸ ਵੇਲੇ ਉਤਰਦੇ ਨੇ ਇਹਨਾਂ ਚ ਕੋਈ ਬੰਦਾ ਪਾਕਿਸਤਾਨ ਕਦੇ ਗਿਆ ਨਹੀਂ, ਜਿਹੜਾ ਜਾਂਦਾ ਗ੍ਰਿਫਤਾਰ ਹੋ ਜਾਂਦਾ? ਤੁਹਾਡੀ ਮੈਂ ਉਹਦਾ ਹੀ ਜਵਾਬ ਦੇਣ ਲੱਗਾ। ਤਾਰਕ ਸਾਹਿਬ ਤੁਹਾਡੀ ਤਸਵੀਰ, ਤਾਰਕ ਸਾਹਿਬ ਖੁਦ ਤੁਸੀਂ ਤਸਵੀਰ अपनी तस्वीर यार गलत करन दो। तारक साहब तुहाडी तस्वीर तुसां खुद कैमरा ऑन करके पेश की थी, आज तक तुहानू कदे किसी पे शातम आखे तुहानू किसी थ्रेट कीता है कि तुसी शातम हो? तो तारक साहब जिस दिन तुसी पाकिस्तान जाओगे तो तुसी फड़े जाओगे। आप करते हैं थ्रेट तारक साहब, एक बारी मैं तुहानू एक मिनट गल करन दे। तारक साहब मैं तुहानू एक बारी आख्या कैमरा ऑन करो, एक मिनट गल सुन लो। तुसां उसे वेले कैमरा ऑन करता, इस गल नू साल हो गया, इंजे गल है ना? उस एक साल दे विच अज तक किसी बंदे इस सोशल मीडिया टिकटॉक दे उत्ते तुहानू आख्या कि तुसी शातम रसूल हो तो जिस दिन तुसी पाकिस्तान गए तुसी फड़े जाओगे? नहीं मनु नहीं आख्या। क्यों नहीं आख्या? मतलब तस्वीर भी तुसां खुद डिस्प्ले कीती, तुसां खुद डिस्प्ले कीती मेरे कहने ते। साहब क्या तुहानू मतलब एक खतरा है अगर पाकिस्तान जाओ? अगर तो तारक साहब आपकी तस्वीर है, इट इज जस्ट अ मैटर ऑफ टाइम। मिर्जा साहब कहते ने कि जो वो कंजर जो वल्द ज़ना कहलाते वो भी झूठ बोलते हुए शर्माते। कुरान करीम में ऐसे कंजरों को सलीम कहते हैं, मगर भी मुगीरा को सलीम का एक मिनट ठहरो, गल भी कर लेंदे ना गल मेरे ते होई। एक मिनट ठहरो जरा, बाद ऐसे मज़ामीन दे उत्ते गुफ्तगू शुरू हो गई है जिन्दा उनवान ही कोई नहीं, पता ही नहीं वे की गल कर रहे हो, एवं भाई लगे जाते हो। पहले मौजू ते आओ, कोई थोड़ी जी गल नूं बेहतर बनाओ, इस तरह ना करो। कोई जरूरी तो नहीं कि असी हर वक्त एतवार रहिए और ऐसे ऐसे पहलू बदलते रहिए जिन्दा आपस में कोई जोड़ है। बेतुकियां गल्लां ते बेसिरियां गल्लां। पाकिस्तान जेड़े लोग इत्थे आए ने उन्हां दा पाकिस्तान दा शौक भी बड़ा ते वलवला भी बड़ा। वैसे रहना इत्थे ही है, पैसे इत्थे कमाने ने, बच्चों नूं इत्थे रखना है ते हर वक्त पाकिस्तान दी तैयारी बन्नी है, समान बन्नी बैठे ने। हालांकि कोई पाकिस्तान नहीं जाते, ना किसी ने पाकिस्तान जाना है। एवं खामखा उन्होंने इशू बनाए है।
बेशक। अस्सलाम वालेकुम सैनी साहब। जी वालेकुम सलाम जी। सैनी साहब मैं गल करना चाहना प्लीज। चलो जी गल करो ते बड़ी वजाहत दे नाल करो ते सवाल दे रंग विच वजाहत ਉਹ ਜਿਹੜੀ ਨਾਮ ਆਪਣਾ ਜ਼ਾਹਿਰ ਕਰਨ ਵਾਲੀ ਗੱਲ ਸੀ, ਆਪਣਾ ਐਡਰੈਸ ਸੀ, ਆਪਣੇ ਪਿੰਡ ਦਾ ਨਾਮ ਦੱਸਣਾ, ਉਹਦਾ ਨੁਕਸਾਨ ਇਹ ਹੁੰਦਾ ਹੈ, ਉਹਦਾ ਨੁਕਸਾਨ ਇਹ ਹੁੰਦਾ ਹੈ ਕਿ ਮਲਕ ਕੈਸਰ ਸਾਹਿਬ ਤੁਹਾਨੂੰ ਪਤਾ ਬੜੇ ਅਰਸੇ ਤੋਂ ਇੱਥੇ ਆ ਰਹੇ ਨੇ, ਸ਼ਹਿਨशाह ਸਾਹਿਬ, ਸ਼ਹਿਨशाह ਸਾਹਿਬ ਮਲਕ ਕੈਸਰ ਸਾਹਿਬ ਬੜੇ ਅਰਸੇ ਤੋਂ ਇਸ ਬਰਾੜ ਤੇ ਆ ਰਹੇ ਨੇ, ਠੀਕ ਹੈ। ਔਰ ਇਹਨਾਂ ਨੇ ਕਿਹਾ ਸੀ ਕਿ ਮੈਂ ਹਜ਼ਰਤ ਈਸਾ अलैहिस्सलाम ਦੀ ਵਫਾਤ ਦਾ ਕਾਇਲ, ਠੀਕ ਹੈ। ਈਸਾ अलैहिस्सलाम ਫੌਤ ਹੋ ਚੁੱਕੇ ਨੇ, ਉਹਨਾਂ ਨੇ ਕਿਹਾ। ਅੱਛਾ ਠੀਕ ਹੈ। ਅੱਛਾ ਉਹਦੇ ਬਾਅਦ ਕੀ ਹੋਇਆ ਕਿ ਉਹਨਾਂ ਦੇ ਘਰ ਚ ਕੁਝ ਗੁੰਡੇ ਘੱਲੇ ਗਏ, ਤੁਸੀਂ ਜਿੱਥੇ ਵੀ ਮਤਲਬ ਉਹਨਾਂ ਦੇ ਪਿੱਛੇ ਘਰ ਜਿਹੜਾ ਉਹਨੇ ਆਪਣਾ ਐਡਰੈਸ ਦਿੱਤਾ ਸੀ, ਉਹਨਾਂ ਸਾਹਿਬ ਤੁਹਾਨੂੰ ਪਤਾ ਉਹਨਾਂ ਆਪਣਾ ਐਡਰੈਸ ਹਰ ਸ਼ਾਇਦ ਦਿੱਤੀ ਹੋਈ ਹੈ, ਠੀਕ ਹੈ। ਅੱਛਾ ਹੁਣ ਉੱਥੇ ਗੁੰਡੇ ਘੱਲੇ ਗਏ, ਉਹਨੇ ਪਤਾ ਨਹੀਂ ਸੀ ਚੱਲ ਰਿਹਾ ਕਿ ਕਿੰਨੇ ਘੱਲੇ ਨੇ, ਠੀਕ ਹੈ। ਉਹਨਾਂ ਨੇ ਜਾ ਕੇ ਉਹਨੂੰ ਥ੍ਰੈਟ ਕੀਤਾ ਕਿ ਤੁਸੀਂ ਇਹ ਇਸਲਾਮ ਤੋਂ ਫਿਰਨ ਰਹੇ ਹੋ ਤੇ ਬਾਜ਼ ਆਓ, ਠੀਕ। ਔਰ ਉਹਦੇ ਬਾਅਦ ਉਹ ਥੋੜਾ ਜਿਹਾ ਬਾਜ਼ ਆਏ ਔਰ ਇੱਕ ਅੱਜ ਸੁਬਹ ਪਤਾ ਚੱਲਿਆ ਕਿ ਉਹ ਅਲਾਮਾ ਆਮਿਰ ਨਜ਼ੀਰ ਸਾਹਿਬ ਨੇ ਇਹ ਐਕਸੈਪਟ ਕੀਤਾ ਹੈ ਕਿ ਜਿਹੜੇ ਗੁੰਡੇ ਸਨ ਉਹ ਅਸੀਂ ਘੱਲੇ ਸਨ ਔਰ ਅਸੀਂ ਕਨਪੜੀ ਤੇ ਬੰਦੂਕ ਰੱਖ ਕੇ ਇਹਨਾਂ ਦੀ ਇਹ ਗੱਲ ਕੀਤੀ ਹੈ ਕਿ ਤੁਸੀਂ ਇਸ ਕੰਮ ਤੋਂ ਬਾਜ਼ ਆਓ, ਠੀਕ ਹੈ। ਸਾਹਮਣੇ ਬੈਠੇ ਨੇ, ਪੁੱਛ ਲਓ, ਮੁਹੰਮਦ ਹੁਸੈਨ ਸਾਹਿਬ ਬੈਠੇ ਨੇ, ਸਾਹਮਣੇ ਗੱਲ ਹੋਈ ਹੈ ਔਰ ਆਮਿਰ ਨਜ਼ੀਰ ਸਾਹਿਬ ਨੇ ਨਹੀਂ ਐਕਸੈਪਟ ਕੀਤਾ, ਠੀਕ ਹੋ ਗਿਆ, ਨਹੀਂ ਘੱਲੇ ਗੁੰਡੇ ਉੱਥੇ, ਠੀਕ ਹੈ। ਫਿਰ ਕਿਉਂ ਕੋਈ ਬੰਦਾ ਆਪਣਾ ਨਾਮ ਔਰ ਪਤਾ ਜ਼ਾਹਿਰ ਕਰ ਸਕਦਾ ਹੈ? ਤੇ ਨਾ ਦੱਸੋ, ਬੜੀ ਅੱਛੀ ਗੱਲ ਹੈ, ਠੀਕ। ਤੁਹਾਡੀ ਗੱਲ ਸਮਝ ਆ ਗਈ ਕਿ ਨਾ ਪਤਾ ਨਹੀਂ ਦੱਸਣਾ ਚਾਹੀਦਾ, ਤਾਂ ਐਗਰੀਡ। ਤੇ ਹੁਣ ਵਾਟਰ ਸਾਹਿਬ ਗੱਲ ਕਰੋ, ਤੁਸੀਂ ਦੱਸੋ। हाँ जी हुसैनी साहब, मैं इस बात पे मतलब कि हैरान हूँ। सबसे पहले बात तो ये है कि वो तस्वीर चले मेरी नहीं थी। हाँ हाँ ठीक है, वो आदमी था एक शरीफ आदमी। तस्वीर नहीं तो किसी ने उन्होंने तस्वीर करके किसी जगह, हाँ जी ये कह रहे हो। तो मैं ये बात पूछ रहा हूँ कि इनको क्या ऐसी क्यूरियसनेस है कि ये जनाब अली पिछले 15 दिनों से मुझे ढूंढते फिर रहे हैं। हाँ, क्योंकि मैंने एक इनके चेले को ना, आमिर हक का और AK शेख का एक चेला है, हाँ, अहीर साहब, शायद आपकी ब्रॉड पे भी कभी आए हो, ठीक है। वो जो उसकी औकात थी ना उसके लिहाज से उसको ट्रीटमेंट दिया था, ठीक है, हो गया। उस दिन के ना ये मुझे ढूंढते फिर रही है और एक कोई पागल सा आदमी है, कोई मतलब ये गल्लां ने मैं कैमरा तुसी भी खोलो ते ਅਸੀਂ ਵੀ ਖੋਲੀਏ ਤੇ ਇਸ ਜਿਹੜਾ ਮੀਡੀਅਮ ਦੇ ਵਿੱਚ ਗੱਲ ਨਾ ਕਰੋ। ਵਾਟਰ ਜਿਹੜੀ ਗੱਲ ਤੁਸੀਂ ਅਸੂਲੀ ਦੱਸ ਦਿੱਤੀ और ठीक हो गई। वाटर साहब ਤੁਸੀਂ ਬੰਬਾਸਟਰ ਸਾਹਿਬ ਦੀ ਗੱਲ ਸੁਣੋ जी। ਬੰਬਾਸਟਰ ਸਾਹਿਬ सुनाओ। वाटर साहब ये आप इन बातों की फिक्र ना किया करें। AK शेख जो है ना वो अपना ये शौक पूरा कर चुका है, हाँ। और उसको जब अदालत में हमने घसीटा ना तो अखी पाई नहीं दुखदा, वो बंदा अखी पाई नहीं दुखदा। आपने उसका इनिशियल जोश नहीं देखा हुआ कि वो क्या क्या करता था। तो उसको जब कनाडा में लेके गए ना हम टेररिस्ट, उसके ऊपर एक्ट लगे और नफरत फैलाने में, तो फिर वो अपना चीखा मारदा सी कि देखो मैनू कितने फसा देता है। तो इसलिए जिसको ज्यादा शौक हो ना वो पूरा करे, बेशक कोई बात नहीं है। उन्होंने यही काम ये लोग जा रहे हैं। शेख साहब ने नवा वुज़ू बनाया तो उन्होंने कहा कि ਅਸੀਂ ਆਪਣੇ ਰਵਈਆਂ ਦੇ ਵਿੱਚ 2 ਸਾਲ ਹੋਏ ਨੇ, ਉਹ ਗਏ ਕੈਲਗਰੀ ਦੇ ਵਿੱਚ, ਕੁਝ ਲੋਕ ਮੁਸਲਮਾਨ ਹੋ ਗਏ ਅਹਿਮਦੀਆਂ ਤੋਂ, ਕੋਈ ਇੱਕ ਬੰਦਾ ਜਾਂ ਜ਼ਿਆਦਾ ਬੰਦੇ ਕਸ਼ਮੀਰੀ, ਤੇ ਉੱਥੇ ਬੜਾ ਜਸ਼ਨ ਮਨਾਇਆ ਗਿਆ, ਕੋਈ 1000 ਬੰਦੇ ਇਕੱਠੇ ਹੋਏ ਤੇ ਸ਼ੇਖ ਸਾਹਿਬ ਆਲ ਦ ਵੇ ਡਾਊਨ ਉੱਥੇ ਗਏ ਕੈਲਗਰੀ, ਤੇ ਉਹਨਾਂ ਨੇ ਫਿਰ ਉੱਥੇ ਇਜ਼ਹਾਰ ਕੀਤਾ ਹੈ ਕਿ ਕੁਛ ਅਸੀਂ ਵੀ ਆਪਣੇ रवैया ही तब्दीली की थी। तो इस तरह तो होता ही रहता है, मौसम जो बदलते हैं। रवैयों में तब्दीली जो थी वो आराम से नहीं हो गई, उसकी वजह 2-3 बात दवाइयां खानियां पैनियां ने। ਜਿਹੜਾ ਬੰਦਾ ਇੱਥੇ ਨਹੀਂ ਆਇਆ ਮਾੜੀ ਗੱਲ ਹੈ, ਜਿਹੜੇ ਇੱਥੇ ਬੈਠੇ ਨੇ ਇਹਨਾਂ ਦੀ ਡਿਸਕਸ ਕਰ ਲਓ, ਇਹਨਾਂ ਦੀ ਕਰ ਲਓ। ਬਿਲਕੁਲ ਬਾਕੀ ਇਹ ਚਾਰੇ ਬੰਦੇ ਰਲ ਕੇ ਬਾਕੀ ਤੇ ਅਸੀਂ ਬੜੀ ਮੋਰਲੀ ਸਟਰੋਂਗ ਅਸੀਂ ਸਿਰਫ ਉਹਨਾਂ ਦੀ ਗੱਲ ਹੀ ਕਰਨੇ ਆ ਜਿਹੜੇ ਮੌਜੂਦ ਹੁੰਦੇ ਨੇ। ਨਹੀਂ ਉਹ ਜਵਾਬ ਨਹੀਂ ਨਾ ਦੇ ਸਕਦੇ, ਸਾਰਾ ਹੀ ਝੂਠ ਹੈ। ਹਮੇਸ਼ਾ ਅਸੀਂ ਉਹਨਾਂ ਦੀ ਗੱਲਾਂ ਕਰਨੇ ਆ ਜਿਹੜੇ ਮੌਜੂਦ ਹੁੰਦੇ ਨੇ। ਅਸੀਂ ਸ਼ੇਖ ਸਾਹਿਬ ਦੇ ਬਾਰੇ ਸਾਰਾ ਸ਼ੇਖ ਸਾਹਿਬ ਆ ਜਾਣਗੇ ਆਪੀ ਆ, ਹੋ ਸਕਦਾ ਅਸੀਂ ਝੂਠ ਤੇ ਸੁਣਦੇ ਵੀ ਤੁਹਾਡੇ ਮੂੰਹ ਤੋਂ ਕੈਸਰ ਦੇ ਘਰ। ਹੋ ਸਕਦਾ ਹੈ ਕਿ ਅਸੀਂ ਸਾਰੇ ਗੁੰਡੇ ਕਿਉਂ ਕੱਲੇ ਸਨ ਕੈਸਰ ਦੇ ਘਰ। ਉਹ ਚਲੋ ਫਿਰ ਉਹ ਜਾਣਨ ਤੇ ਉਹ ਜਾਣਨ ਨਾ, ਉਹ ਨਹੀਂ ਮੇਰੇ ਕੋਲ ਪੁੱਛ ਲਓ, ਮੈਂ ਜਵਾਬ ਦੇਣਾ ਵਾ। ਬੰਦੇ ਤੇ ਜਵਾਬ ਉਹ ਤੇ ਨਹੀਂ ਨਾਰਾਜ਼, ਤੇ ਤੁਹਾਨੂੰ ਕੀ ਮਤਲਬ ਮੁਸ਼ਕਲ ਹੈ? ਮੇਰੇ ਕੋਲ ਪੁੱਛੋ ਤੇ ਮੈਂ ਜਵਾਬ ਦਵਾਂਗਾ। ਪੁੱਛਿਆ ਸੈਣੀ ਸਾਹਿਬ ਜੀ, ਜੀ ਸੈਣੀ ਸਾਹਿਬ, ਕੁਝ ਗੱਲਾਂ ਜਿਹੜੀਆਂ ਨੇ ਕੰਨਾਂ ਨੂੰ ਸੁਣਨ ਵਾਸਤੇ ਬੜੀਆਂ ਚੰਗੀਆਂ ਲੱਗਦੀਆਂ ਨੇ, ਹਾਂ,
ਤੇ ਕੁਝ ਗੱਲਾਂ ਜਿਹੜੀਆਂ ਨੇ ਪ੍ਰੈਕਟੀਕਲੀ ਜਿਹੜੀਆਂ ਨੇ ਬੜੀਆਂ ਔਖੀਆਂ ਹੁੰਦੀਆਂ ਨੇ, ਭੱਜ ਭਜਾੜੀ ਕਰਨੀ ਪੈਂਦੀ। ਬਿਲਕੁਲ ਬਿਲਕੁਲ। ਤੇ ਹੁਸੈਨ ਸਾਹਿਬ AK ਸ਼ੇਖ ਸਾਹਿਬ ਦੇ ਬਾਰੇ ਗੱਲ ਕਰ ਰਹੇ ਨੇ, ਤੇ ਮੈਂ ਤੇ ਚਲੋ ਜ਼ਿਆਦਾ ਤਾਂ ਨਹੀਂ ਜਾਣਦਾ, ਤੇ ਉਹਨਾਂ ਦਾ ਇੱਕ ਚੈਨਲ ਹੈ YouTube ਤੇ ਜ਼ੈਤੂਨ FM ਦੇ ਨਾਲ। ਹਾਂਜੀ। ਤੇ ਜਮਾਤ ਨੇ ਉਹਨਾਂ ਤੇ ਇੱਕ ਕੇਸ ਕੀਤਾ ਹਾ, ਕੋਈ ਫੋਟੋਜ਼ ਲੀਕ ਹੋਈਆਂ ਸਨ ਤੇ ਉਹਨਾਂ ਦੇ ਬਾਰੇ। ਠੀਕ। ਤੇ ਉਹ ਆਈਆਂ ਵੀ ਖਵਾਤੀਨ ਦੀਆਂ, ਤੇ ਉਹਨਾਂ ਨੇ ਜਾ ਕੇ ਅਦਾਲਤ 'ਚ ਕੀਤਾ, ਕੰਟੈਸਟ ਕੀਤਾ, ਤੇ ਫਿਰ ਉਹਨਾਂ ਨੇ ਜਿਹੜਾ ਹੈ ਉਹ ਕੇਸ ਵਾਪਸ ਲੈ ਲਿਆ। ਉਹਨਾਂ ਨੇ ਬਕਾਇਦਾ ਜਿਹੜਾ ਉਹ ਆਪਣੇ ਪ੍ਰੋਗਰਾਮ ਹੀ ਕੀਤਾ ਜ਼ੈਤੂਨ FM ਤੇ ਉੱਥੇ ਚੈੱਕ ਕਰ ਲੈ ਕਿ ਕਿੰਨੇ ਕਿਸੇ ਨੂੰ ਕੀਤਾ, ਕੀ ਕੀਤਾ। ਇਹ ਤੇ ਨੇ ਗੱਲਾਂ ਬਾਅਦ ਦੀਆਂ। ਤੇ ਦੂਜੇ ਨੰਬਰ ਤੇ ਜਿਹੜੀਆਂ ਫੋਟੋਆਂ ਲਾ ਕੇ ਆਉਣਾ ਜਾਂ ਕਰਨਾ ਜਾਂ ਆਣਾ ਇੱਕ ਦੂਜੇ ਨੂੰ ਧਮਕੀ, ਇਹ ਠੀਕ ਠਾਕ ਦੀ ਬਦਮਾਸ਼ੀ। ਜੇ ਕਿਸੇ ਨੂੰ ਏਡਾ ਚਾਹੇ ਤੇ ਜਾਏ ਇੱਕ ਦੂਜੇ ਦੇ ਸਾਹਮਣੇ ਬਵੇ ਤੇ ਗੱਲ ਕਰ ਲੈਣ ਦੋਏ ਵਾਰ। ਇੱਥੇ ਆ ਕੇ ਇੱਕ ਦੂਜੇ ਨੂੰ ਧਮਕੀ ਦੇਣੀ ਤੇ ਦੂਜੇ ਨੂੰ ਆਣਾ ਤੂੰ ਫੋਟੋ ਲਿਆ ਦੇ, ਤੂੰ ਆਣਾ ਤੂੰ ਕਰ ਕੈਮਰਾਨ, ਇਹ ਤੇ ਇੱਥੇ ਹੀ ਚਾਤਰਾ ਸ਼ੁਗਰ ਲੱਗਾ, ਫੋਟੋ ਟੰਗੀ ਤੇ 3 ਦਿਹਾੜੇ 4 ਦਿਹਾੜੇ ਲੱਗੀ, ਉਸ ਤੋਂ ਬਾਅਦ ਬਸ ਹੋ ਗਈ। ਬਸ ਇਸ ਤਰ੍ਹਾਂ ਹੀ ਗੱਲ। ਇਹ ਜਿਹੜੀ ਗੱਲ ਪੇ ਵਾਟਰ ਸਾਹਿਬ ਕਹਿੰਦੇ ਨੇ ਨਾ, ਸ਼ਹਿਰੀਆਰ ਸਾਹਿਬ ਜਿਹੜੀ ਨਹੀਂ ਅਲੀ ਵਾਲਾ ਸਾਹਿਬ ਜਿਹਦੇ ਘਰ ਗੁੰਡੇ ਘੱਲੇ ਨੇ ਉਹਦਾ ਜਵਾਬ ਤੇ ਦੇਣ ਨਾ। ਕੱਲ ਨੂੰ ਅਹੀਰ ਨੂੰ ਮੈਂ ਇਹ ਉਹਦੀ ਜ਼ੁਬਾਨ ਵਿੱਚ ਜਵਾਬ ਦਿੱਤਾ ਜੀ। ਅਗਰ ਇਹ ਤੁਸੀਂ ਰਿਕਾਰਡਿੰਗ ਸੁਣ ਲਓ ਤੇ ਤੁਹਾਨੂੰ ਪਤਾ ਲੱਗੇ ਕਿ ਉਹਦੇ ਮੁਤਲਕ ਗੱਲ ਕਿਹੜੀ ਜ਼ੁਬਾਨ ਗੱਲ ਨਹੀਂ ਕਰਨੀ ਚਾਹੀਦੀ, ਜਿਹੜਾ ਨਹੀਂ ਕਿਉਂ ਕਰਨੀ ਹੈ। ਜਿਹੜੇ ਇੱਥੇ ਲੋਕ ਮੌਜੂਦ ਨੇ ਉਹਨਾਂ ਦੀ ਗੱਲ ਕਰੋ ਜੀ। ਤੁਸੀਂ ਦੋਏ ਰਲ ਕੇ ਗੱਲ ਕਰੋ ਤੇ ਉਹਦੇ ਨਾਲ ਜਰਾ ਗੱਲ ਸਹੀ ਸਮਝ ਆ ਜਰਾ ਬਿਹਤਰ ਹੋ ਜਾਏਗੀ। ਉਹ ਕੋਰਸ ਦੇ ਨਾਲ ਕਰੋ ਜੀ। ਇੱਥੇ ਇੱਕ ਬੰਦਾ ਬੈਠਾ ਹੈ ਜਿਹੜਾ ਲੋਕਾਂ ਦੇ ਘਰ ਗੁੰਡੇ ਕਰਕੇ ਕਹਿੰਦਾ ਮੈਂ ਘੱਲੇ ਨੇ, ਕਿਉਂ ਨਹੀਂ ਜਵਾਬ ਦਿੰਦਾ? ਕਿਉਂ ਨਹੀਂ ਜਵਾਬ ਦਿੰਦਾ? ਤੇ ਉਹ ਜਵਾਬ ਹੈ ਨਾ ਉਹਦਾ ਬੜਾ ਆਸਾਨ। ਜਿਹਦੇ ਘਰ ਕੱਲੇ ਨੇ ਉਹਨੂੰ ਤੇ ਇਤਰਾਜ਼ ਕੋਈ ਨਹੀਂ, ਦੂਸਰੇ ਨੂੰ ਕਿਉਂ ਇਤਰਾਜ਼ ਹੈ? ਦੂਸਰੇ ਨੂੰ ਇਤਰਾਜ਼ ਹੈ ਕਿ ਉਹ ਕਹਿੰਦਾ ਕਿ ਨਾ ਖੋਲ ਕੇ ਸਾਹਮਣੇ। ਨਹੀਂ, ਗੱਲ ਇਹ ਹੈ ਕਿ ਜਿਨ੍ਹਾਂ ਦੇ ਘਰ ਉਹਦਾ ਜਵਾਬ ਇੱਕੋ ਹੀ ਹੈ ਜਿਹੜਾ ਮਿਰਜ਼ਾ ਸਾਹਿਬ ਨੇ ਦਿੱਤਾ ਹੈ ਕਿ वो कंजर जो वल्दुज़्ज़ना कहलाते हैं वो भी झूठ बोलते हुए शर्माते हैं। मिर्जा साहब फरमाते हैं मिर्जा साहब फरमाया है, सुभान अल्लाह, मिर्जा साहब फरमाया है वो कंजर जो वल्दुज़्ज़ना कहलाते हैं वो भी झूठ बोलते हुए शर्माते हैं। सुभान अल्लाह। अमर साहब आपने कहा नहीं है घंटा पहले अपने गुंडे भेजे हैं? मैं दसिया मिर्जा साहब ने जवाब दिता है सवाल का, नहीं कहा कि झूठ बोलते हुए वो भी शर्माते हैं जो कंजर और वल्दुज़्ज़ना होते हैं। कसम खाए नहीं कहा आपने ये बात। मैं जवाब दे दिया। कसम खान दी आपने क्या फरमाया इसके मुतल्लिक? नबी पाक की तलाश करो। लो ना सा निकल गया जे रसूल अल्लाह दे नाम ते नाउज़। नबी पाक ने कोई ऐहो जिहा फतवा दिता है? अच्छा उन्हें क्या झूठ बोलो, जेड़ा झूठ बोलो कोई गल खैर मेरे नहीं। नबी पाक ने तो बल्कि है क्या, नबी पाक ने फरमाया अकबरुल कबाइर है कि रसूलुल्लाह ने 3 मौकों पे झूठ बोला। रसूलुल्लाह ने फरमाया नंबर 1, अगर बीवी नाराज हुए और उसे मनाने के लिए झूठ बोलने की इजाजत है। हाँ जी, हदीस है ना जी। हाँ जी। कि 3 मौकों पे तो नबी पाक तो झूठ को उन्होंने तो अपना जारी किया, इसका मतलब है ना उन्होंने तो तरवीज दी। नाउज़ुबिल्लाह। हैं जी, यही मतलब है ना आपका। जिन्ना मर्जी ज़हर उगल नहीं, जो ज़हर आप मानते हैं, आप खुद कहते हैं ज़हर उगलन की गल है, गंद उगलो। आपके सामने सोशल मीडिया उत्ते तुसी नंगे होण लगे हो ते लोकां नूं तुहाडा पता पे लगदा है कि तुहाडी हकीकत की है। कपड़े तुहाडे सारियां दे ले गए ने। तुसी जेड़ी गल हुण मिर्जा साहब दी गल है कि जो कंजर और वल्दुज़्ज़ना होते वो भी झूठ बोलते शर्माते हैं, ਇਹਦੇ ਵਾਸਤੇ नबी पाक दा कौल तलाश करना है। आप बताओ झूठ के मतलब मिर्जा साहब दा किड्डा सोहना कौल है कि वो कंजर जो वल्दुज़्ज़ना कहलाते हैं वो भी झूठ बोलते हुए शर्माते हैं। की है इस कौल च झूठ बोल रहा है? ਇਹਦੇ ਚ ਕੀ गलती है? इस कौल च कोई गलती है? इसमें कोई गलती है? रसूलुल्लाह ने क्या फरमाया है? रसूलुल्लाह की तो जरूरत ही नहीं, फिर इत्थे फतवा साडे कोल है नेड़े। फरमाया है कि नहीं कुछ फरमाया जो कोई रसूलुल्लाह ने फरमाया तुसी पढ़ दियो। रसूलुल्लाह ने फरमाया, दसो रसूलुल्लाह ने कहा कि झूठ बोलो। जो रसूलुल्लाह ने फरमाया, जे रसूलुल्लाह ने फरमाया झूठ बोलो ते ਉਹ ਝੂਠੇ ਤੇ ਲਾਨ ਜਿਹੜਾ ਰਸੂਲੁल्लाह ਦੇ ਬਾਰੇ ਇਹੋ ਜੀ ਗੱਲ ਕਹਿੰਦਾ ਤੇ ਉਹਦੇ ਬਾਰੇ ਉਹੋ ਹੀ ਫਤਵਾ है कि जो कंजर और वल्दुज़्ज़ना कहलाते वो भी झूठ बोलते शर्माते, वो भी रसूलुल्लाह पर यूं झूठ बांधते हुए शर्माते हैं। 3 मौकों पे झूठ बोला कि नहीं, हदीस है। हाँ, तो इसका मतलब ये है कि सब मौकों पर झूठ बोला। मसला तो समझा दो, प्रॉब्लम क्या है? बोलो।
हदीस बोलो में ना जाओ, नहीं लोग केड़े पासे तुर पे हो, बड़ी कोशिश एक दफा की है, झूठ बोलो, दो दफा बोलो, या बड़ी कोशिश की है कि कोई किसी ही है नहीं है इस बात मोहम्मद हुसैन साहब कोई अच्छी गल कर ली है। अब बात ये है कि मसला क्या है, वफात मसीह दे उत्ते ना गल कर ली है। मोहम्मद हुसैन साहब बाबा जानी साहब ईसा अलैहिस्सलाम दे मुतल्लिक कुरान वफात दा जिक्र है या याद दा जिक्र है? इथे जेड़ा बंदा मान लेगा ना वो फसा उधर ਉਹਦੇ ਕਰ मैं क्या वो जेड़ी आयत है कुरान करीम में हुसैनी साहब बाबा जानी एक मिनट हुसैनी साहब ये कौन सी हदीस है कि जी 3 मौकों पे झूठ बोलने की इजाजत है, नबी पाक ने फरमाया? हाँ ले आओ हदीस कितने लिखी है? ये इलामा साहब की हदीस है, इलामा साहब और मानते हैं और ये मानते हैं अगर इस बात को मानते हैं। कोई 3 मौके बयान किए हैं तो बयान कर दें, हम कबूल करेंगे। हम तो अपने रसूल करीम की हर बात को ये दसो बाबा जानी साहब हाँ जी कि ऐसी कोई आयत है जिहदे च किया गया होवे वे ईसा अलैहिस्सलाम जिंदा ने हले तक ते उन्हां दी वफात दा जिक्र करना अच्छा नहीं, उन्हां दी हयात ते ईमान लियावना जरूरी है, उन्हां दी हयात दा जिक्र कुरान शरीफ च है। ठीक है, मैं जवाब दे देना मैं जवाब दे जी ਇੱਥੇ ਜਿਹੜੀ ਇਹ ਬਰਾੜ ਹੈ ਨਾ ਤੁਹਾਡੀ ਹੁਸੈਨੀ ਸਾਹਿਬ ਜੀ ਇੱਥੇ ਜਿੱਦਣ ਜਿਸ ਬੰਦੇ ਦੀ ਆਈਡੀ ਸ਼ੋ ਹੋਏਗੀ ਨਾ ਐਡਰੈਸ ਸ਼ੋ ਹੋਏਗਾ ਉਹਨੇ ਦੱਸਿਆ ਹੋਏਗਾ ਜੇ ਉਹ ਇਸ ਮੌਜੂ ਦੇ ਉੱਤੇ ਗੱਲ ਕਰਕੇ ਵਫਾਤੇ ਈਸਾ ਤੇ ਕਾਇਲ ਹੋ ਜਾਵੇ। ਮੈਂ ਵਫਾਤੇ ਈਸਾ ਦਾ ਤਾਂ ਪੁੱਛਿਆ ਹੀ ਨਹੀਂ, ਮੈਂ ਤਾਂ ਤੁਹਾਨੂੰ ਹਯਾਤੇ ਈਸਾ ਦਾ ਇਨਕਾਰੀ ਹੋ ਜਾਵੇ। ਠੀਕ ਹੈ ਜੇ ਹਯਾਤੇ ਈਸਾ ਦਾ ਨਹੀਂ ਮੈਂ ਨਹੀਂ ਪੁੱਛਿਆ ਇਨਕਾਰੀ, ਮੈਂ ਤੇ ਪੁੱਛਿਆ ਕਿ ਉਹ ਆਇਤ ਤੁਹਾਨੂੰ ਪਤਾ ਹੈ ਉਹ ਸ਼ਾਇਦ ਦਾ ਤੁਹਾਨੂੰ ਪਤਾ ਜਾਂ ਨਹੀਂ ਪਤਾ, ਜੇ ਪਤਾ ਹੈ ਤੇ ਦੱਸ ਦਿਓ, ਨਹੀਂ ਤੇ ਮੈਂ ਮੁਬਾਸਕ ਸਾਹਿਬ ਨੂੰ ਪੁੱਛ ਲੈਣਾ। ਦੱਸਣ ਦਿਓ ਨਾ, ਦੱਸਣ ਦਿਓ, ਸਵਾਲ ਕਰ ਲਿਓ, ਜਵਾਬ ਦੇਣ ਦਿਓ ਨਾ। ਜੀ ਦਿਓ। ਠੀਕ ਹੈ, ਇਹ ਜਵਾਬ ਦੇਣ ਦੇ ਨਾਲ ਜੇ ਕੋਈ ਬੰਦਾ ਇੱਥੇ ਹਯਾਤੇ ਈਸਾ ਦਾ ਇਨਕਾਰ ਕਰ ਦਵੇ ਤੇ ਇੱਥੇ ਲੋਕ ਬੈਠੇ ਜਿਹੜੇ ਉਹਨਾਂ ਦੇ ਘਰ ਗੁੰਡੇ ਘੱਲ ਦੇਣਗੇ। ਮੈਂ ਨਹੀਂ ਇਹ ਪੁੱਛਿਆ, ਮੇਰਾ ਤਾਂ ਸਵਾਲ ਹੀ ਕੁਝ ਹੋਰ, ਤੁਸੀਂ ਪਤਾ ਨਹੀਂ ਕਿ ਮੇਰਾ ਸਵਾਲ ਇਹ ਹੈ ਕਿ ਉਹ ਆਇਤ ਤੁਹਾਨੂੰ ਪਤਾ ਹੈ ਜਿਹਦੇ ਚ ਲਿਖਿਆ ਹੈ ਕਿ ਈਸਾ अलैहिस्सलाम ਜ਼ਿੰਦਾ ਨੇ ਤੇ ਉਹਨਾਂ ਦੀ ਵਫਾਤ ਨਹੀਂ ਮੰਨਣੀ, ਉਹਨਾਂ ਦੀ ਹਯਾਤ ਤੇ ਈਮਾਨ ਲਿਆਉਣਾ, ਇਹ ਆਇਤ ਹੈ। ਇੱਕ ਆਇਤ ਹੈਗੀ ਪਰ ਜੇ ਮੈਂ ਦਿਆਂਗਾ ਇੱਥੇ ਬੰਦਾ ਬੈਠਾ ਮੇਰੇ ਘਰ ਗੁੰਡੇ ਘੱਲ ਦੇਗਾ, ਉਹਨੂੰ ਲਾ ਦਿਓ, ਫਿਰ ਮੈਂ ਦੱਸਣਾ ਉਹਨੂੰ ਲਾ ਦਿਓ। ਜੇ ਤੁਹਾਨੂੰ ਹਯਾਤ ਦੀ ਪਤਾ ਹੈ ਤੇ ਫਿਰ ਠੀਕ ਹੈ, ਉਹ ਬੰਦਾ ਮੇਰੇ ਘਰ ਗੁੰਡੇ ਘੱਲ ਦੇਗਾ ਨਾ ਇਸ ਤਰ੍ਹਾਂ ਨਾ ਕਰੋ, ਐਵੇਂ ਫालतू ਗੱਲਾਂ ਨਹੀਂ। ਉਹਨਾਂ ਪੁੱਛ ਲਓ ਉਹਨਾਂ ਕੋਲੋਂ ਜਿਹੜੀ ਗੱਲ ਤੁਹਾਨੂੰ ਦੱਸੋ। ਮੁਹੰਮਦ ਹੁਸੈਨ ਸਾਹਿਬ ਗਵਾਹ ਬੈਠੇ, ਬੰਦਾ ਮੇਰੇ ਘਰ ਗੁੰਡੇ ਘੱਲ ਦੇਗਾ। ਹਯਾਤੇ ਮਸੀਹ ਦੀ ਆਇਤ ਪਤਾ ਹੈ ਤੇ ਦੱਸੋ, ਨਹੀਂ ਪਤਾ ਤਾਂ ਫਿਰ ਬੰਬਾਸਟਕ ਸਾਹਿਬ ਕੋ ਪੁੱਛਨੇ ਆ। ਸਰ ਮੈਂ ਦੱਸਣ ਲੱਗਾ ਹਾਂ ਮਗਰ ਬੰਦਾ ਮੇਰੇ ਘਰ ਗੁੰਡੇ ਘੱਲ ਦੇਗਾ, ਮੈਂ ਕੀ ਨਹੀਂ ਤੁਹਾਨੂੰ ਕੋਈ ਨਹੀਂ ਪਤਾ, ਤੁਸੀਂ ਹੋਰ ਗੱਲਾਂ ਤੁਸੀਂ ਗਰੰਟੀ ਲੈਂਦੇ ਹੋ ਮੇਰੇ ਘਰ ਗੁੰਡੇ ਨਹੀਂ ਘੱਲੇਗਾ? शेख साहब आए हो, ਤੁਸੀਂ ਗਰੰਟੀ ਲੈਂਦੇ ਹੋ ਬੰਦਾ ਮੇਰੇ ਘਰ ਗੁੰਡੇ ਨਹੀਂ ਘੱਲੇਗਾ? हुसैनी साहब जी अस्सलाम वालेकुम। हुसैनी साहब कल इन्होंने अपने ही बंदे बिलाल हनीफ को भी यार मैं वाटर साहब मैंने ये वाकयात पे जो बैठे हैं ना, कल 4:30 बजे चाय पी थी, फिर उन्होंने बुलाया, उन्होंने कहा अचार भी ले आना और वो केक रस के साथ खाएंगे, और फिर सामने बिल्ली बैठी हुई थी, एक आदमी उससे बातें कर रहा था। तो इन वाकयात से बाहर निकल के हम इल्मी बात कर लेते हैं। कुरान क्योंकि गहरा मुतालिया है, तो वाटर साहब वो बताएं आयत कुरान शरीफ की जिसमें ये लिखा हो कि ईसा अलैहिस्सलाम अभी तक जिंदा हैं, उनके जिंदा होने पर ईमान लाना मरवा देंगे, मुझे बताऊं ये मरवा देंगे। यार छोड़ो पापा जानी, अगर वो बात को खत्म करने की कोशिश करते हैं तो कर लेने दो यार, छोड़ दो। नहीं मेहरबानी बाबा पापा यानी लीव इट वाटर साहब इसमें इल्मी मावनत करें कि ऐसी कोई आयत है या नहीं है? हाँ जी ऐसी आयत कोई नहीं है। कोई अली वाला साहब तुसी दसो। नहीं हुन अलामा साहब ਨੂੰ ਪੁੱਛੋ ਸਾਨੀ ਸਾਹਿਬ। हैं जी अलामा साहब ਨੂੰ चलो ਉਹਨਾਂ ਨੂੰ ਪੁੱਛ ਲਓ, ਤੁਸੀਂ ਪੁੱਛ ਲਓ। बिस्मिल्लाह। ये अच्छी किसी पूछो ना यार पापा जानी, खुदा के लिए मेरे भाई, मेरे प्यारे छोटे भाई, तुम्हारे पापा जानी कोई इजाजत ले दो, चुमिया लवा जो तुम्हें मिल जाए सामने मेरे। आजो सानी साहब दे घर। चलो ठीक है मिलेंगे जी। अलामा साहब ये बताएं कि कोई आयत कुरान करीम से पेश करें जिसे हजरत मसीह अलैहिस्सलातु वस्सलाम की हयात साबित हो। अच्छा मैंने भी एक बात करनी है सैनी साहब, वो जो बात आप पहले कर रहे थे ना कि आज सुबह वो जर्मनी में एक गांव
जानी साहब वो बातें खत्म हो गई, अभी हम खत्म करने की कोशिश कर रहे हैं, प्लीज। नहीं, मैं एक बंदे का तारुफ कराने लगा, मैं कोई गलत बात नहीं करने लगा, मैं अकीदे की बात करने लगा। उसका जवाब दे, सारा इस्लाम का जवाब दे। अच्छा, ठीक है ना, वो कोई थाना तो नहीं है ना भाई, आप इन्वेस्टिगेटर हैं, जो आपने सवाल पूछा है तो फिर आप बात करो, तो मैं आप आपस में करो, मैं बंदे की बात करें, आपको इजाजत है? आप करें, मैं सुनता हूँ, मैं बोलता ही नहीं भाई। आपसे जो सवाल किया उसका जवाब दें। मैं नहीं देता भाई, उसका जवाब दें। मैं नहीं देता अहमदी अखलाकी रवैया ना, मेहरबानी करके मिर्जा साहब ने ते एक दूसरा रवैया पेश किया है। उन्होंने किया है कि हमें कुछ की नहीं भाइयों, नसीहत है गरीबाना, अगर कोई पाक दिल होवे दिलो जहाँ उस पे कुर्बान है। ठीक है पापा जानी, आपकी बात ठीक है, आपकी बात ठीक है, पापा जानी एक बात करने दो, बस एक बात की इजाजत दे, सिर्फ मैं चुप हो जाऊंगा, एक बात की इजाजत दे सिर्फ प्लीज, ठीक है? जब मैं किसी और तरफ बात लेके जा रहा हूँ, हुसैनी साहब कहते हैं नहीं ईसा इस्लाम का जवाब दें, वाटर साहब बिलावल हनीफ की बात कर रहे हैं, हुसैनी साहब कहते हैं चुप हो जाओ, कोई वाकयात की बात नहीं करनी, ईसा अलैहिस्सलाम का सवाल का जवाब देना है। ये अलामा साहब कोई और बात करने लगे, हुसैनी साहब यहाँ क्यों नहीं रोक रहे? रोक लेंगे हुसैनी साहब की ब्रॉड है, उनको आप ही रोक गए भाई, मैं क्या, मैं नहीं करता बात, मैं चुप कर जाता हूँ। अलामा साहब की तबीयत सुला जू तबीयत है, वो किधर झगड़ा नहीं करते, चलो झगड़ा नहीं करते, जितनी नेक तबीयत इन्हां दी अल्लाह दे फजल नाल, जितनी सुलह ए पांदे ने, जितनी मोहब्बत ए करदे ने, इस गल ते थोड़ी जुबान कट्टी जानी, उन्हां दे नाल दा बंदा ढूंढ के लियावो, झूठ ते थोड़ी जुबान कट्टी जानी है। जितने मजालम इन्हां नाल करदे ने अहमदी प्यारे, ओए होए खैर छड्डे ही नहीं, इन्हां दा वजीफा ही ये है इन्हां नूं गालां कढणीਆਂ, इन्हां दे अपने करदे ने। तुसीं एक और माइक ला लो सानी साहब, एक और, अगर वो भी करदे ने तो भी जुल्म कर, जो भी करदा नहीं सानी साहब एक और माइक ला लो, आवाज आ रही है तुम्हारी। अच्छा मेरी आवाज तेज है तो मैं बंद कर दूं। चलो पापा जाने अपना चुप कर दो, भी हुसैनी साहब को झूठ बोल लेने दो जितने बोलने। लो हुसैनी साहब और सुनाओ गल्लां। लो जी हुसैनी साहब तुसीं झूठे साबित हो गए, तुसीं आप क्या हुसैनी साहब बोलो जी, मैं माइक ला के बोलना, तेरी आवाज आ। मैं कहन लगा सी कि ਉਹ ਇਮਤਿਆਜ਼ ਸਾਹਿਬ ਮੈਨੂੰ ਦੱਸਦੇ ਸੀ ਕਿ ਸਾਨੂੰ ਉਹ ਜਵਾਬ ਦੇਣਾ ਚਾਹੀਦਾ ਹੈ ਜਿਹੜਾ ਸਾਡੇ ਖਲੀਫਾ ਸਾਹਿਬ ਨੇ, ਇਮਤਿਆਜ਼ ਸਾਹਿਬ ਦਾ ਨਹੀਂ, साढ़े खलीफा साहब ने असेंबली यार बोलने दो पापा जानी प्लीज, उसको बोलने नहीं बोलने देना, हमें नहीं बोलने देते तो हम कैसे बोलने दें यार? मेरे लिए म्यूट जो पापा जानी, अगर हम एक दूसरे की बात नहीं मानेंगे तो फिर कितनी बुरी बात है, बोल लेने दो यार। तो बस अब उनको भी बताया ना हुसैनी साहब को, जो हम हुसैनी साहब को छोड़ो, उनकी मर्जी है, वो ब्रॉड के मालिक है, हम उनको डिक्टेट नहीं कर सकते, जो मर्जी करें, वो अहमदी नहीं है। मोर ओवर आपको इतना तो उनको लीवे देना चाहिए ना। नहीं है अहमदी, किसने कहा अहमदी नहीं है? अहमदी अस्तगफार यार, नहीं है यार, उसने बंदे ने कहा कभी में यार, फिर मैं तेरे ने बहस नहीं कर सकता। अभी इज्तिमा पे मुलाकात हुई है इनसे, और यार सारी दुनिया ही आती है जाती है, अपनी मर्जी मेहमान कॉन्टेक्ट लेके आते हैं। ताहिर मलक, वो ताहिर खान साहब अगर किसी को ले तबलीग के लिए तो इसका मतलब अहमदी है। मैं 10,000 बंदे को लेके, मैं अल्लामा आमिर नजीर को बुला लेता हूँ, जी आओ जी मेरे ऊपर, वो आ जाता है तो क्या बात है, वो अहमदी हो गया। ये अपने साथ दूसरे बंदे लेके आते हैं। आमिर नजीर साहब तुसी म्यूट लाया सी, एवं मत किया करो ऐसी फजूल बातें। हाँ जी लामा साहब बोले आप। मैं क्या सैनी साहब मिस्ट्री बने पे ने, कल मैं सुनदा सी पिया जिथे मैनू 6-7 घंटे गालां पैंदियां ने, उत्थे सैनी साहब दा भी जिक्र हो रहा सी कि मस्जिद बैतुल रहम के बैतुल की ना रहमान बैतुल रहमान नमाज पढ़न जांदे हो सैनी साहब तुसी? मस्जिद मसरूर। और यार खुदा के लिए बोल लेने दे यार, क्या हो गया? पूछ रहे हैं ना यार, पूछ रहे हैं, मैं बता रहा हूँ उनको, उसको बोल रहे, वो खुद ही बताएंगे अपना हुसैनी साहब कौन सी मस्जिद में जाते हैं। मैं जो बता रहा हूँ। ओ यार चुप कर जाओ, मुझे भी बताने दे यार, केड़ा पता वो बोल आज, चुप कर जा बस, चुप कर दिया। मैं म्यूट लाने लगा। लो जी सैनी साहब अमन मान हो गया, आ जाओ वापस। चल रही है मशीन तो उसकी आवाज इस करके मैं बंद की है, थोड़ी देर में करना। अच्छा वो फिर शेख साहब सवेरे ने इम्तियाज साहब मैनू कह रहे सी कि साडे दरम्यान जिहड़ा कन्फ्यूजन या जिहड़ा झगड़ा पैदा हो गया ना मिर्जा साहब दे दावा नबूवत नू लैके,
ਇਹਦਾ ਹੱਲੇ ਵੇ ਕਿ ਜੋ ਕੋਈ ਸਾਡੇ ਖਲੀਫਾ ਸਾਹਿਬ ਨੇ ਅਸੈਂਬਲੀ ਦੇ ਵਿੱਚ ਜਵਾਬ ਦਿੱਤਾ ਹੈ ਨਾ, ਸਾਨੂੰ ਵੀ ਉਹ ਜਵਾਬ ਦੇਣਾ ਚਾਹੀਦਾ। ਤੇ ਜਿਹੜੇ ਟੋਨੀ ਸਾਹਿਬ ਨੇ ਉਹ ਤੇ ਇਮਤਿਆਜ਼ ਸਾਹਿਬ ਉਹ ਤੇ ਇਹ ਕੀ ਨਾ ਇਹਨਾਂ ਦਾ ਸਾਬਰੀ ਸਾਹਿਬ ਜਿਹੜੇ ਆਏ ਸਨ, ਇਹ ਮਤਲਬ ਇਹ ਕਾਫੀ ਲੋਕ ਹੋ ਗਏ ਨੇ ਜਿਹੜੇ ਕਹਿੰਦੇ ਸਨ ਪਏ ਕਿ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਅਵਾ ਨਹੀਂ ਕੀਤਾ, ਜਦੋਂ ਉਹ ਕਹਿੰਦੇ ਪਏ ਨੇ ਮੈਂ ਮੁਦਈਏ ਨਬੂਵਤ ਨਹੀਂ ਆ, ਤੇ ਸਾਡੇ ਬੰਦੇ ਜਿਹੜੇ ਨੇ ਉਹ ਐਗਜ਼ੈਜਰੇਸ਼ਨ ਪੇ ਕਰਦੇ ਨੇ ਤੇ ਜ਼ਿਆਦਤੀ ਪੇ ਕਰਦੇ ਨੇ ਕਹਿ ਕੇ ਕਿ ਮਿਰਜ਼ਾ ਸਾਹਿਬ ਕਿ ਮਿਰਜ਼ਾ ਸਾਹਿਬ ਜਿਹੜੇ ਨੇ ਉਹ ਨਬੀ ਨੇ, ਬਲਕਿ ਬਰਾਡਾਂ ਲਾਈਆਂ ਨੇ ਜਰਾਏ ਨਬੂਵਤ ਦੀਆਂ, ਨਬੂਵਤ ਜਾਰੀ ਹੈ, ਨਬੂਵਤ ਜਾਰੀ ਹੈ। ਅੱਜ ਕੱਲ ਤੇ ਟਿਕਟੌਕ ਦੇ ਉੱਤੇ ਇਹ ਬੜੀ ਮੌਜ ਹੈ ਨਾ ਕਿ ਤੁਸੀਂ ਇਹ ਪੋਸਟਰ ਲਾ ਕੇ ਟੰਗ ਸੜੋ ਇੱਥੇ ਨਬੂਵਤ ਜਾਰੀ ਹੈ, ਲੰਘਦੇ ਵੜਦੇ ਬੰਦੇ ਪੇ ਪੁੱਛਣਗੇ ਇਹ ਕੌਣ ਨੇ ਬੰਦੇ, ਕੀ ਪੇ ਕਿਉਂ ਇਹ ਗੱਲ ਪੇ ਕਰਦੇ ਨੇ, ਪਤਾ ਲੱਗਦਾ ਜਮਾਤੇ ਅਹਿਮਦੀਆ ਦੇ ਬੰਦੇ ਨੇ ਤੇ ਇਹਨਾਂ ਦਾ ਇਹ ਅਕੀਦਾ ਹੈ ਕਿ ਨਬੂਵਤ ਜਾਰੀ ਹੈ। ਉਹ ਆਪਣੇ ਹੀ ਬੰਦੇ ਜਮਾਤੇ ਅਹਿਮਦੀਆ ਦੇ ਕਹਿ ਰਹੇ ਨੇ ਕਿ ਇਹ ਜਿਹੜਾ ਅਕੀਦਾ ਇਹ ਤੇ ਨਹੀਂ ਦਿੱਤਾ ਮਿਰਜ਼ਾ ਸਾਹਿਬ ਨੇ, ਤੇ बहुत ज्यादा मसला बने। वो थोड़ी गलतफहमी हो रही है, नबूवत जारी है नहीं, नबूवत जा रही है। अब आहिस्ता आहिस्ता हाथ से नबूवत जा रही अच्छा मिर्जा अच्छा जवाब दिया इनका, मिर्जा साहब की नबूवत जा रही है। अब हमें भी बात कर लेंगे कुछ। जी करें जनाब करें मतलब। ये तस्लीम साहब, ये बिलाल हनीफ साहब को इन्होंने कल से टांगा हुआ है एक सूली पे और उनके कपड़े उतार रहे हैं, उनका एड्रेस भी उनको पता है, तो देखें उनके साथ क्या करते हैं। ये मतलब बिलाल हनीफ ये इनका क्या ऐसा है कि उसको कहते हैं कि तुम्हारे ये कर दें और वो कर दें। पापा यानी बिलाल हनीफ का इख्तिलाफ किसके साथ हुआ है? लामा के साथ, ये आमन नजीर के साथ हुआ है? सर सारों ने उसको हर ब्राड पे उसको टंगा हुआ है। शुक्र है राणा साहब आ गए हो तुसी, शुक्र है राणा साहब कल दा वादा करके ते नजर ही नहीं सो आ रहे ते मेरा थोड़ा रह गया वापस जाना। मैं ਤੁਹਾਨੂੰ ਇੱਕ ਗੱਲ ਦੱਸਣ ਆਇਆ ਜਿਹਦਾ ਲੋਕਾਂ ਨੂੰ ਤੁਹਾਡੀ ਗੱਲ 'ਚ ਕੋਈ ਨਹੀਂ ਬੋਲਿਆ, ਪਲੀਜ਼ ਇਸ ਤਰ੍ਹਾਂ ਨਾ ਕਰੋ। ਨਹੀਂ ਉਹ ਰਾਣਾ ਸਾਹਿਬ ਆ ਗਏ ਨੇ, ਇਹਨਾਂ ਮੇਰੇ ਨਾਲ ਵਾਦਾ ਕੀਤਾ ਸੀ ਕੱਲ ਆ ਕੇ ਤੇ ਇਸ ਗੱਲ ਦਾ ਜਵਾਬ ਦੇਣਾ। ਸਾਡੀ ਗੱਲ ਮੁੱਕ ਲੈਂਦੇ ਹੋ ਨਾ, ਫਿਰ ਤੁਸੀਂ ਉਹਨਾਂ ਨਾਲ ਕਰ ਲੈਣਾ। ਤੁਹਾਡੀ ਗੱਲ ਯਾਰ ਆਪਸ ਦੀ ਤੁਸੀਂ ਆਪਸ ਕਰ ਲਿਆ ਜੇ ਘਰ ਜਾ ਕੇ, ਤੁਸੀਂ ਵੀ ਫੀਸ ਸ਼ੇਖ ਦਾ ਆਪਸ ਹੀ ਕਰਨ ਦੇ ਸੀ ਨਾ, ਘਰ ਜਾ ਕੇ ਕਰ ਲੈਣਾ। ਫੀਸ ਸ਼ੇਖ ਸਾਹਿਬ ਤੇ ਮੈਂ ਇੱਕ ਜਮਾਤ ਦੇ ਆ, ਮੈਂ ਤੇ ਫੀਸ ਸ਼ੇਖ ਇੱਕ ਜਮਾਤ ਦੇ ਆ, ਇੱਕੋ ਹੀ ਜਮਾਤ, ਬਿਲਕੁਲ ਇੱਕੋ ਜਮਾਤ। ਉਹ ਬਾਬਾ ਜਾਨੀ ਸਾਹਿਬ ਮੈਂ ਝੂਠ ਬੋਲते हुए फिर मिर्जा साहब ਦਾ ਫਤਵਾ ਮੈਂ ਪੜਾਂਗਾ। ਐਸੇ ਲੋਕ ਬਾਬਾ ਜਾਨੀ ਮੈਂ ਦੱਸਣ ਆਇਆ ਯਾਰ, ਮੈਂ ਤੁਹਾਨੂੰ ਦੱਸਣ ਆਇਆ ਸੈਣੀ ਸਾਹਿਬ ਜਿਹੜੇ ਨੇ ਨਾ, ਸੈਣੀ ਸਾਹਿਬ ਮਸਜਿਦ ਬੈਤੁਰ ਰਹਿਮਾਨ सिल्वर स्प्रिंग मैरीलैंड 15,000 गुड होप रोड पे नमाज पढ़ते जी। और यार ये एक बात है तस्लीम साहब, आपको किसने कहा कि आप इस तरह की बातें करें? सैनी साहब की इतनी बुरी बात है, जल्दी फोटो भी आई है, सैनी साहब के पीर सैनी साहब को मार देंगे अगर वो सैनी साहब अपनी जुबान, यार ये बड़ी गलत बात है। ये किने दसिया तस्लीम साहब ਤੁਹਾਨੂੰ ਤੁਸੀਂ ਖੁਦ ਦੇਖਿਆ ਇਹ ਕਿਸੇ ਨੇ ਦੱਸਿਆ ਤੁਹਾਨੂੰ? इतनी सख्त ਇਹਦੇ ਕੋਲ ਇਨਫੋਰਮੇਸ਼ਨ ਨੋਟ ਕੀਤੇ ਐਡਰੈਸ ਹੈ। ਸੈਣੀ ਸਾਹਿਬ ਅਹਿਮਦੀ ਹੈਗੇ ਜੇ ਗੱਲ ਸਹੀ ਹੈ ਪਾਪਾ ਜੀ। ओ यार खुदा का खौफ खाओ, खुदा का खौफ खाओ, खुदा का खौफ। तीन बच्चे मुरब्बी जे जर्मनी नहीं मुरब्बी यार, एक गया से वापस आ गया, नहीं मुरब्बी कोई बेटा मुरब्बी। झूठ बोलना बंद करो यार, क्यों बोलते हो? तस्लीम साहब कोई बेटा मुरब्बी नहीं। जमात हुसैनी साहब होते मस्जिद नहीं जाते, इमाम बारगाह च पढ़दे नमाज जितने मर्जी पढ़े यार, उनकी मर्जी है, उतने भी जाते हैं। चर्च में पढ़े, सिनागॉग में पढ़े, सिनागॉग में पढ़े। साहब आज फिर तस्लीम साहब कह गए कि तुम्हारे 3 बच्चे मुरब्बी ने। जी जी नहीं झूठ बोलते हैं। यकीन करना बेशक कर ले, ठीक है, मैं उन्हें मना नहीं करता। ਤਾਹਿਰ ਖਾਨ ਸਾਹਿਬ ਕਹਿ ਰਹੇ ਸੀ, ਤਾਹਿਰ ਖਾਨ ਸਾਹਿਬ ਕਹਿ ਰਹੇ ਸੀ 2 ਦਮਾਦ ਵੀ ਇਹਨਾਂ ਦੇ ਮੁਰੱਬੀ ਨੇ। ਜੀ ਇੱਕ ਜਿਹੜਾ ਹੈ ਉਹ ਕੈਨੇਡਾ 'ਚ ਜਾਮਿਆ 'ਚ ਤਾਲੀਮ ਹੀ ਹਾਸਲ ਕਰਨ ਗਿਆ। नहीं यार नहीं, ऐसा नहीं, अली वाला साहब ऐसा ना करया करो। ताहिर खान साहब की अपनी मतवजी है, छड़ पर ऐसा ना करया करो, गलत गल है। कोई बेटा मुरब्बी नहीं है, गया सी वापस आ गया, मुरब्बी नहीं बनया, कोई बेटा मुरब्बी नहीं। चलो हाँ सही गल है। कौन से जामिया में गया था पापा जानी? ये कनाडा जामिया, कनाडा में इनका दामाद भी गया था। अच्छा मैं तो उधर ही होता हूँ, मैं तो जामिया के सब लोगों को जानता हूँ यार। मैं तो बच्चों को बताया तो वहाँ पे 2 साल लगा के उसको वहां से निकाला है। क्या नाम था बच्चे का नाम? शर्जील। लास्ट नेम शर्जील नाम है, हमको शर्जील पता है। अभी शर्जील तो कई होते हैं, उनका दामाद है माइकल, वो भी गया था 1 साल लगा। तेरी खैर बस यार, बस कर यार तेरी मैं सामने बताया यार कितनी बात। अच्छा ये बताओ उफैनी साहब ने कभी किसी के साथ इस तरह की बातें की हैं जो आप उनके खिलाफ कर रहे हैं? ये बुरी बात है। मैं तस्लीम साहब कह रहा हूँ, कोई उनका बेटा मुरब्बी नहीं है। वो कहते मुरब्बी है, तुसी कहते हो नहीं है। बुरी बात है। अगर कोई बंदा नहीं पसंद करता
उसकी फैमिली के मुतल्लक नवाज नहीं मैं कोई ना पसंद नहीं करता। ठीक ने पापा जानी साहब ये लोकां ना दसो है देखो बुरी गल। अच्छा हुसैनी साहब एक नेकी करियो, राणा साहब मैनू गल सुनाना चाहते ने ते जे तुसी टाइम लै दियो दूजे बंदे को। जी राणा साहब आए ने राणा साहब? हाँ जी राणा साहब कह रहे ने जब वक्त हुआ हम बात कर लेंगे, मैं तैयार हूँ, लेकिन दूजे बंदे नु जे तुसी टाइम लै दियो उन्हां को। ठीक है तुहाडे मेहमान कर देना, इंतजाम कर देना मैं। हुसैन साहब म्यूट ला लीजिए। अब लगता है कुछ चीजें रिपेयर कर रहे हैं। जी राणा साहब बात शुरू करें। राणा सर गल होगी, तुसी कल एक इतराज पेश किया था आपने, मैं कोशिश करूंगा कि जो उसका जवाब है मैं आपको पेश कर। एक सेकंड मैं खोल लूं वो सफा है। अच्छा एक सेकंड ठहर जाए।